ਤੇ ਉਹ ਮੁੰਡੇ ਹੀ ਨਾਲ ਨਹੀਂ, ਕਈ ਵਾਰ ਵਿਚਾਰ ਨਹੀਂ ਰਲਦੇ। ਵੀ ਇਹ ਗੰਦ ਪਾਇਆ ਵਾ ਆਰਐਸਐਸ ਨੇ, ਉਹ ਗੱਲਾਂ ਕਰਨੀਆਂ, ਉਹ ਖਾਣਾ, ਉਹ ਪੀਣਾ, ਉਹ ਇਹ ਕੋਈ ਗੰਦੀਆਂ ਸੋਚਾਂ, ਗੰਦੀਆਂ ਗੌਰਮੈਂਟਾਂ। ਪਰ ਸਾਨੂੰ ਮਾਂ ਬੋਲੀ ਨੂੰ ਟੁੱਟਣਾ ਨਹੀਂ ਚਾਹੀਦਾ। ਉਹਨੂੰ ਹਰ ਇੱਕ ਨੂੰ ਟੋਕੋ। ਉਹ ਪੁਰਖਾਂ ਦੀ ਮਿੱਟੀ ਉੱਤੇ ਰੁੱਖਾਂ ਨੂੰ ਜੀਣ ਦਿਓ, ਬਾਬੇ ਨੂੰ ਜਾਣ ਤੋਂ ਪਹਿਲਾਂ ਪਾਣੀ ਤੇ ਪੀਣ ਦਿਓ। ਮੈਂ ਆਵੇ ਕਸਮ ਕੀ ਬਾਣੀ ਤੈਸੜਾ ਕਰੀ ਗਿਆਨ ਵੇ ਲਾਲੋ, ਜੈਸੀ ਮੈਂ ਆਵੇ ਕਸਮ ਕੀ ਬਾਣੀ ਤੈਸੜਾ ਕਰੀ ਗਿਆਨ ਵੇ ਲਾਲੋ। ਬਾਪ ਕੀ ਜੰਜ ਲੈ ਕਾਬਲੋਂ ਤਾਇਆ, ਗੋਰੀ ਮੰਗੇ ਦਾਨ ਵੇ ਲਾਲੋ, ਜੈਸੀ ਮੈਂ ਆਵੇ ਕਸਮ ਕੀ ਬਾਣੀ ਤੈਸੜਾ ਕਰੀ ਗਿਆਨ ਵੇ ਲਾਲੋ। ਸ਼ਰਮ ਧਰਮ ਦੋਏ ਸਭ ਗਲੋਏ, ਕੋੜ ਪੀਰੇ ਪ੍ਰਧਾਨ ਵੇ ਲਾਲੋ। ਕਾਜੀਆਂ ਬਾਹਮਣਾ ਕੀ ਗੱਲ ਤੱਕੀ, ਅਗਦ ਪੜੇ ਸ਼ੈਤਾਨ ਵੇ ਲਾਲੋ, ਜੈਸੀ ਮੈਂ ਆਵੇ ਕਸਮ ਕੀ ਬਾਣੀ ਤੈਸੜਾ ਕਰੀ ਗਿਆਨ ਵੇ ਲਾਲੋ, ਜੈਸੀ ਮੈਂ ਆਵੇ ਕਸਮ ਕੀ ਬਾਣੀ ਤੈਸੜਾ ਕਰੀ ਗਿਆਨ ਵੇ ਲਾਲੋ, ਤੈਸੜਾ ਕਰੀ ਗਿਆਨ ਵੇ ਲਾਲੋ। ਵਾਹ ਜੀ ਵਾਹ, ਵਾਹ ਜੀ। ਬਹੁਤ ਰੂਹ ਨਾਲ ਗਾਇਆ ਜੀ ਤੁਸੀਂ ਗੁਰਬਾਣੀ, ਬਹੁਤ ਆਨੰਦ ਆਇਆ ਸੁਣ ਕੇ। ਹਾਂਜੀ ਹਾਂਜੀ ਔਰ ਮਤਲਬ ਤੁਸੀਂ ਇਹਦਾ ਮਤਲਬ ਵੀ ਗੁਰੂ ਸਾਹਿਬਾਂ ਨੂੰ ਵੀ ਪੜ੍ਹਦੇ ਹੋ, ਉਹਨਾਂ ਦੀ ਵੀ ਗੁਰਬਾਣੀ ਤੇ ਮਤਲਬ। ਹਾਂਜੀ ਹਾਂਜੀ ਜੀ। ਇਹ ਨਾ ਮੈਂ ਨਾ ਇਹਨਾਂ ਨੂੰ ਗੁਰੂਆਂ ਨੂੰ ਹਮੇਸ਼ਾ ਕਵੀ ਦੀ ਨਜ਼ਰ ਨਾਲ ਹੀ ਵੇਖਿਆ। ਠੀਕ ਹੈ ਜੀ। ਤੇ ਮੈਂ ਸੋਚਦਾ ਵੀ ਬਹੁਤ ਵੱਡਾ ਬੜਾ ਮਹਿੰਗਾ ਦੇ ਕੇ ਗਏ ਆ ਗੁਰੂ ਸਾਨੂੰ। ਕਿਉਂਕਿ ਇਹ ਇੰਨਾ ਸਾਹਿਤ। ਜਿਹੜੀ ਇਹ ਤੁਰਕੀ ਬਾਣੀ ਸੀ ਨਾ, ਧੁਰੋਂ ਆਈ ਸੀ। ਹਾਂਜੀ ਮਰਦਾਨਿਆ ਰਬਾਬ ਸ਼ੇਰ ਬਾਣੀ ਆਈ ਆ, ਹਾਂਜੀ ਹਾਂਜੀ ਧੁਰੋਂ ਆਈ ਸੀ। ਤੇ ਫਿਰ ਇਹ ਮਤਲਬ ਚੀਜ਼ ਵੱਖਰੀ ਆ ਵੀ ਜਿਉਂ ਜਿਉਂ ਇਹਦੇ ਚ ਖੁੱਬਦੇ ਜਾਓ ਸਮੁੰਦਰ ਆਏ ਕੇ। ਹਾਂਜੀ ਹਾਂਜੀ ਤੇ ਮਤਲਬ ਬਾਕੀ ਗੁਰੂ ਸਾਹਿਬ ਤੇ ਆਪ ਨਰੈਣ ਕਲਾ ਧਾਰ ਜਗ ਮੇ ਪਰਵਰਿਆ, ਹਾਂਜੀ ਉਦੋਂ ਅਕਾਲ ਪੁਰਖ ਸੀ। ਔਰ ਮਤਲਬ ਉਹੋ ਜਿਹੀ ਫਿਰ ਇਹਨਾਂ ਦਾ ਹੋਣਾ ਸੀ। ਤੇ ਬਾਕੀ ਤੁਸੀਂ ਜਿਹੜੀ ਨਜ਼ਰ ਨਾਲ ਤੁਸੀਂ ਵੇਖੋ, ਹਾਂਜੀ ਇਹ ਹੱਥਾਂ 'ਚ ਪੂਰੇ ਫਿੱਟ ਬਹਿ ਜਾਂਦੇ ਆ। ਹਾਂਜੀ ਬਿਲਕੁਲ। ਹਾਂਜੀ ਹਾਂਜੀ। ਮਤਲਬ ਜਦੋਂ ਕਵੀ ਨੂੰ ਆਪਾਂ ਪੜ੍ਹਦੇ ਆ ਤੇ ਆਪਾਂ ਸਿਰ ਨਹੀਂ ਢੱਕਦੇ, ਪਰ ਕਿਤੇ ਨਾ ਕਿਤੇ ਇਹ ਗੱਲ ਮੈਨੂੰ ਲੱਗਦੀ ਸੀ ਵੀ ਸਿਰ ਢੱਕਣਾ ਜ਼ਰੂਰੀ ਆ ਜੀ। ਵੀ ਜੇ ਤੇ ਇੱਕ ਪਰੰਪਰਾ ਸਾਡੀ, ਚਲੋ ਆਪਾਂ ਧਰਮ ਚ ਨਹੀਂ ਲੈਂਦੇ ਇਹਨੂੰ ਬਿਲਕੁਲ। ਤੇ ਮੇਰਾ ਇਹ ਹੁਣ ਮੈਂ ਅਨੁਮਾਨ ਆਪਣਾ ਬਣਾਇਆ ਵਾ, ਅਨੁਮਾਨ ਲਾਇਆ ਵੀ ਜੇ ਤੇ ਆਪਾਂ ਕੋਈ ਗੁਰਬਾਣੀ ਤੋਂ ਬਾਹਰ ਦਾ ਸਾਹਿਤ ਗਾਉਣੇ ਆ ਤੇ ਜੇ ਨਹੀਂ ਸਿਰ ਢੱਕਿਆ ਜਾਂਦਾ ਤੇ ਚਲੋ ਕੋਈ ਗੱਲ ਨਹੀਂ, ਤੇ ਪਰ ਜੇ ਬਾਣੀ ਚੋਂ ਸਾਹਿਤ ਗਾਉਣੇ ਆਪਾਂ ਜੀ ਤੇ ਉੱਥੇ ਸਿਰ ਢੱਕਣਾ ਬੜਾ ਜ਼ਰੂਰੀ ਆ। ਤੇ ਜੇ ਕਿਤੇ ਰਹਿ ਵੀ ਚਲੋ ਜਾਂਦਾ, ਮਾਫੀ ਕਈ ਥਾਈ ਨਹੀਂ ਹੁੰਦਾ, ਆਪਾਂ ਤੁਰੇ ਜਾਂਦੇ ਗਾਉਣ ਲੱਗ ਪੈਂਦੇ ਆ। ਹਾਂਜੀ। ਤੇ ਪਰ ਜਦੋਂ ਆਪਾਂ ਸਪੈਸ਼ਲ ਗਾਉਣੇ ਆ ਉਦੋਂ ਸਿਰ ਢੱਕਣਾ ਬਹੁਤ ਜ਼ਰੂਰੀ ਆ। ਇਹ ਤੇ ਨਾ ਮਤਲਬ ਉਹ ਜਿਹੜਾ ਟਾਈਮ ਸੀ ਉਹ ਬੜਾ ਮਤਲਬ ਮੁਗਲ ਹਕੂਮਤ ਸੀ। ਤੇ ਉਹਨਾਂ ਨੇ ਇਹਨੇ ਔਰੰਗਜ਼ੇਬ ਨੇ ਵੀ ਬੈਨ ਲਾਇਆ ਸੀ ਵੀ ਤੁਸੀਂ ਕਿਰਪਾਨ ਨਹੀਂ ਰੱਖ ਸਕਦੇ, ਸਿਰ ਤੇ ਪੱਗ ਨਹੀਂ ਬੰਨ ਸਕਦੇ। ਇਹ ਰਵਾਇਤ ਹੀ ਉੱਥੋਂ ਚੱਲੀ ਸੀ। 10ਵੇਂ ਪਾਤਸ਼ਾਹ ਨੇ ਆਖਿਆ ਸੀ ਵੀ ਘੋੜੇ ਤੇ ਨਹੀਂ ਚੜ ਸਕਦੇ, ਤੇ 10ਵੇਂ ਪਾਤਸ਼ਾਹ ਨੇ ਆਖਿਆ ਸੀ ਵੀ ਮੇਰੇ ਸਿੰਘ ਦੋ ਦੋ ਦਮਾਲੇ ਸਜਾਉਣਗੇ, ਦੋ ਦੋ ਕਿਰਪਾਨਾਂ ਰੱਖਣਗੇ, ਦੋ ਦੋ ਘੋੜਿਆਂ ਤੇ ਚੜਨਗੇ। ਉਹ ਅੱਜ ਉਹ ਪੂਰਾ ਉਤਰਨ ਡਿਆ। ਔਰ ਦੂਸਰੀ ਜਿਹੜੀ ਤੁਸੀਂ ਸਿਰ ਢੱਕਣ ਦੀ ਗੱਲ ਕੀਤੀ ਆ ਨਾ, ਇਹ ਕਿਤੇ ਨਾ ਕਿਤੇ ਸੰਤ ਮਸਕੀਨ ਜੀ ਵੀ ਦੱਸਦੇ ਰਹੇ, ਬੜੇ ਮਹਾਂਪੁਰਸ਼ ਸੀ ਉਹ। ਔਰ ਹੋਰ ਵੀ ਜੇ ਆਪਾਂ ਮਤਲਬ ਇਹਦੇ ਨੂੰ ਪੜ੍ਹਦੇ ਆ ਨਾ,
ਤੇ ਇਹ ਇੱਕ ਜਦੋਂ ਤੁਸੀਂ ਇੱਕ ਉਹ ਰੱਬੀ ਨੂਰ ਜਿਹੜਾ ਮਤਲਬ ਧੁਰ ਕਾਲ ਪੁਰਖ ਦੀ ਬਾਣੀ ਆ ਨਾ ਜਿਹੜੀ, ਉਹਨੂੰ ਜਦੋਂ ਪੜ੍ਹਦੇ ਜੇ ਨਾ ਤੇ ਕਿਤੇ ਨਾ ਕਿਤੇ ਸਿਰ ਦੇ ਵਿੱਚ ਊਰਜਾ ਇਕੱਠੀ ਹੁੰਦੀ ਹੈ। ਹਾਂਜੀ। ਤੇ ਇਹ ਜਿਹੜੇ ਸੰਤ ਮਹਾਂਪੁਰਸ਼ ਸੀ ਉਹ ਫਿਰ 30 ਗੱਜ ਦੀਆਂ ਉਦੋਂ ਮਲਮਲ ਦੀਆਂ ਪੱਗਾਂ ਬੰਨ੍ਹਦੇ ਹੁੰਦੇ ਸੀ। ਉਹ ਪੱਗਾਂ ਫਿਰ ਢੱਕਣੀ ਵੀ ਜਿਹੜੀ ਊਰਜਾ ਵਾ ਨਾ ਉਹ ਇੱਥੇ ਹੀ ਰਵੇ, ਵੀ ਇਹ ਮਤਲਬ ਵੇਸਟ ਨਾ ਹੋਵੇ, ਬਾਹਰ ਨਾ ਨਿਕਲੇ ਵੀ। ਤੇ ਇਹਦਾ ਇਹ ਵੀ ਕਾਰਨ ਆ। ਔਰ ਉਸ ਟਾਈਮ ਤੇ ਇਹ ਦਮਾਲੇ ਸਜਾਉਣੇ, ਜੰਗਾਂ ਯੁੱਧਾਂ ਦਾ ਟਾਈਮ ਸੀ, ਉਹ ਫਿਰ ਸਿਰ ਦਾ ਬਚਾਅ ਵੀ ਬੜਾ ਕਰਦੇ ਸੀ। ਹਾਂ, ਤੇ ਇਹ ਕਰਕੇ ਜਿਹੜੀ ਨਜ਼ਰ ਨਾਲ ਵੀ ਵੇਖੀਏ ਇਹ ਗੁਰੂ ਤੇ ਜਿਹੜੇ ਆ ਉਹ ਗੰਮੀ ਚੀਜ਼ ਸੀ ਤੇ ਉਹ ਹਰ ਥਾਂ ਤੇ ਫਿੱਟ ਪੈਂਦੇ ਆ। ਬਾਕੀ ਅੱਜ ਤੁਹਾਡਾ ਸਾਰਾ ਵੇਖ ਕੇ, ਤੁਹਾਡਾ ਇਹ ਪ੍ਰੇਮ ਵੇਖ ਕੇ ਆ ਮਤਲਬ ਬਹੁਤ ਜ਼ਿਆਦਾ ਵਿਰਸਾ ਤੁਸੀਂ ਇਕੱਠਾ ਕੀਤਾ ਵਾ। ਇਹ ਕਿਸ ਤਰ੍ਹਾਂ ਇਹ ਤੁਸੀਂ ਕੱਲਾ ਜਿਹੜਾ ਵਾ ਇਹ ਕਿਸ ਤਰ੍ਹਾਂ ਤੁਸੀਂ ਇਹ ਇਕੱਠਾ ਕੀਤਾ ਵਾ? ਬਸ ਇਹ ਨਾ ਮਿੱਟੀ ਨਾਲ ਮੋਹ ਜਿਹੜਾ ਬਣ ਜਾਂਦਾ ਨਾ, ਮਿੱਟੀ ਨਾਲ ਮੋਹ ਹੋਈ ਆ। ਤੇ ਜਿੱਦਾਂ ਤੁਹਾਨੂੰ ਵੀ ਮਿੱਟੀ ਨਾਲ ਮੋਹ ਇੱਥੇ ਲੈ ਆਇਆ, ਤੇ ਮੇਰਾ ਵੀ ਮਿੱਟੀ ਨਾਲ ਮੋਹ ਇਹ ਚੀਜ਼ਾਂ ਨੂੰ ਖਿੱਚਣਾ। ਅਸਲ 'ਚ ਨਾ ਮਿੱਟੀ ਨਾਲ ਮੋਹ ਜਿਹੜਾ ਤੁਸੀਂ ਆਖਿਆ ਨਾ, ਇਹ ਇਸ ਕਰਕੇ ਵੀ ਆ। ਮੈਂ ਅੱਗੇ ਵੀ ਇੱਕ ਥਾਂ ਤੇ ਸ਼ਬਦ ਬੋਲੇ ਸੀ, ਜਦੋਂ ਬੱਚਾ ਜੰਮਦਾ ਵਾ, ਹਾਂਜੀ, ਤੇ ਉਹਦਾ ਮਤਲਬ ਜਿਹੜਾ ਮਲ ਮੂਤਰ ਹੁੰਦਾ ਵਾ ਨਾ, ਹਾਂਜੀ ਹਾਂਜੀ, ਉਹ ਮਾਂ ਆਪਣੇ ਕੋਲ ਹੀ ਰੱਖਦੀ, ਹਾਂਜੀ ਹਾਂਜੀ, ਉਹ ਇਹ ਮਿੱਟੀ ਨੂੰ ਦੇ ਦਿੰਦੀ ਆ, ਮਤਲਬ ਸੁੱਟ ਦਿੰਦੀ ਆ, ਹਾਂਜੀ ਹਾਂਜੀ, ਇਹ ਉਹਨੂੰ ਆਪਣੇ ਰੰਗ 'ਚ ਰੰਗ ਲੈਂਦੀ, ਹਾਂਜੀ ਹਾਂਜੀ। ਉਸੇ ਤੋਂ ਫਿਰ ਖੁਰਾਕ ਬਣਦੀ ਹੈ। ਬਿਲਕੁਲ, ਉਹ ਖੁਰਾਕ ਸਾਡੇ ਮਾਪਿਓ ਖਾਂਦੇ ਆ, ਮਾਪਿਓ ਖਾਂਦੇ ਆ, ਉੱਥੋਂ ਹੀ ਬਿੰਦ ਬਣਦਾ, ਉੱਥੋਂ ਹੀ ਖੂਨ ਬਣਦਾ ਵਾ, ਮਾਂ ਦਾ ਖੂਨ ਬਣਦਾ, ਪਿਤਾ ਦਾ ਬਿੰਦ ਬਣਦਾ, ਹਾਂਜੀ ਹਾਂਜੀ, ਉੱਥੋਂ ਫੇਰ ਮਤਲਬ ਆਪਾਂ ਉਪਜਦੇ ਆ, ਹਾਂਜੀ ਹਾਂਜੀ, ਫਿਰ ਮਿੱਟੀ ਦੇ ਬਣੇ, ਫਿਰ ਸਾਰੀ ਕਿਰਿਆ ਮਿੱਟੀ ਦੀ। ਫਿਰ ਜਦੋਂ ਕੋਈ ਬੱਚਾ ਮਤਲਬ ਚੜਾਈ ਕਰ ਜਾਂਦਾ ਵਾ, ਸਵਾਦ ਛੱਡ ਜਾਂਦਾ ਵਾ, ਉਹ ਫਿਰ ਉਹਨੂੰ ਮਿੱਟੀ ਸੰਭਾਲਦੀ, ਮਾਂ ਨਹੀਂ ਸੰਭਾਲਦੀ। ਇਹਦਾ ਮਤਲਬ ਇਹ ਮਾਂ ਨੂੰ ਵੀ ਪਿਆਰੀ ਹੈ, ਇਹ ਮਾਂ ਨੂੰ ਵੀ ਇਹਦਾ ਦਰਜਾ ਜਿਹੜਾ ਬਹੁਤ ਉੱਚਾ ਵਾ। ਔਰ ਫਿਰ ਇਹ ਮਿੱਟੀ ਇਹੋ ਜਿਹੀ ਚੀਜ਼ ਆ ਵੀ ਇੱਥੇ ਮਿਰਚ ਲਾ ਦੋ ਤੇ ਉਹ ਕੌੜੀ ਆ, ਇੱਥੇ ਕਮਾਦ ਲਾ ਦੋ ਤੇ ਉਹ ਮਿੱਠਾ ਵਾ। ਇਹਦੇ ਚ ਕਿੰਨੇ ਗੁਣ ਆ। ਤੇ ਮਿੱਟੀ ਨਾਲ ਮੋਹ ਤੇ ਜਿਹੜਾ ਵਾ ਫਿਰ ਉਹ ਰੱਖਣਾ, ਜਿਹੜਾ ਜਿਹਦੀ ਅੰਤਰਾਤਮਾ ਜਾਗਦੀ ਆ, ਉਹ ਮਤਲਬ ਮਿੱਟੀ ਨਾਲ ਮੋਹ ਤੇ ਉਹਦਾ ਫਿਰ ਹੋਣਾ ਹੀ ਆ। ਤਦੇ ਤੇ ਲੋਕੀ ਆਂਦੇ ਆ ਵੀ ਜੇ ਜੀਂਦਿਆ ਜੀ ਨਹੀਂ ਗਏ, ਹੁਣ ਅਸੀਂ ਪਾਕਿਸਤਾਨ ਗਏ ਹਾਂ, ਤੇ ਜੇ ਜੀਂਦਿਆ ਜੀ ਨਹੀਂ ਗਿਆ ਤੇ ਮਰੇ ਨੂੰ ਹੀ ਉੱਥੇ ਦੱਬ ਦਿਓ, ਮਰੇ ਨੂੰ ਉੱਥੇ ਸਾੜ ਦਿਓ। ਹੁਣ ਸਾਡਾ ਪੰਜਾਬੀ ਪੂਰੀ ਦੁਨੀਆ 'ਚ ਵਸਦੇ ਆ, ਦੁਨੀਆ 'ਚ ਵਸਦੇ ਆ, ਤੇ ਉਹ ਉਹਨਾਂ ਦੇ ਫੁੱਲ ਲੈ ਕੇ ਜਾਂ ਉਹਨਾਂ ਦੀ ਡੈਡ ਬੋਡੀ ਲੈ ਕੇ ਫੇਰ ਪਿੰਡਾਂ 'ਚ ਆਉਂਦੇ। ਬਿਲਕੁਲ, ਉਹ ਮਿੱਟੀ ਦਾ ਮੋਹ ਜਿਹੜਾ ਵਾ, ਮੈਂ ਕੱਲ ਵੀ ਕਿਸੇ ਨੂੰ ਸੁਣ ਡਿਆ ਹਾਂ, ਅਸਲ 'ਚ ਜਿਹੜੀ ਪੰਜਾਬੀ ਆ ਨਾ, ਹਾਂਜੀ, ਇਹ ਚਨਾਬ ਤੋਂ ਲੈ ਕੇ ਤੇ ਬਿਆਸ ਦਰਿਆ ਦੇ ਵਿਚਕਾਰਲੀ ਜਿਹੜੀ ਮਿੱਟੀ ਆ ਨਾ, ਇੱਕ ਤੇ ਬੜੇ ਸੂਰਮੇ ਪੈਦਾ ਕਰਦੀ ਹੈ, ਹਾਂਜੀ, ਔਰ ਦੂਜਾ ਇਹਦੇ ਵਿੱਚੋਂ ਨਿਕਲੀ ਪੰਜਾਬੀ ਸਾਡੀ, ਹਾਂਜੀ, ਸਾਹਿਤ ਵੀ ਇੱਥੋਂ ਨਿਕਲਿਆ, ਸੂਰਮੇ ਵੀ ਇੱਥੋਂ ਨਿਕਲੇ, ਹਾਂਜੀ, ਕਲਮ ਤੇ ਤੇਗ ਮਤਲਬ ਇੱਥੋਂ ਨਿਕਲੀ ਆ, ਸਭ ਕੁਝ ਇੱਥੋਂ ਨਿਕਲਿਆ। ਮੈਨੂੰ ਮਿੱਟੀ ਦੀ ਗੱਲ ਚੇਤੇ ਆ ਗਈ ਜੀ, ਜਿਹੜਾ ਬਾਣੀ 'ਚ ਲਿਖਿਆ ਵੀ ਗੌਰ ਨਮਾਣੀ ਅੱਜ ਕਰੇ ਨੇ ਕਰਿਆ ਕਰਿਆ, ਤੇ ਇਸੇ ਗੱਲ ਨੂੰ ਸ਼ਿਵ ਕੁਮਾਰ ਫਰੀਦ ਸਾਹਿਬ ਦੀ ਬਾਣੀ, ਹਾਂਜੀ ਹਾਂਜੀ, ਇਸੇ ਗੱਲ ਨੂੰ ਸ਼ਿਵ ਕੁਮਾਰ ਲਿਖਦਾ ਜੀ ਵੀ ਕਬਰਾਂ ਉਡੀਕਦੀਆਂ ਜਿਉਂ ਪੁੱਤਰਾਂ ਨੂੰ ਮਾਵਾਂ। ਮਤਲਬ ਉਸੇ ਗੱਲ ਨੂੰ ਮਤਲਬ ਉਹ ਦੂਜੇ ਪਾਸੇ ਉਹਦੇ ਸਾਹਮਣੇ ਪਾਸੇ ਨੂੰ ਕਹਿਣ ਡਿਆ ਵੀ ਕਬਰਾਂ ਉਡੀਕਦੀਆਂ ਜਿਉਂ ਪੁੱਤਰਾਂ ਨੂੰ ਮਾਵਾਂ। ਬੜੀ ਕਮਾਲ ਕੀਤੀ ਸ਼ਿਵ ਕੁਮਾਰ ਬਟਾਲਵੀ ਨੇ ਵੀ, ਪੰਜਾਬੀ ਨੂੰ ਬਹੁਤ ਵੱਡਾ ਉਹਨੇ ਮਤਲਬ ਠੁਮਣਾ ਦਿੱਤਾ ਕਹਿ ਲਓ। 38 ਸਾਲ ਦੀ ਉਮਰ 'ਚ ਉਹ ਚੜਾਈ ਕਰ ਗਿਆ ਸੀ, ਪਰ ਉਹ ਕਮਾਲ ਕਰ ਗਿਆ, ਕਮਾਲ ਕਰ ਗਿਆ ਬਹੁਤ। ਲਿਖਣ ਦੀ ਵੀ ਉਹਦੀ ਸਪੀਡ ਜ਼ਿਆਦੀ, ਤੇ ਮਰਨ ਚਲੋ ਛੇਤੀ ਸ਼ਾਇਦ ਚਲੇ ਜਾਣਾ ਉਹਨੂੰ, ਤਾਂ ਕਰਕੇ ਇੰਨਾ ਜ਼ਿਆਦਾ ਲਿਖ ਗਿਆ। ਬਿਲਕੁਲ ਬਿਲਕੁਲ। ਤੇ ਇਹ ਤੁਸੀਂ ਮਤਲਬ ਇਹ ਤੁਹਾਨੂੰ ਬਚਪਨ ਤੋਂ ਹੀ ਇਹਨਾਂ ਦਾ ਇਕੱਠਿਆਂ ਕਰਨ ਦਾ, ਮਤਲਬ ਸਾਰਿਆਂ ਨੂੰ ਸਾਹਮਣੇ ਰੂਬਰੂ ਰੱਖਣ ਦਾ, ਜਾਂ ਇਤੋਂ ਤੁਹਾਨੂੰ ਕੋਈ ਪ੍ਰੇਰਨਾ ਵੀ ਮਿਲਦੀ ਆ ਵੀ ਇਹ ਵੇਖ ਕੇ ਯਾਦ ਆਉਂਦਾ ਵਾ ਵੀ ਮੈਂ ਆਹ ਕਰਾਂ? ਬਾਕੀ ਜਿਹੜੀ ਉਹ ਤੇ ਉਹਦੀ ਖੁਦਾ ਦੀ ਬਖਸ਼ਿਸ਼ ਆ ਵੀ ਉਹ ਜੋ ਉਤਰਦਾ ਵਾ ਉਹ ਮਤਲਬ ਕਲਮ ਬੰਦ ਹੋ ਜਾਂਦਾ ਵਾ। ਇਹਦੇ ਬਾਰੇ ਕੁਝ ਦੱਸੋ ਸਰ। ਪ੍ਰੇਰਨਾ ਤੇ ਮਿਲਦੀ ਜਦੋਂ ਆਪਣਾ ਚਾਚ ਫਿਰ ਸਿਰਜਣਾ ਹੁੰਦੀ ਨਾ, ਆਪਣਾ ਤੱਤੇ ਵਕਤ ਧਿਆਨ, ਮਤਲਬ ਉਹ ਗੱਲਾਂ ਕਰਨੀਆਂ, ਉਹ ਖਾਣਾ, ਉਹ ਪੀਣਾ, ਉਹ ਵਿਚਾਰ ਹੋਣੇ, ਉਹਨਾਂ ਨੂੰ ਵੇਖਣਾ, ਤੇ ਉਹ ਕੁਛ ਨਾਲ ਆਪ ਅੰਦਰ ਇੱਕ ਸ਼ੌਕ ਹੁੰਦਾ ਵਾ। ਜਿੱਦਾਂ ਕਿਸੇ ਨੂੰ ਸ਼ੌਕ ਹੁੰਦਾ ਮੈਂ ਆਹ ਕਰਾਂ, ਮੈਂ ਆਹ ਕਰਾਂ, ਕਿਸੇ ਨੂੰ ਸ਼ੌਕ ਹੁੰਦਾ ਮੈਂ ਪਲੇਅਰ ਬਣਾ, ਕੁਛ ਬਣਾ, ਤੇ ਆਪਾਂ ਨੂੰ ਇਹ ਸ਼ੌਕ ਆ ਇਹਨਾਂ ਚੀਜ਼ਾਂ ਦਾ।
ਬਿਲਕੁਲ ਠੀਕ ਹੈ। ਤੇ ਕਿੰਨਾ ਚਿਰ ਹੋ ਗਿਆ ਤੁਹਾਨੂੰ ਲਿਖਦਿਆਂ ਨੂੰ? ਇਹ 2006 ਦਾ ਮੇਰੇ ਹਿਸਾਬ ਨਾਲ ਲਿਖਣ ਲੱਗਾ। ਅੱਛਾ 2005-4 ਦਾ ਵੀ ਉਦੋਂ ਪਹਿਲਾਂ ਵੀ ਲਿਖਦਾ, ਤੇ 6 ਦੇ ਵਿੱਚ ਥੋੜਾ ਜਿਹਾ ਕਹਿਣ ਲੱਗ ਪਏ ਵੀ ਵਧੀਆ ਲਿਖਦਾ, ਮਤਲਬ ਸੁਣਨ ਵਾਲੇ ਕੁਝ ਕਵਿਤਾ ਸਮਝਣ ਵਾਲੇ। ਤੇ ਤੁਸੀਂ ਇਹ ਦੱਸੋ ਵੀ ਤੁਸੀਂ ਆਪਣਾ ਪਿੰਡ ਜਿਹੜਾ ਵਾ ਉਹ ਕਿਉਂ ਛੱਡਤਾ, ਇੱਥੇ ਕਿਉਂ ਆ ਗਏ ਜੀ? ਇਹ ਮੈਂ ਨਾ ਅੰਮ੍ਰਿਤਸਰ ਰਹਿਣਾ ਉੱਥੇ, ਤੇ ਕਾਲਜ ਚੋਂ ਹਟਿਆ ਮੈਂ, ਥੋੜਾ ਚਿਰ ਉੱਥੇ ਰਿਹਾ ਅੰਮ੍ਰਿਤਸਰ। ਕਾਲਜ 'ਚ ਨੌਕਰੀ ਕਰਦੇ ਹੋ? ਹਾਂਜੀ ਹਾਂਜੀ। ਅੱਛਾ, ਕੀ ਕੰਮ ਕਾਰ ਸੀ ਉੱਥੇ? ਹੈਲਪਰ। ਹੈਲਪਰ। ਹਾਂਜੀ ਹਾਂਜੀ। ਕਿੰਨੀ ਕੁ ਤਨਖਾਹ ਮਿਲਦੀ ਸੀ? ਤਨਖਾਹ ਜਦੋਂ ਮੈਂ ਲੱਗਾ ਉਦੋਂ ਹੈਗੀ 4800 ਰੁਪਇਆ, ਜਦੋਂ ਮੈਂ ਹਟਿਆ ਉਦੋਂ 6000 ਸੀ। ਅੱਛਾ, ਕਿੰਨਾ ਚਿਰ ਕੀਤੀ ਨੌਕਰੀ? 5 ਸਾਲ ਦੇ ਹੋ ਹੀ ਗਏ। ਅੱਛਾ 5 ਸਾਲ। ਠੀਕ ਆ। ਉਦੋਂ ਫਿਰ ਉੱਥੇ ਕਿਰਾਏ ਤੇ ਰਹਿੰਦੇ ਹੋ? ਨਹੀਂ ਨਹੀਂ, ਮੇਰੇ ਨਾ ਇਹ ਗੱਲੋਂ ਮੈਨੂੰ ਵੀ ਮੇਰੇ ਮਿੱਤਰਾਂ ਨੇ ਨਾ ਤੇ ਬਹੁਤ ਸਹਾਇਤਾ ਕੀਤੀ। ਕਾਲਜ ਵਿੱਚ ਵੀ ਜਿਹੜਾ ਦਲਿੰਦਰ ਸਿੰਘ ਜੀ ਸੀ, ਅੱਛਾ, ਉਹਨਾਂ ਨੇ ਮੈਨੂੰ ਕਮਰਾ ਦਿੱਤਾ ਸੀ ਕਾਲਜ ਵਿੱਚ ਰਹਿਣ, ਜਿਹੜਾ ਹੋਸਟਲ ਹੁੰਦਾ ਉਹਦੇ 'ਚ। ਤੇ ਬਾਅਦ ਵਿੱਚ ਚਲੋ ਉੱਥੇ ਮੁੰਡੇ ਹੀ ਨਾਲ ਨਹੀਂ, ਕਈ ਵਾਰ ਵਿਚਾਰ ਨਹੀਂ ਰਲਦੇ, ਤੇ ਫਿਰ ਭਾਜੀ ਭਾਈ ਸੰਦੀਪ ਸਿੰਘ ਵਾਲਾ, ਉਹਨਾਂ ਕਿਹਾ ਵੀ ਸਾਡੇ ਉੱਥੇ ਘਰ ਆ ਜਾ, ਉੱਥੇ ਕਮਰਾ। ਤੇ ਫਿਰ ਮੈਂ ਮਤਲਬ 2.5 ਸਾਲ ਮੈਂ ਉੱਥੇ ਰਿਹਾ ਹੋਸਟਲ 'ਚ, 2.5 ਸਾਲ ਮੈਂ ਉਹਨਾਂ ਕੋਲ ਰਿਹਾ। ਅੱਛਾ ਅੱਛਾ। ਤੇ ਫਿਰ ਮੈਂ ਪਿੰਡ ਆ ਗਿਆ। ਅੱਛਾ, ਮੈਨੂੰ ਇਹ ਦੱਸਿਓ ਵੀ ਇਹ ਜਿੰਨੇ ਤੁਸੀਂ ਤਸਵੀਰਾਂ ਲਾਈਆਂ ਵਾ, ਇਹਨਾਂ ਚੋਂ ਤੁਸੀਂ ਮਿਲੇ ਕਿਹਨੂੰ ਜੇ, ਔਰ ਇਹਨਾਂ ਚੋਂ ਸੁਪਨੇ 'ਚ ਖਾਬ 'ਚ ਕੌਣ ਕੌਣ ਹੁੰਦਾ? ਖਾਬ ਦੇ ਵਿੱਚ ਕਿਉਂਕਿ ਇੰਨਾ ਤੁਹਾਨੂੰ ਪ੍ਰੇਮ ਹੈ ਇਹਨਾਂ ਨਾਲ, ਤੇ ਸੁਪਨੇ 'ਚ ਵੀ ਦਰਸ਼ਨ ਹੁੰਦੇ ਹੋਣੇ ਕਿਤੇ? ਮੈਨੂੰ ਸ਼ਾਇਦ ਯਾਦ ਨਹੀਂ ਆ, ਤੇ ਪਰ ਮੈਂ ਕੁਝ ਹਸਤੀਆਂ ਹੈਗੀਆਂ ਉਹਨਾਂ ਨੂੰ ਮਿਲ ਸਕਿਆ ਇਹਨਾਂ 'ਚ। ਅੱਛਾ। ਤੇ ਕਈਆਂ ਨੂੰ ਨਹੀਂ ਮਿਲ ਸਕਿਆ। ਸਾਧ ਬਰਕੇ ਸਿੱਧੂ ਹੋਣਾ ਦਾ ਮੇਰਾ ਬੜਾ ਮਨ ਸੀ ਵੀ ਮੈਂ ਇਹਨਾਂ ਨੂੰ ਮਿਲਾਂ। ਅੱਛਾ। ਇਹਨਾਂ ਨੂੰ ਮੈਂ ਮਿਲ ਨਹੀਂ ਸਕਿਆ। ਅੱਛਾ। ਹਾਂਜੀ ਹਾਂਜੀ। ਬਾਕੀ ਕ੍ਰਿਸ਼ਨ ਜੋਗਾ ਸਿੰਘ ਜੋਗੀ ਬਾਪੂ, ਉਹਨਾਂ ਨੂੰ ਮਿਲ ਕੇ ਆਇਆ ਸਪੈਸ਼ਲ। ਅੱਛਾ। ਹਾਂਜੀ ਹਾਂਜੀ। ਠੀਕ ਹੈ। ਤੇ ਤੁਸੀਂ ਪਹਿਲਾਂ ਮਤਲਬ ਮਜ਼ਦੂਰੀ ਵੀ ਕਰਦੇ ਰਹੇ ਜੀ? ਹਾਂਜੀ ਹਾਂਜੀ। ਅੱਛਾ, ਉੱਥੇ ਮੰਨਣੀ ਕਿ ਇੱਥੇ ਵੀ? ਨਹੀਂ, ਉੱਥੇ ਮੰਨਣੀ। ਅੱਛਾ। ਪਹਿਲਾਂ ਆਮ ਮੰਡੀਆਂ 'ਚ ਵੀ ਕੰਮ ਕੀਤਾ। ਅੱਛਾ। ਤੇ ਦਿਹਾੜੀ ਵੀ ਜਾਣਾ। ਅੱਛਾ। ਫਿਰ ਖਾਲਸਾ ਕਾਲਜ ਲੱਗ ਗਏ, ਇੱਥੇ ਆ ਗਏ। ਠੀਕ ਹੈ, ਜਿੱਥੇ ਦਾਣਾ ਪਾਣੀ ਖਿੱਚ ਲਿਆਉਂਦਾ ਵਾ ਉੱਥੇ ਫਿਰ। ਤੇ ਮਤਲਬ ਹੁਣ ਗੁਜ਼ਾਰਾ ਠੀਕ ਆ? ਹਾਂਜੀ ਹਾਂਜੀ, ਬਹੁਤ ਵਧੀਆ। ਠੀਕ ਆ। ਬਾਂਹ ਫੜੀ ਕਿਸੇ ਨੇ ਜਿਨ੍ਹਾਂ ਨੇ ਤੁਹਾਡੇ ਗਾਣੇ ਗਾਏ ਆ? ਕਿਹੜੇ ਸਿੰਗਰਾਂ ਨੇ ਗਾਣੇ ਗਾਏ ਆ ਤੁਹਾਡੇ? ਇਹ ਮਨਮੋਹਨ ਵਾਸ, ਕਮਲੀਰ, ਐਮੀ ਵਿਰਕ, ਅਮਰਿੰਦਰ ਗਿੱਲ, ਰਣਜੀਤ ਬਾਵਾ, ਧੀਰਾ ਗਿੱਲ, ਬਾਲੀ ਢਿੱਲੋਂ, ਇੱਕ ਨਵਾਂ ਮੁੰਡਾ ਇਬਰਾਹਿਮ। ਵਾਹ, ਫਿਰ ਤੇ ਮਤਲਬ ਸਾਰੇ ਤਕਰੀਬਨ ਜਿਹੜੇ ਚੋਟੀ ਦੇ ਸਿੰਗਰ ਆ ਉਹਨਾਂ ਨੇ ਤੁਹਾਡੇ ਗਾਣੇ ਜਿਹੜੇ ਆ ਉਹ ਗਾਏ ਆ? ਹਾਂਜੀ। ਤੇ ਮਦਦ ਵੀ ਕੀਤੀ ਉਹਨਾਂ ਨੇ? ਬਸ ਜਿੰਨਾ ਕਿ ਚਲੋ ਬਣਦਾ। ਨਹੀਂ ਫਿਰ ਵੀ ਮਤਲਬ ਖੁੱਲ ਕੇ ਦੱਸੋ ਜਰਾ, ਖੁੱਲ ਕੇ। ਫਿਰ ਵੀ ਸਭ ਤੋਂ ਵੱਧ ਕਿਹਨੇ ਬਾਂਹ ਫੜੀ ਆਪਣੀ? ਚਲੋ ਜੋ ਰੇਟ ਚੱਲਦਾ ਜਾਂ ਕਿਸ ਤਰ੍ਹਾਂ ਦੇ ਦਿੱਤਾ ਉਹਨਾਂ ਨੇ। ਕਿੰਨਾ ਕੁ ਮਤਲਬ ਗਾਣੇ ਦਾ ਦੇ ਦਿੰਦੇ ਆ? ਜਿੰਨਾ ਕੁ ਮੇਰਾ ਰੇਟ ਹੀ, ਕਿਉਂਕਿ ਹਰ ਬੰਦੇ ਤੁਹਾਡਾ ਦੇ ਰੇਟ ਤੁਹਾਡੇ ਕੋਲ ਤੇ ਮੈਂ ਮੁੱਕ ਵੀ ਲੈ ਜਾਊਂਗਾ ਤੁਹਾਡੀਆਂ ਕਿਤਾਬਾਂ। ਜਿਸ ਤਰ੍ਹਾਂ ਦਾ ਤੁਹਾਡਾ ਸੁਭਾਅ ਵਾ, ਮੈਂ ਹੁਣੇ ਮੈਂ ਜੋ ਆਖਾਂ ਤੁਸੀਂ ਨਾ ਹੀ ਕਰਨੀ ਵੀ, ਜੋ ਮੈਂ ਤੁਹਾਡਾ ਸੁਭਾਅ ਵੇਨਾ ਵਾ। ਤੇ ਪਰ ਫਿਰ ਵੀ ਮਤਲਬ ਕਿੰਨੇ ਕੁ ਪੈਸੇ ਦਿੰਦੇ ਰਹੇ ਇਹ ਦੱਸੋ ਜਰਾ, ਖੁੱਲ ਕੇ ਦੱਸੋ ਜਰਾ। ਉਧਰ ਕੈਮਰੇ ਵਾਲ ਨੂੰ ਉਦੋਂ 20,000 ਰੁਪਈਆ ਹੀ ਚੱਲਦਾ ਸੀ ਗਾਣੇ ਦਾ। ਅੱਛਾ। ਤੇ ਜਦੋਂ ਨਵੇਂ ਗਾਣੇ ਸ਼ੁਰੂ ਹੋਏ ਆ, ਪਹਿਲਾਂ ਤੇ ਚਲੋ ਕਈਆਂ ਗਾਣੇ ਤੇ ਨਹੀਂ ਹੁੰਦੇ। ਮਨਮੋਹਨ ਭਾਜੀ ਹੋਣਾ ਵੀ ਚਲੋ ਜਿੰਨੇ ਕੁ ਉਦੋਂ ਚੱਲਦੇ ਸੀ, ਉਦੋਂ ਨਵੇਂ ਕਲਾਕਾਰ ਨੂੰ ਪੈਸੇ ਮਿਲਦੇ ਨਹੀਂ। ਅੱਛਾ। ਗੀਤਕਾਰ ਨੂੰ ਤੇ ਕਿਤੇ ਨਾ ਕਿਤੇ ਉਹਨਾਂ ਵੀ ਚਲੋ ਮਾਣ ਕੀਤਾ ਸੀ। ਅੱਛਾ। ਤੇ ਉਦੋਂ ਇੰਨੇ ਕਿ 20-25,000 ਰੁਪਈਆ ਹੀ। ਠੀਕ ਹੈ। ਤੇ ਜਦੋਂ ਕਤਾਰੇ ਗੀਤ ਤੋਂ ਬਾਅਦ ਚ ਥੋੜਾ ਜਿਹਾ ਮੈਂ ਰੇਟ ਕਮ ਮੰਗਣ ਲੱਗਾ। ਅੱਛਾ। ਹਾਂਜੀ ਹਾਂਜੀ। ਠੀਕ ਹੈ। ਤੇ ਕੋਈ ਸਿੰਗਰ ਤੁਹਾਡੇ ਕੋਲ ਪਿੰਡ ਵੀ ਆਇਆ ਇੱਥੇ? ਹਾਂਜੀ ਹਾਂਜੀ, ਨਵੇਂ ਮੁੰਡੇ ਆ ਜਾਂਦੇ। ਨਹੀਂ, ਜਿਨ੍ਹਾਂ ਨੇ ਤੁਹਾਡੇ ਗਾਣੇ ਗਾਏ ਆ ਉਹਨਾਂ ਚੋਂ ਕੌਣ ਆਇਆ ਤੁਹਾਨੂੰ ਮਿਲਣ? ਮਤਲਬ ਤੁਹਾਡੇ ਗੀਤਾਂ ਨਾਲ ਨਹੀਂ, ਜਿਹਨੇ ਤੁਹਾਡੇ ਨਾਲ ਪ੍ਰੇਮ ਕੀਤਾ ਉਹ ਕਿਹੜਾ ਸੀ? ਮਤਲਬ ਉਹ ਜਿਹਨੂੰ
ਤੁਹਾਡੇ ਨਾਲ ਪ੍ਰੇਮ ਹੈ ਉਹਨੇ ਹੀ ਆਉਣਾ ਇੱਥੇ ਮਿਲਣ ਚੇਚਾ ਵੀ ਮੈਂ ਵੇਖ ਕੇ ਆਵਾਂ ਵੀ ਚੈਨਲ ਖਾਲੀ ਕਿਹੜਾ ਵਾ ਕਿੱਦਾਂ ਦਾ ਵਾ। ਕਿਸੇ ਵੇਲੇ ਤੇ ਹੁੰਦਾ ਹੀ ਨਹੀਂ ਨਾ ਵੀ ਗਾਂ ਦਾ ਗਾਂ ਤੁਰ ਗਿਆ। ਇਹ ਤੇ ਜੇ ਤੇ ਆਪਾਂ ਪ੍ਰੋਫੈਸ਼ਨਲ ਮਤਲਬ ਕਲਾਕਾਰਾਂ ਦੀ ਗੱਲ ਕਰੀਏ, ਕਈ ਵਾਰ ਤੇ ਚਲੋ ਉਹਨਾਂ ਦਾ ਸਮਾਂ ਨਹੀਂ ਜਾਂ ਕੁਝ ਸੁਭਾਅ ਨਹੀਂ, ਕੁਝ ਮੇਰੇ ਵਿਚਾਰ ਨਹੀਂ ਰਲਦੇ ਉਹਨਾਂ ਨਾਲ, ਤੇ ਪਰ ਆਪਾਂ ਉਸ ਤਰ੍ਹਾਂ ਇੱਥੇ ਉਹ ਬੰਦੇ ਮਤਲਬ ਆ ਗਏ ਮਹਾਨ ਕਹਿ ਸਕਦੇ ਆ, ਜੇ ਮੇਰੇ ਵਰਗਾ ਸੋਚ ਨਹੀਂ ਸਕਦਾ ਵੀ ਇਹ ਵੀ ਲੋਕ ਇੱਥੇ ਆ ਗਏ। ਨਾਂ ਤੇ ਦੱਸੋ ਕਿਸੇ ਦਾ। ਤੇ ਮੈਂ ਇਹ ਨਹੀਂ ਕਹਿ ਸਕਦਾ ਉਹਨਾਂ ਦਾ ਨਾਂ ਨਹੀਂ ਆ, ਕਈ ਵਾਰ ਬੰਦੇ ਦਾ ਸਮਾਜ ਨਹੀਂ ਉਹਨਾਂ ਨੂੰ ਜਾਣਦਾ ਹੁੰਦਾ, ਉਹ ਬੜੇ ਵੱਡੇ ਬਿਲਕੁਲ ਹਾਂਜੀ ਬੜੀ ਵੱਡੀ ਸ਼ਖਸੀਅਤ ਹੁੰਦੀ ਹੈ। ਹਾਂਜੀ ਹਾਂਜੀ। ਨਹੀਂ ਜਿਹੜੇ ਸਿੰਗਰਾਂ ਦੇ ਗਾਣੇ ਗਾਏ ਉਹਨਾਂ ਚੋਂ ਤੁਹਾਨੂੰ ਕੌਣ ਮਿਲਦਾ ਹੈ ਇੱਥੇ? ਰਾਜਵੀਰ ਜਵੰਦਾ ਆਇਆ ਇੱਥੇ। ਅੱਛਾ ਹਾਂਜੀ ਹਾਂਜੀ। ਮਤਲਬ ਗਾਣੇ ਨਹੀਂ ਉਹਨਾਂ ਗਾਏ, ਉਸ ਤਰ੍ਹਾਂ ਆਏ ਮਿਲਣ। ਹੋਰ ਵੀ ਨਵੇਂ ਮੁੰਡੇ ਆਏ ਆ, ਮੈਂ ਕਈ ਵਾਰ ਬਾਅਦ ਚ ਸਿੰਗਰ ਬਣੇ। ਇੱਕ ਸੱਚ ਹਿੰਮਤ ਸੰਧੂ, ਤੇ ਉਹਦਾ ਉਦੋਂ ਗਾਣੇ ਆਏ, ਉਦੋਂ ਮੈਨੂੰ ਪਤਾ ਨਹੀਂ, ਫਿਰ ਮੁੰਡਿਆਂ ਨੇ ਮੋਬਾਈਲ 'ਚ ਗਾਣੇ ਦਿਖਾਏ। ਹਾਂਜੀ ਹਾਂਜੀ। ਤੇ ਉਹਨੇ ਵੀ ਮੈਨੂੰ ਦਿਖਾਏ। ਮੈਂ ਆਖਿਆ ਚੱਲ ਜਿਸ ਤਰ੍ਹਾਂ ਨਵੇਂ ਮੁੰਡੇ ਗਾਣੇ ਕਰਦੇ ਉਸ ਤਰ੍ਹਾਂ ਦਾ ਹੋਣਾ, ਪਰ ਬਾਹਰ ਗਲੀ ਤੇ ਭੀੜ ਲੱਗੀ ਕਿ ਹਰੇ ਘਰ ਕਲਾਕਾਰ। ਫਿਰ ਤੁਹਾਨੂੰ ਪਤਾ ਲੱਗਾ ਵੀ ਇਹ ਵਾਵਾ ਨਾਮ ਹਿੰਮਤ ਸੰਧੂ ਦਾ। ਠੀਕ ਹੈ। ਅੱਛਾ, ਸਾਹਮਣੇ ਮੈਂ ਨੁਸਰਤ ਸਾਹਿਬ ਦੀ ਫੋਟੋ ਵੇਖਣ ਡਿਆ ਵਾਂ। ਹੁਣ ਮੈਂ ਪਾਕਿਸਤਾਨ ਗਿਆ ਹਾਂ ਤੇ ਪਾਕਿਸਤਾਨ ਮੇਰੇ ਨਾਲ ਇੱਕ ਜਨੂਨ ਦੀ ਹੱਦ ਤੱਕ ਉਹਨੇ ਆਪਣੇ ਇੱਥੇ ਟੈਟੂ ਬਣਾਇਆ ਸੀ, ਸੋਨੂੰ ਮੋਗੇ ਤੋਂ ਆਓ, ਤੇ ਉਹ ਆਂਦਾ ਵੀ ਮੈਂ ਇਹਨਾਂ ਦੀ ਮਤਲਬ ਕਬਰ ਤੇ ਜਾਣਾ ਵਾ, ਸਮਾਧ ਤੇ। ਤੇ ਉਹ ਫਿਰ ਮੇਰੇ ਪਿੰਡ ਦੇ ਲਾਗੇ, ਮੈਂ ਵੀ ਪਿੰਡ ਗਿਆ ਹਾਂ, ਫਿਰ ਉਹ ਚੇਚਾ ਇੱਥੇ ਜਾ ਕੇ ਆਇਆ, ਇਹਨਾਂ ਦੀ ਕਬਰ ਤੇ ਸਜਦਾ ਕਰਕੇ ਆਇਆ। ਤੇ ਕਦੀ ਤੁਸੀਂ ਵੀ ਮਤਲਬ ਸੋਚਿਆ ਵਾ ਵੀ ਮੈਂ ਵੀ ਉੱਥੇ ਜਾਵਾਂ, ਇਹ ਦੇਖਾਂ ਇਹਨਾਂ ਦਾ ਵੀ ਕਿੱਥੇ ਇਹਨਾਂ ਨੂੰ ਦਫਨਾਇਆ ਗਿਆ ਵਾ, ਕਿੱਥੇ? ਤੁਹਾਡੇ ਦਿਮਾਗ 'ਚ ਕਦੀ ਆਈ ਇਹ ਗੱਲ? ਮੇਰੇ ਅੰਦਰ ਜ਼ਿਆਦਾ ਇਹ ਲਾਹੌਰ ਸ਼ਹਿਰ ਵੇਖਣ ਦਾ ਚਾਹ ਜਾਂ ਵਾਰਿਸ ਸ਼ਾਹ ਦੀ ਮਜ਼ਾਰ ਵੇਖਣ ਦਾ ਚਾਹ ਹੈ। ਤੇ ਤੁਹਾਨੂੰ ਲੈ ਜਾਂਦੇ ਅਗਲੀ? ਹਾਂਜੀ ਹਾਂਜੀ। ਤੇ ਕਿਉਂ ਹੀ ਵਾਰਿਸ ਸ਼ਾਹ ਨੇ, ਕਿਉਂ ਹੀ ਤੇ ਵਾਰਿਸ ਸ਼ਾਹ ਨੇ ਸਾਰਾ ਪੰਜਾਬ ਆਪਣੀ ਕਵਿਤਾ ਵਿੱਚ ਸਮਾਤਾ ਵਾ। ਉਹ ਥੋੜਾ ਜਿਹਾ ਸੁਣਾਓਗੇ? ਹਾਂਜੀ, ਮੈਂ ਤੁਹਾਨੂੰ ਵਾਰਿਸ ਸ਼ਾਹ ਮਤਲਬ ਜਿਸ ਤਰ੍ਹਾਂ ਸਵੇਰ ਦੀ ਗੱਲ ਕਰਦਾ ਵਾਰਿਸ ਸ਼ਾਹ ਜੀ, ਜਿਹੜਾ ਲੋਕੀ ਕਾਰੋਬਾਰ ਕੰਮੀ ਕਰੀ ਜਾਂਦੇ ਆ, ਕਹਿੰਦਾ ਉਹ ਚਿੜੀ ਚੂਕ ਦੀ ਨਾਲ ਜਾਂ ਤੁਰੇ ਪਾਂਦੀ, ਪਈਆਂ ਦੁੱਧ ਦੇ ਵਿੱਚ ਮਧਾਣੀਆਂ ਨੀ, ਕਾਰੋਬਾਰ ਵਿੱਚ ਹੋਇਆ ਜਾਨ ਸਾਰਾ, ਚਰਖੇ ਕੱਤਦੀਆਂ ਉੱਠ ਸਵਾਣੀਆਂ ਨੇ, ਇੱਕ ਉੱਠ ਕੇ ਹਾਲੀ ਤਿਆਰ ਹੋਏ, ਤੇ ਇੱਕ ਢੂੰਡਦੇ ਫਿਰਨਾ ਪਰਾਣੀਆਂ ਨੀ, ਕਾਰੋਬਾਰ ਨਾ ਚੱਕੀਆਂ ਚੋਤੀਆਂ ਨੇ, ਤੇ ਜਿੰਨਾ ਤੌਣਾ ਗੁਣ ਪਕਾਣੀਆਂ ਨੇ। ਵੇਖੋ ਕਿੱਡੀ ਕਮਾਲ ਦੀ ਗੱਲ ਇੱਕ ਨੋਟ ਕੀਤੀ ਮੈਂ ਤੁਹਾਡੀ ਵੀ, ਤੌਣਾ ਜਿਹੜੀਆਂ ਨਾ ਉਹ ਪੁਰਾਣੀਆਂ ਵੀ ਇਹ ਨਹੀਂ ਤੌਣ ਬੰਦੇ ਦਿਹਾੜੀ ਤੇ ਖੜਨੇ ਹੈ, ਤੇ ਉਹ ਇੱਕੋ ਇੱਕ ਜਨਾਨੀ ਜਿਹੜੀ ਵਾਕਿਆ ਹੀ ਉਹ ਸਾਡੀ ਤੌਣ ਗਾਉਂਦੀ ਹੁੰਦੀ ਸੀ ਤੇ ਪਕਾਉਣੀਆਂ, ਤੇ ਬੜੀ ਕਮਾਲ ਦੀ ਗੱਲ ਆ। ਇਹ ਪੰਜਾਬੀ ਅੱਜ ਮੁੱਕੀ ਗਈ ਹੈ। ਬਿਲਕੁਲ, ਇਹ ਬੜਾ ਦੁੱਖ ਹੁੰਦਾ ਵਾ। ਇਹ ਉਧਰ ਅਜੇ ਕਿਤੇ ਕਿਤੇ ਮਿਲਦੀ ਜੇ ਪੁਰਾਣੇ ਬਜ਼ੁਰਗ ਜਿਹੜੇ ਆ ਨਾ, ਉਹ ਇਹ ਪੰਜਾਬੀ ਬੋਲਦੇ ਆ। ਇਹ ਪੰਜਾਬੀ ਅਸਲ 'ਚ ਨਾ ਜਦੋਂ ਮਤਲਬ ਜਿਹੜਾ ਕਿਸੇ ਜਿਸ ਤਰ੍ਹਾਂ ਰੂਸ ਨੇ ਲਾਗੇ ਲਾਗੇ ਦੇਸ਼ਾਂ ਤੇ ਕਬਜ਼ਾ ਕੀਤਾ, ਅੱਜ ਧਰਤੀ ਦਾ ਜਿਹੜਾ ਵਾ ਨਾ ਤੀਸਰਾ ਹਿੱਸਾ ਕੱਲੇ ਰੂਸ ਕੋਲ। ਹਾਂਜੀ, ਉਹ ਕੀ ਕਰਦੇ ਆ ਵੀ ਉੱਥੋਂ ਦੀ ਭਾਸ਼ਾ ਨੂੰ ਖਤਮ ਕਰਦੇ। ਜਦੋਂ ਭਾਸ਼ਾ ਖਤਮ ਹੋ ਜਾਂਦੀ ਹੈ ਨਾ ਤੇ ਬੰਦਾ ਆਪਣੇ ਵਿਰਸੇ ਤੋਂ ਟੁੱਟ ਜਾਂਦਾ, ਫਿਰ ਉਹ ਆਪਣਾ ਇਤਿਹਾਸ ਤੋਂ ਟੁੱਟ ਜਾਂਦਾ। ਜਦੋਂ ਇਤਿਹਾਸ ਭੁੱਲ ਜਾਂਦਾ ਨਾ ਵੀ ਸਾਡੇ ਪਿਛਲੇ ਇਤਿਹਾਸ ਕੀ, ਤੇ ਫਿਰ ਉਹ ਮਤਲਬ ਕਿਸੇ ਦਾ ਨਹੀਂ ਰਹਿੰਦਾ, ਨਾ ਘਰ ਦਾ ਰਹਿੰਦਾ ਨਾ ਘਰ ਦਾ ਰਹਿੰਦਾ। ਮੈਂ ਤੁਹਾਨੂੰ ਇੱਥੇ ਨਿੱਕੀ ਜਿਹੀ ਇਤਿਹਾਸ ਦੀ ਗੱਲ ਮੇਰੇ ਦਿਮਾਗ 'ਚ ਆਈ ਆ, ਬੜੀ ਕਮਾਲ ਦੀ ਗੱਲ ਆਈ, ਉਹ ਮੈਂ ਦੱਸਦਾ। ਬੀਕਾਨੇਰ 'ਚੋਂ ਨਾ ਇੱਕ ਗੋਰਾ ਜਾ ਰਿਹਾ ਹੈ, ਤੇ ਉੱਥੇ ਨਾ ਪੱਥਰ ਦੇ ਵਿੱਚ ਕਿਰਪਾਨ ਗੱਡੀ ਸੀ। ਉਹ ਜਦੋਂ ਦੇਖੀ ਉਹਨੇ ਕਿਰਪਾਨ ਵੀ ਪੱਥਰ 'ਚ ਗੱਡੀ ਆ, ਤੇ ਉਹਨੇ ਆਪਣੀ ਗੱਡੀ ਰੋਕੀ, ਤੇ ਉਹ ਲਾਗੇ ਜਾ ਕੇ ਨਾ ਇਹੋ ਹੱਥ ਲਾ ਕੇ ਉਹਨੂੰ ਆਂਦਾ ਕਮਾਲ ਦੀ ਚਿੱਤਰਕਾਰੀ ਕੀਤੀ ਆ।
ਹਾਂਜੀ ਉਹ ਲਾਗੇ ਬਜ਼ੁਰਗ ਬੈਠੇ ਸੀ ਆਤਾਉਣਾ ਵਾਲੇ ਉਹ ਆਂਦੇ ਵੀ ਇਹ ਕਿਰਪਾਨ ਗੱਡੀ ਆ ਚਿੱਤਰਕਾਰੀ ਨਹੀਂ ਗਈ ਉਹ ਆਂਦਾ ਮੈਂ ਨਹੀਂ ਮੰਨਦਾ ਪੱਥਰ 'ਚ ਨਹੀਂ ਕਦੀ ਕਿਰਪਾਨ ਗੱਡੀ ਜਾ ਸਕਦੀ ਉਹ ਆਂਦੇ ਵੀ ਪੁੱਟ ਕੇ ਵਿਖਾ ਦਿੰਨੇ ਆ ਉਹ ਆਂਦਾ ਵੀ ਜੇ ਪੁੱਟ ਕੇ ਵਿਖਾ ਦੋ ਤੇ ਜੋ ਆਖੋ ਤੁਹਾਨੂੰ ਨਾਮ ਦੇਵਾਂਗੇ ਉਹ ਉਹਨਾਂ ਨੇ ਲਿਆਂਦਾ ਉੱਥੇ ਇੱਕ ਫਿਰ ਪਿੰਡੋਂ ਲਿਆਂਦਾ ਮੁੰਡਾ ਖੁੰਡਾ ਕੋਈ ਉਹ ਆਂਦੇ ਵੀ ਕੱਢ ਕੇ ਵਿਖਾ ਉਹ ਆਂਦਾ ਵੀ ਇਦਾਂ ਨਹੀਂ ਮੇਰੇ ਵੱਡਿਆਂ ਦੀਆਂ ਮੈਨੂੰ ਗੱਲਾਂ ਸੁਣਾਓ ਜਿਹੜੇ ਉਹ ਜਿਸ ਤਰ੍ਹਾਂ ਹਰੀ ਸਿੰਘ ਨਲੂਏ ਨੇ ਚਬਾੜਾ ਪਾਰਤਾ ਹੈ ਉਹਨੇ ਮਤਲਬ ਰਾਜਪੂਤਾਂ ਦੀਆਂ ਤੇ ਦੂਜੀਆਂ ਵੱਡੀਆਂ ਆਪਣੇ ਵਡੇਕਿਆਂ ਦੀਆਂ ਗੱਲਾਂ ਸੁਣਾਓ ਸਾਨੂੰ ਤੇ ਫਿਰ ਮੇਰਾ ਖੂਨ ਖੋਲ ਡੋਲੇ ਫਰਕਣਗੇ ਤੇ ਮੈਂ ਕੱਢ ਦੂੰਗਾ ਜਿਸ ਤਰ੍ਹਾਂ ਛੇਵੇਂ ਪਾਤਸ਼ਾਹ ਨੇ ਕਵੀਸ਼ਰੀ ਸ਼ੁਰੂ ਕੀਤੀ ਇਹ ਮਖਲੂਕ ਨੂੰ ਮਤਲਬ ਜਾਨ ਫੂਕਣ ਲਈ ਗੁਰੂਆਂ ਨੂੰ 10 ਜਾਮੇ ਲੈਣੇ ਪਏ ਸਰੀਰ ਬਦਲੇ ਪਰ ਰੂਹ ਉਹ ਰੱਖੀ ਉਹਨਾਂ ਨੇ ਕਿਉਂਕਿ ਇਹਨਾਂ ਨੂੰ ਬੜੇ ਹਜ਼ਾਰਾਂ ਸਾਲਾਂ ਦੇ ਗੁਲਾਮ ਸੀ ਇਹ ਦੱਬੇ ਕੁਚਲੇ ਸੀ ਛੇਵੇਂ ਪਾਤਸ਼ਾਹ ਨੇ ਫਿਰ ਕਵੀਸ਼ਰੀ ਨਾਲ ਉਹਨਾਂ ਨੂੰ ਜਗਾਇਆ ਉਹ ਫਿਰ ਉਹਨੂੰ ਜਦੋਂ ਉਹਨਾਂ ਨੇ ਵੱਡਿਆਂ ਦੀਆਂ ਗੱਲਾਂ ਸੁਣਾਈਆਂ ਨਾ ਵੀ ਫਲਾਣੇ ਨੇ ਐ ਕੀਤਾ ਫਲਾਣੇ ਨੇ ਐ ਉਹ ਕਵੀਸ਼ਰੀ ਸੁਣਾਈ ਤੇ ਉਹਨੇ ਕਿਰਪਾਨ ਫੜ ਕੇ ਬਾਹਰ ਕੱਢਤੀ ਗੋਰਾ ਮੰਨ ਗਿਆ ਵੀ ਵਾਕਿਆ ਹੀ ਗੱਲ ਆ ਸੋ ਇਹ ਗੱਲ ਆ ਵੀ ਜਿਹੜਾ ਸਾਡੇ ਪੰਜਾਬੀ ਤੋਂ ਹੌਲੀ ਹੌਲੀ ਟੁੱਟ ਜਾਊਗਾ ਨਾ ਉਹ ਫਿਰ ਆਪਣਾ ਆਪ ਸਾਰਾ ਗਵਾ ਦਊਗਾ ਇਹਨੂੰ ਬੜਾ ਸੰਭਾਲਣ ਦੀ ਲੋੜ ਆ ਤੇ ਤੁਹਾਡੇ ਵਰਗੇ ਕਵੀ ਜਿਹੜੇ ਆ ਨਾ ਉਹ ਸਭ ਕੁਝ ਬਦਲ ਸਕਦੇ ਜਦੋਂ ਇਹ 84 ਦਾ ਦੌਰ ਆਇਆ ਤੇ ਅਸ਼ਲੀਲ ਗਾਣੇ ਸ਼ੁਰੂ ਕਰਤੇ ਭੰਗੜੇ ਦੂਜੇ ਗੰਦਮੰਦ ਸ਼ੁਰੂ ਕਰਤਾ ਤੇ ਲੋਕੀ ਹੁਣ ਤੁਰ ਪਏ ਹੁਣ ਇਹ ਕਿਸਾਨ ਮੋਰਚਾ ਆਇਆ ਤੇ ਉਹਨਾਂ ਦੇ ਗਾਣੇ ਲੱਗੇ ਤੇ ਜੋ ਦੁਨੀਆ ਹੀ ਉੱਥੇ ਪਹੁੰਚ ਗਈ ਉਹ ਗਾਣੇ ਆਪਾਂ ਸਮਝ ਇਹ ਚੀਜ਼ ਨੂੰ ਸਮਝਦੇ ਨੇ ਆਪਾਂ ਇੱਕ ਭਰਮ ਆ ਤੁਸੀਂ ਵੇਖੋ 84 ਤੋਂ ਬਾਅਦ ਵਿੱਚ ਚਲੋ ਕੁਝ ਅਸ਼ਲੀਲ ਗੰਦੇ ਗੀਤ ਆਏ ਪਰ ਜਿਨ੍ਹਾਂ ਦਾ ਨਾਂ ਲੱਗਦਾ ਸੀ ਵੀ ਇਹਨਾਂ ਲੋਕਾਂ ਨੇ ਮਤਲਬ ਨੌਜਵਾਨਾਂ ਨੂੰ ਗਲਤ ਗਾਉਣੇ ਵਾਲੇ ਪਾਸੇ ਲਾਤਾ ਚਲੋ ਇੱਕ ਅੱਧੇ ਦਾ ਸਹੀ ਵੀ ਲੱਗਦਾ ਪਰ ਮੈਂ ਕੁਝ ਬੰਦੇ ਨੋਟ ਕੀਤੇ ਆ ਮਤਲਬ ਮੈਂ ਵੀਡੀਓ ਵੇਖਣ ਡਿਆ ਉਹ ਜਿੰਨਾ ਮਤਲਬ ਗਾਇਕਾਂ ਦਾ ਨਾਂ ਲੈਂਦੇ ਆ ਤੇ ਮੈਂ ਉਹਨਾਂ ਦੀ ਗਾਇਕੀ ਨੂੰ ਇਹ ਨਾ ਵੀ ਜੇ ਉਹ ਨਾ ਹੋਣ ਤੇ ਸ਼ਾਇਦ ਕਈ ਇਹੋ ਜਿਹੇ ਸੂਰਮੇ ਆ ਉਹਨਾਂ ਦਾ ਪਤਾ ਹੀ ਨਹੀਂ ਲੱਗਣਾ ਵੀ ਸਮਾਜ ਵਿੱਚ ਇਹੋ ਜਿਹੇ ਸੂਰਮੇ ਹੈਗੇ ਆ ਮੰਨ ਲਓ ਮਾਨਕ ਸਾਹਿਬ ਆ ਇਹ ਜੌਣਾ ਮੋੜ ਜੱਗੇ ਦਾ ਲੋਕਾਂ ਨੂੰ ਘਰ ਘਰ ਪਤਾ ਲੱਗਣਾ ਹੀ ਨਹੀਂ ਨਾ ਸੁੱਚੇ ਦਾ ਨਾ ਜੌਣੇ ਦਾ ਨਾ ਜੱਗੇ ਦਾ ਅਜੇ ਦੁੱਲੇ ਦਾ ਤੇ ਚਲੋ ਹੈਗਾ ਹੀ ਧਿਆਨ ਚ ਆਉਂਦਾ ਹੈ ਦੁੱਲਾ ਬੜੀ ਵੱਡੀ ਚੀਜ਼ ਸੀ ਹਾਂਜੀ ਮਾਮਲਿਆਂ ਦੇ ਖਿਲਾਫ ਲੜਿਆ ਅਕਬਰ ਨਾਲ ਟਕਰਾ ਗਿਆ ਉਹ ਹੈਂ ਦੁੱਲੇ ਨੇ ਧੀ ਵਿਆਹੀ ਇੱਕ ਹਿੰਦੂ ਦੀ ਧੀ ਵਿਆਹੀ ਉਹਦੀਆਂ ਅੱਜ ਗੱਲਾਂ ਚੱਲਦੀਆਂ ਵਾ ਉਹਨਾਂ ਦਾ ਸਿਰ ਵੱਢ ਕੇ ਤੇ ਇੱਥੇ ਲਾਹੌਰ ਦੇ ਵਿੱਚ ਟੰਗਿਆ ਗਿਆ ਸੀ ਦਿੱਲੀ ਦਰਵਾਜ਼ੇ ਉਹ ਤੁਹਾਨੂੰ ਦਰਸ਼ਨ ਕਰਾ ਕੇ ਲਿਆਵਾਂਗੇ ਪਰ ਉਹ ਹਕੂਮਤ ਨਾਲ ਟਕਰਾ ਗਿਆ ਬੜਾ ਵੱਡਾ ਸੂਰਮਾ ਸੀ ਬਿਲਕੁਲ ਹਾਂ ਬਸ ਇਹੋ ਆ ਨਾ ਕਿਤਨਾ ਮਾਨਕ ਸਾਹਿਬ ਦਾ ਵੀ ਕਿਤਨਾ ਜਿਹੜਾ ਜ਼ਿਕਰ ਹੁੰਦਾ ਵੀ ਇਹਨਾਂ ਨੇ ਇਹ ਮਤਲਬ ਲੋਕਾਂ ਨੂੰ ਇਹ ਗਾਣੇ ਸੁਣ ਲਾਤਾ ਉਤਰਾਂ ਲਾਤਾ ਕਲੀਆਂ ਬੜੀਆਂ ਬੜੀਆਂ ਗਾਈਆਂ ਬਹੁਤ ਕਮਾਲ ਕੀਤੀ ਇਹਨਾਂ ਨੇ ਤੇ ਇਹ ਜਿਹੜੀ ਕਲਾ ਨੂੰ ਬਚਾਉਣਾ ਨਾ ਕਲਾ ਜੇ ਤੇ ਮੰਨ ਲਓ ਆਪਾਂ ਇਹ ਢਾਡੀ ਕਲਾ ਨੂੰ ਬਚਾਉਣਾ ਵਾ ਤੇ ਜਿਹੜੇ ਡੇਰਿਆਂ ਮਜਾਰਿਆਂ ਤੇ ਮਜਾਰਾਂ ਤੇ ਗਾਉਣ ਵਾਲੇ ਡੇਰਿਆਂ ਤੇ ਗਾਉਣ ਵਾਲੇ ਗਵਈਏ ਤੁੰਬੇ ਲੰਗੋਚਿਆਂ ਨਾਲ ਗਾਉਂਦੇ ਆ ਉਹ ਵੀ ਨਾਲ ਹੀ ਚੱਲਣੇ ਕਿਉਂਕਿ ਢਾਡੀ ਕਲਾ ਵੀ ਤਾਂ ਹੀ ਬਚੀ ਰਹਿਣੀ ਆ ਇਹ ਜਿਹੜਾ ਆਦਾਨ ਪ੍ਰਦਾਨ ਕਲਾ ਦਾ ਹੁੰਦਾ ਰਹਿੰਦਾ ਤੇ ਕਲਾ ਬਚਦੀ ਆ ਤੇ ਅੱਗੇ ਕਲਾਸੀਕਲ ਆਪਾਂ ਆਖ ਦਿੰਦੇ ਜਿਹੜੇ ਸੂਫੀ ਗਾਇਕ ਆ ਜਾਂ ਕਵਾਲ ਆ ਉਹ ਵੀ ਡੇਰਿਆਂ ਤੇ ਗਾਉਂਦੇ ਆ ਕਿਤੇ ਨਾ ਕਿਤੇ ਤੇ ਤੁਸੀਂ ਵੇਖੋ ਜੇ ਭਾਈ ਸਮੁੰਦਰ ਸਿੰਘ ਦਾ ਦੌਰ ਸੀ ਉਹਦੇ ਨਾਲ ਬੜੇ ਗੁਲਾਮ ਅਲੀ ਖਾਨ ਵੀ ਹੈਗੇ ਤੇ ਉਹ ਕਿੱਥੋਂ ਸ਼ੁਰੂ ਹੁੰਦੇ ਆ ਉਹ ਆਮ ਮਜ਼ਾਰਾਂ ਡੇਰਿਆਂ ਤੇ ਪੀਰਾਂ ਫਕੀਰਾਂ ਦੀ ਜਗ੍ਹਾ ਤੇ ਗਾ ਕੇ ਫਿਰ ਵੱਡੇ ਬਣਦੇ ਆ ਤੇ ਇਹ ਕਲਾ ਹਰ ਥਾਂ ਕਿਤੇ ਨਾ ਕਿਤੇ ਮੇਲ ਖਾਂਦੀ ਆ ਮੈਂ ਕਈ ਵਾਰ ਪਿਆਰਾ ਸਿੰਘ ਪਦਮ ਦੀ ਕਿਤਾਬ ਵਾਰਾਂ ਦੇ ਵਿੱਚ ਗੱਲ ਨੋਟ ਕਰਦੀ ਯਾਦ ਰੱਖਦਾ ਕਿ ਗੁਰੂ ਅਰਜਨ ਦੇਵ ਜੀ ਨੇ ਆਖਿਆ ਵੀ ਆ 9 ਵਾਰਾਂ ਦੀਆਂ ਧੁਨਾਂ ਤੇ ਤੁਸੀਂ ਗੁਰੂ ਗ੍ਰੰਥ ਸਾਹਿਬ ਦੀਆਂ ਵਾਰਾਂ ਗਾਉਣੀਆਂ ਅੱਛਾ ਤੇ ਉਹ ਜਿਹੜੀਆਂ 9 ਧੁਨਾਂ ਉਹਨਾਂ ਦਰਜ ਕੀਤੀਆਂ ਸੀ ਉਹਨਾਂ ਨਾਲ ਸਿੱਖੀ ਸਿਧਾਂਤਾਂ ਦਾ ਕੋਈ ਸੰਬੰਧ ਨਹੀਂ ਮਤਲਬ ਉਹ ਆਪਣੇ ਨਿੱਜੀ ਹੱਕਾਂ ਲਈ ਵੀ ਨਿੱਜੀ ਸਵਾਰਥਾਂ ਲਈ ਲੜੇ ਉਹ ਜਿਹੜੇ ਨਾਇਕ ਸੀ ਨਿੱਜੀ ਸਵਾਰਥਾਂ ਲਈ ਲੜੇ ਪਰ ਉਹਨਾਂ ਦੀਆਂ ਜਿਹੜੀਆਂ ਵਾਰਾਂ ਸੀ ਉਹਨਾਂ ਨੂੰ ਤਰਜਾਂ ਬਚਾਉਣ ਵਾਸਤੇ ਉਹਨਾਂ ਵਿੱਚ ਦਰਜ ਕੀਤੀਆਂ ਗੁਰੂ ਗ੍ਰੰਥ ਸਾਹਿਬ ਚ ਟੁੰਡਿਆ ਸਰਾਜੇ ਕੀ ਧੁਨੀ ਬੜਾ ਗਾਮ ਨੀਤਾਂ ਕਰਕੇ ਆਉਂਦਾ ਵਿੱਚ ਕੋਈ ਹੋ ਜੇ ਫਿਰ ਸਾਜ ਆਪਣੇ ਕੋਲ ਪਏ ਆ ਮੈਨੂੰ ਉਹ ਵਾਰਾਂ ਤਾਂ ਨਹੀਂ ਯਾਦ
ਉਹ ਜੱਗੇ ਜੜ ਤੇ ਚੜੀ ਜਵਾਨੀ ਪਿਆ ਦਸੀਏ ਰੌਲਾ ਤੂੰ ਰੱਖੀ ਮੌਲਾ ਜੋ ਦਸੇ ਚੋਂ ਡੁੱਲ ਡੁੱਲ ਪੈਂਦਾ ਥੰਮੀਓ ਭਾਰਾ ਡੌਲਾ ਢਾਲੇ ਕੌਲਾ ਕਿਤੇ ਚੌਧਰੀ ਖੁਰਕਣ ਲੱਗੇ ਦਾੜੀ ਦੇ ਵਿੱਚ ਧੌਲਾ ਸੁਣ ਸੁਣ ਰੌਲਾ ਠਾਣੇਦਾਰ ਕਰੀ ਤੇ ਦਾੜਾ ਜਰੇ ਨਾ ਠੰਡ ਢੰਡੌਲਾ ਮੰਦਾ ਹੌਲਾ ਹੌਲਦਾਰ ਦੇ ਲੱਤ ਮਾਰ ਕੇ ਅਸਲਾ ਖੋਵੇ ਜੱਗਾ ਅਮਰ ਨਾ ਲੱਭਾ ਸੁੱਚੇ ਥੱਲੇ ਦਾ ਪੈਰੀ ਕੁਸਾ ਕਾਲਾ ਚਾਦਰ ਜੱਗਾ ਤੇ ਘੋੜਾ ਵਗਾ ਭਾਗਣ ਦਾ ਪੁੱਤ ਡਾਕੂ ਹੋ ਗਿਆ ਠਾਣਾ ਪਿੱਛੇ ਲੱਗਾ ਤੂੰ ਮੋੜੀ ਰੱਬਾ ਤੇਰਾ ਯਾਰ ਮਲੰਗੀ ਦਾ ਬੜਾ ਲੁਕਣ ਵਾਸਤੇ ਅੱਡਾ ਤੱਕਾ ਵੀ ਵੱਡਾ ਬੁਰਜਾਂ ਵਰਗੇ ਪੁੱਤਰ ਪਾਲੇ ਮਾਝੇ ਦੇਸ਼ ਮਾਵਾ ਕਰ ਕਰ ਛਾਵਾਂ ਬੰਦਾ ਭੋਲੂ ਸੋਹਣਾ ਤੇਲੀ ਜੱਗੇ ਜੱਟ ਦੀਆਂ ਬਾਹਾਂ ਵਾਂਗ ਭਰਾਵਾਂ ਸ਼ਾਹੀਵਾਲ ਦੀਆਂ ਮਹਿਲ ਜਗੀਰਾਂ ਆਕੇ ਲੁੱਟ ਲਿਆਵਾਂ ਚਿਰਨਾ ਲਾਵਾਂ ਸੂਦ ਖੋਰਾਂ ਦੀਆਂ ਮਈਆਂ ਪੁੱਕਾਂ ਚੁੱਲ੍ਹੇ ਦੇ ਵਿੱਚ ਡਾਵਾਂ ਜੜੋਂ ਮਕਾਵਾਂ ਸੂਦ ਖੋਰਾਂ ਦੀਆਂ ਮਈਆਂ ਪੁੱਕਾਂ ਚੁੱਲ੍ਹੇ ਦੇ ਵਿੱਚ ਡਾਵਾਂ ਜੜੋਂ ਮਕਾਵਾਂ ਅੱਗਣ ਗਿਆ ਤੇ ਜੇਠ ਚੜ ਗਿਆ ਦੁੱਧੀ ਪੈ ਗਏ ਸਿੱਟੇ ਦਾਣੇ ਨਿੱਕੇ ਲੈਲ ਭਰੇ ਨੂੰ ਆਣ ਘੇਰਿਆ ਸੂਰਮਿਆਂ ਦਿਨ ਚਿੱਟੇ ਕੌਣ ਚਿੱਟੇ ਲੈਲ ਭਰੇ ਨੂੰ ਆਣ ਘੇਰਿਆ ਸੂਰਮਿਆਂ ਦਿਨ ਚਿੱਟੇ ਕੌਣ ਚਿੱਟੇ ਵਾਹ ਜੀ ਵਾਹ, ਵਾਹ ਜੀ ਵਾਹ, ਆਨੰਦ ਆ ਗਿਆ ਜੀ। ਹਾਂਜੀ ਹਾਂਜੀ ਅਜੇ ਵੀ ਨੇ ਤੇ ਬੰਦ ਥੋੜੀ ਜਿਹੀ ਘੱਟ ਆ ਅੱਛਾ ਹਾਂਜੀ ਹਾਂਜੀ ਦੋ ਕੁ ਬੰਦ ਲਿਖਣ ਵਾਲੇ ਉਹ ਫਿਰ ਲਿਖੇ ਨਹੀਂ ਗਏਗਾ ਅੱਛਾ, ਇਹ ਤੁਸੀਂ ਤੁਹਾਡਾ ਆਪਣਾ ਲਿਖਿਆ ਵਾ? ਹਾਂਜੀ ਹਾਂਜੀ ਵਾਹ। ਤੇ ਇਹ ਕਿਸੇ ਸਿੰਗਰ ਨੂੰ ਦਿੱਤਾ ਨਹੀਂਗਾ? ਤੇ ਕਿਤੇ ਗੱਲ ਚੱਲਦੀ ਫਿਰ ਨਾ ਅੱਛਾ। ਇੱਧਰ ਅੱਗੇ ਨਹੀਂ ਤੁਰੀ ਕਈ ਵਾਰ ਨਹੀਂ ਗੱਲ ਤੁਰਦੀ ਅੱਗੇ ਤੇ ਆਪਾਂ ਕਰਦੇ ਕੋਈ ਨਹੀਂ, ਇਹ ਬੜਾ ਮਜ਼ਾ ਆਇਆ ਵਾ, ਪੰਜਾਬੀ ਬੜੀ ਸ਼ੋਧਿਆ ਇਹਦੇ ਚ। ਹਾਂਜੀ ਤੇ ਇਹਨੂੰ ਇਹਦੇ ਬੰਦ ਪੂਰੇ ਕਰੋ ਤੁਸੀਂ, ਹਾਂਜੀ ਹਾਂਜੀ ਇਹਦੇ ਬੰਦ ਪੂਰੇ ਕਰੋ। ਤੇ ਮੈਂ ਇੱਕ ਹੋਰ ਬੇਨਤੀ ਕਰਨੀ ਸੀ ਵੀ ਕੋ ਇਹੋ ਜਿਹਾ ਨਾ ਮਤਲਬ ਹਲੂਣਾ ਦੋ ਪੰਜਾਬੀਆਂ ਨੂੰ ਇਕੱਠੇ ਕਰਨ, ਕਿਉਂਕਿ ਆਪਾਂ ਜਦੋਂ ਕੱਲੇ ਸਿੱਖ ਲਈਏ ਨਾ ਤੇ ਅਸੀਂ 3.25 ਕਰੋੜ ਆ ਸਾਰੀ ਦੁਨੀਆ। ਹਾਂਜੀ ਹਾਂਜੀ ਤੇ ਜੇ ਅਸੀਂ ਪੰਜਾਬੀ ਲਈਏ ਨਾ ਤੇ 33 ਕਰੋੜ ਹੋ ਜਾਂਦੇ ਆ। ਬਿਲਕੁਲ ਇਹੋ ਚੀਜ਼ ਨੂੰ ਤੇ ਮਤਲਬ ਬਚਾਉਣਾ ਵਾ, ਇਸ ਚੀਜ਼ ਨੂੰ ਬਚਾਉਣਾ ਵਾ। ਤੇ ਇਹ ਸਭ ਤੋਂ ਵੱਡਾ ਜਿਹੜਾ ਰੋਲ ਇਹਦੇ ਚ ਅਦਾ ਕਰ ਸਕਦਾ ਨਾ, ਉਹ ਕਵੀ ਦੀ ਤੁਸੀਂ ਗੱਲ ਮਤਲਬ ਤੁਹਾਨੂੰ ਮੈਂ ਸੁਣਾਉਣਾ ਇੱਕ ਦਸਵੇਂ ਪਾਤਸ਼ਾਹ ਦੀ। ਹਾਂਜੀ ਵੀ ਭਾਈ ਨੰਦ ਲਾਲ ਜੀ ਨੂੰ ਕਿਸੇ ਨੇ, ਜਿਹੜੇ ਸੂਰਮੇ ਸੀ ਨਾਲ ਦਸਵੇਂ ਪਾਤਸ਼ਾਹ ਦੇ, ਬੜੇ ਤਗੜੇ ਸੂਰਮੇ ਸੀ, ਹਾਂਜੀ ਤੇ ਉਹ ਜਦੋਂ ਭੰਗਾਣੀ ਦਾ ਸ਼ਾਇਦ ਯੁੱਧ ਹੋਣ ਲੱਗਾ ਸੀ, ਹਾਂਜੀ। ਉੱਥੋਂ ਦੀ ਗੱਲ ਆ। ਹਾਂਜੀ ਤੇ ਉਹ ਨੰਦ ਲਾਲ ਜੀ ਨੂੰ ਨਾ ਕਿਸੇ ਵਿੱਚੋਂ ਸੂਰਮੇ ਨੇ ਆਖਤਾ ਵੀ ਲਿਖਣਾ ਬੜਾ ਸੌਖਾ ਵਾ, ਤੇ ਜਦੋਂ ਲੜਨ ਜਾਈਏ ਪਤਾ ਫੇਰ ਲੱਗਦਾ। ਤੇ ਉਹ ਤਿਆਰ ਹੋ ਕੇ ਤੇ ਆ ਗਏ ਹਾਂਜੀ ਭਾਈ ਨੰਦ ਲਾਲ ਜੀ। ਹਾਂਜੀ ਉਹ ਦਵਾ ਦਾ ਮਤਲਬ ਤਿਆਰ ਹੋ ਕੇ ਤੇ ਉੱਥੇ ਆ ਗਏ, ਕਮਰ ਕੱਸਾ ਕਰਕੇ ਤੇ ਪੂਰਾ ਤਿਆਰ ਹੋ ਕੇ ਲੈ ਕੇ ਸ਼ਸਤਰ ਤੇ ਆ ਗਏ। ਹਾਂਜੀ ਤੇ ਦਸਵੇਂ ਪਾਤਸ਼ਾਹ ਦੇ ਹਲ ਵੇਖ ਕੇ ਤੇ ਹੱਸ ਪਏ ਵੀ ਨੰਦ ਲਾਲ ਜੀ ਕਿੱਧਰ? ਉਹ ਆਂਦੇ ਜੀ ਮੈਨੂੰ ਮਿਹਣਾ ਮਾਰਿਆ ਵਾ। ਉਹ ਆਂਦੇ ਵੀ ਇਹ 100 ਸੂਰਮਾ ਜਿਹੜਾ ਵਾ ਨਾ, ਇਹ ਨੰਦ ਲਾਲ ਨਹੀਂ ਬਣਾ ਸਕਦਾ, ਪਰ ਨੰਦ ਲਾਲ ਇਹੋ ਜਿਹੇ ਹੀ 11 ਸੂਰਮੇ ਖੜੇ ਕਰ ਸਕਦਾ ਆਪਣੀ ਕਲਮ ਨਾਲ। ਹਾਂਜੀ ਕਲਮ ਦੀ ਤਾਕਤ ਜਿਹੜੀ ਇਹ ਆ, ਹਾਂਜੀ ਮਤਲਬ ਕਲਮ ਦੀ ਤਾਕਤ ਤੁਹਾਨੂੰ ਇਹ ਚਾਹੀਦਾ ਵੀ ਇਹ ਜੋੜਨ ਦੀ ਨਾ ਕੋਈ ਇਹੋ ਜਿਹਾ ਉਹਦੇ ਚ ਫੂਕ ਦੋ ਵੀ ਦੁਨੀਆ ਸੁਣ ਨਾਲੇ ਰੋਵੇ ਤੇ ਨਾਲੇ ਆਪਣੇ ਵਿਛੜਿਆਂ ਨੂੰ ਮਤਲਬ ਯਾਦ ਕਰੇ। ਔਰ ਇਹਦੇ ਚ ਮੈਂ ਇੱਕ ਹੋਰ ਗੱਲ ਦਾ ਵਾਅਦਾ ਕਰਾਂ ਥੋੜਾ ਜਿਹਾ ਵੀ ਮੈਂ ਹੁਣ ਨਾ, ਪਹਿਲਾਂ ਮੈਨੂੰ ਜਦੋਂ ਮੈਂ ਇਹ ਜਿਹੜੇ ਉਹ ਪੰਜਾਬੀ ਲਹਿਰ ਵਾਲੇ ਸਾਡੇ ਨਾਸਰ ਢਿੱਲੋਂ ਸਾਹਿਬ ਆ, ਭੁਪਿੰਦਰ ਸਿੰਘ ਲਵਲੀ ਆ, ਬੜਾ ਵੱਡਾ ਉਹਨਾਂ ਉਪਰਾਲਾ ਕੀਤਾ ਪਾਕਿਸਤਾਨ ਤੋਂ। ਤੇ ਜਦੋਂ ਮੈਂ ਉਹਨਾਂ ਦੀਆਂ ਫਿਲਮਾਂ ਵੇਖਣਾ ਹਨਾ, ਇਧਰੋਂ ਸਰਦਾਰ ਬਲਵਿੰਦਰ ਸਿੰਘ ਪੱਖੋਕੇ ਆ, ਉਹਨਾਂ ਨੇ ਵੀ ਬੜੀ ਕਮਾਲ ਕੀਤੀ। ਇਧਰੋਂ ਉਹਨਾਂ ਨੇ ਵੀ ਇਹ ਮਤਲਬ ਸ਼ੁਰੂ ਕੀਤਾ ਇਹ ਪੰਜਾਬੀ ਨੂੰ ਜੋੜਨ ਦਾ, ਤੇ ਉਹ ਲੋਕ ਜਿਹੜੇ ਵਿਛੜੇ ਸੀ। ਤੇ ਮੈਨੂੰ ਨਾ ਪਹਿਲਾਂ ਉਹ ਵੇਖ ਕੇ ਤੇ ਬੜਾ ਦੁੱਖ ਹੁੰਦਾ ਸੀ ਵੀ ਕੁੜੀ ਜਿਹੜੀ ਆ ਉਹ ਵਿਚਾਰੀ ਇੱਕ ਇੱਥੇ ਰਹਿ ਗਈ ਆ, ਮੁਸਲਮਾਨਾਂ ਦੀਆਂ ਕੁੜੀਆਂ ਇੱਥੇ ਰਹਿ ਗਈਆਂ, ਉਧਰ ਹਿੰਦੂਆਂ ਦੀਆਂ ਰਹਿ ਗਈਆਂ, ਸਿੱਖਾਂ ਦੀਆਂ ਰਹਿ ਗਈਆਂ। ਪਰ ਕੁਛ ਦਿਨਾਂ ਤੋਂ ਨਾ ਮੇਰੇ ਵਿਚਾਰ ਬਦਲ ਗਏ ਹੁਣ ਜਦੋਂ ਮੈਂ ਪਾਕਿਸਤਾਨ ਨੂੰ ਆਇਆ। ਉਹ ਇਹ ਕਰਕੇ ਵੀ ਜੇ ਉਹ ਨਾ ਰਹਿੰਦੇ ਨਾ ਬਜ਼ੁਰਗ ਤੇ ਕੁੜੀਆਂ, ਤੇ ਚਸ਼ਮਦੀਦ ਗਵਾਹ ਕੌਣ ਹੋਣਾ ਹੈ? ਬਿਲਕੁਲ। ਔਰ ਉਹ ਦੱਸਣਾ ਕਿ ਨਹੀਂ ਵੀ ਅਸਲੀਅਤ ਕੀ ਆ, ਵੀ ਅਸਲੀਅਤ ਹੁਣ ਅਸੀਂ ਤੇ ਉਹਨਾਂ 20 ਸਾਲ 30 ਸਾਲ ਮਗਰੋਂ ਜੰਮੇ ਆ 47 ਤੋਂ।
ਉਹ ਅੱਜ ਉਹ ਉਸ ਚੀਜ਼ ਤੇ ਮੋਹਰ ਲਾਉਂਦੀਆਂ ਵੀ ਇਹ ਲੋਕ ਜਿਹੜੇ ਪੰਜਾਬੀ ਇੱਧਰ ਇਹ ਵੀ ਬੜੇ ਚੰਗੇ ਸੀ, ਜਿਹੜੇ ਉੱਧਰ ਆ ਉਹ ਵੀ ਬੜੇ ਚੰਗੇ ਸੀ ਦੋਵੇਂ ਬੰਨੇ, ਵੀ ਮੈਨੂੰ ਮੁਸਲਮਾਨਾਂ ਨੇ ਰੱਖ ਲਿਆ, ਉਹਨਾਂ ਬੜੇ ਰੀਝ ਨਾਲ ਪਾਲਿਆ। ਹੁਣ ਇੱਧਰ ਜਿਹੜਾ ਮੁਸਲਮਾਨ ਰਹਿ ਗਿਆ ਉਹ ਆਂਦੇ ਸਾਨੂੰ ਸਿੱਖਾਂ ਨੇ ਰੱਖ ਲਿਆ, ਸਾਨੂੰ 2-2 ਮਹੀਨੇ ਰੱਖ ਛੱਡਿਆ, ਫਿਰ ਸਾਨੂੰ ਰਾਵੀ ਪਾਰ ਕਰਾ ਕੇ ਆਏ। ਮਤਲਬ ਇਹਨਾਂ 'ਚ ਪ੍ਰੇਮ ਮੁਹੱਬਤ ਤੇ ਅਥਾਹ ਸੀ, ਕੋਈ ਇਹੋ ਜਿਹੀ ਗੱਲ ਹੀ ਨਹੀਂ ਸੀ ਵੀ ਮਤਲਬ ਇਹ ਕੋਈ ਹੋਵੇ। ਇਹ ਕੋਈ ਗੰਦੀਆਂ ਸੋਚਾਂ, ਗੰਦੀਆਂ ਗੌਰਮੈਂਟਾਂ, ਇਹਨਾਂ ਚੀਜ਼ਾਂ ਨੇ ਮਤਲਬ ਉਹ ਵਿਛੋੜਾ ਪਾਤਾ। ਹੁਣ ਸੋਸ਼ਲ ਮੀਡੀਆ ਆਇਆ ਤੇ ਲੋਕਾਂ ਨੂੰ ਅਸਲੀਅਤ ਪਤਾ ਲੱਗੀ, ਉਹਨਾਂ ਨੇ ਦੇ ਵਿਚਾਰਿਆਂ ਦੇ ਸੰਤਾਪ ਤੇ ਭੋਗਿਆ ਆਪਣੇ ਤੋਂ ਵਿਛੜਿਆ ਦਾ। ਪਰ ਇਹ ਆ ਵੀ ਉਹ ਇਸ ਚੀਜ਼ ਤੇ ਮੋਹਰ ਲਾ ਗਏ ਵੀ ਅਸੀਂ ਦੁਸ਼ਮਣ ਨਹੀਂ ਜੇ, ਤੇ ਅਸੀਂ ਜਿਹੜੇ ਕਿਤਨਾ ਪ੍ਰੇਮ ਪਿਆਰ ਨਾਲ ਰਹਿੰਦੇ ਆ। ਤਰਲੇ ਲੈਂਦੇ ਉਧਰ ਲੋਕ ਵੀ ਸਾਨੂੰ ਉਹ ਪਿੰਡ ਵਿਖਾ ਦਿਓ, ਇਧਰਲੇ ਸਾਨੂੰ ਆਂਦੇ ਸਾਡੇ ਦਾਦਾ ਜੀ ਤਰਲੇ ਲੈਂਦੇ ਰਹੇ। ਮੈਂ ਆਪਣੇ ਪਿੰਡ ਗਿਆ, ਬੜਾ ਮਨ ਭਰਿਆ, ਪਿਓ ਨੂੰ ਦਾਦੇ ਨਾਲ ਜ਼ਿਆਦਾ ਪ੍ਰੇਮ ਸੀ ਤੇ ਬੜਾ ਮਨ ਭਰਿਆ ਵੀ ਅਸੀਂ ਉਹਨੂੰ ਪਿੰਡ ਨਹੀਂ ਵਿਖਾ ਸਕੇ। ਤੇ ਇਹ ਕਵੀ ਇੱਕ ਕਰ ਸਕਦਾ ਵਾ। ਹੁਣ ਮੈਂ ਤੁਹਾਡੇ ਪਿੱਛੇ ਵੇਖਣ ਡਿਆ ਵਾਂ ਹਜ਼ਰਤ ਸੁਲਤਾਨ ਬਾਹੂ, ਬੜੇ ਕਮਾਲ ਚੀਜ਼ ਹੋਈ ਆ, ਬਹੁਤ ਰੱਬੀ ਰੂਹ ਸੀ ਇਹ ਵੀ, ਇਹਨਾਂ ਨੇ ਵੀ ਬਹੁਤ ਵਧੀਆ ਲਿਖਿਆ ਵਾ। ਕੋਈ ਇਹਨਾਂ ਦੀ ਕੋਈ ਹੈ ਤੁਹਾਡੇ ਕੋਲ ਹੈਗਾ ਤੇ ਕੋਈ 2 ਬੰਦ ਇਹਨਾਂ ਦੇ ਕੋਈ ਅੰਤਰਾ ਸੁਣਾਓ। ਇਹਨਾਂ ਦਾ ਉਹੀ ਮਸ਼ਹੂਰ ਆ, ਇਹ ਤਨ ਮੇਰਾ ਚਸ਼ਮਾ ਹੋਵੇ ਮੁਰਸ਼ਦ ਵੇਖ ਨਾ ਰੱਜਾ ਹੋ। ਸੁਣਾਓ। ਲੂਨੂ ਦੇ ਮੁੜ ਲੱਖ ਲੱਖ ਚਸ਼ਮੇ, ਇੱਕ ਖੋਲਾ ਇੱਕ ਕੱਜਾ, ਨਹੀਂ ਉਹ ਇਤਨਾ ਜਿੱਠਿਆ ਸਭ ਨਾ। ਮੈਂ ਕਦੀ ਇਹਨਾਂ ਦੀ ਕਵਿਤਾ ਗਾਈ ਨਹੀਂ ਕਦੀ। ਨਹੀਂ ਕੋਈ ਨਹੀਂ ਗਾ, ਕੋਈ ਨਹੀਂ ਗਾ। ਉਹ ਚੜ ਚੰਦਾ ਵੇ ਤੂੰ ਕਰ ਰਿਸ਼ਨਾਈਆਂ, ਜ਼ਿਕਰ ਕਰਦੇ ਤਾਰੇ, ਗਲੀਆਂ ਦੇ ਵਿੱਚ ਫਿਰਨ ਨਿਮਾਣੇ, ਲਾਲਾ ਦੇਵਣ ਜਾਏ। ਦਾੜੀ ਮਾਰ ਡਾਨਾ ਸਾਨੂੰ, ਅਸੀਂ ਆਪੇ ਉੱਡਣ ਹਾਰੇ। ਇਹ ਤਨ ਮੇਰਾ ਚਸ਼ਮਾ ਹੋਵੇ, ਮੈਂ ਮੁਰਸ਼ਦ ਵੇਖ ਨਾ ਰੱਜਾ। ਲੂਲੂ ਦੇ ਮੁੱਢ ਲੱਖ ਲੱਖ ਚਸ਼ਮੇ, ਇੱਕ ਖੋਲਾ ਇੱਕ ਕੱਚਾ। ਇਤਨਿਆਂ ਦਿੱਤਿਆਂ ਸਬਰ ਨਾ ਆਵੇ, ਹੋਰ ਕਿਤੇ ਵੱਲ ਭਜਾ। ਮੁਰਸ਼ਦ ਦਾ ਦੀਦਾਰ ਵੇ ਬਾਊ, ਲੱਖ ਕਰੋੜਾਂ ਹਜ਼ਾਰ। ਇਹ ਨਾ ਮੇਰੀ ਜ਼ੁਬਾਨ ਤੇ ਜ਼ਿਆਦਾ ਚੜਿਆ ਨਹੀਂ ਆ। ਇਹ ਮੈਂ ਸੁਣਿਆ ਨਾ ਜਿਹੜਾ ਟੇਪਾਂ 'ਚ, ਉਹ ਮੈਨੂੰ ਨਾ ਯਾਦ ਆ। ਤੇ ਮੈਂ ਤੁਹਾਨੂੰ ਪੀਲੂ ਸੁਣਾਉਣਾ ਕਿਉਂਕਿ ਸਭ ਤੋਂ ਕਮਾਲ ਜਿਹਦੀ ਪੰਜਾਬੀ ਭਾਸ਼ਾ ਦੀ ਗੱਲ ਕਰਦੇ ਨਾ, ਉਹਦੀ ਪੰਜਾਬੀ ਸੁਣ ਕੇ ਵੇਖੀ ਤੁਸੀਂ। ਉਹ ਪੀਲੂ ਪੁੱਛੇ ਸ਼ਾਇਰ ਨੂੰ, ਕਿਤ ਵੱਲ ਗਿਆ ਜਹਾਨਾ, ਬੈ ਬੈ ਗਈਆਂ ਮਜਲਸਾਂ, ਲੱਗ ਲੱਗ ਗਏ ਦੀਵਾਨ। ਪੀਲੂ ਬੈਠਾ ਖੂਹ ਤੇ ਕਰਕੇ ਲੱਗ ਤਦਬੀਰ, ਕਾਲਣ ਬਤਾ
ਦੀ ਬੀਬੀ ਫਾਤਮਾ ਕਰਕੇ ਬਾਗੜੀ ਰੱਬਾ ਮੈਂ ਕੀ ਤੇਰਾ ਫੇਰਿਆ ਮੇਰੀ ਜੋੜੀ ਖਾਕ ਰਹੀ ਮੇਰੀ ਜੋੜੀ ਖਾਕ ਰਹੀ ਆਇਓ ਸਾਹਿਬਾ ਪੜਦੀ ਪਟੀਆਂ ਮਿਰਜ਼ਾ ਪੜ੍ਹੇ ਕੁਰਾਨ ਵਿੱਚ ਮਸੀਤੇ ਲੱਗੀਆਂ ਜਾਣੇ ਕੁੱਲ ਜਾਨ ਜਾਣੇ ਕੁੱਲ ਜਾਨ। ਮੇਰਾ ਵੀ ਜੀ ਕਰਦਾ ਵੀ ਹੁਣ ਸਮਾਂ ਥੰਮ ਜੇ ਤੇ ਮੈਂ ਹੁਣ ਜਦੋਂ ਤੁਹਾਡੇ ਆਲੇ ਦੁਆਲੇ ਵੇਖਣ ਡਿਆ ਤੇ ਮੈਨੂੰ ਮਤਲਬ ਫੈਸਲਾ ਹੀ ਨਹੀਂ ਹੋਣ ਡਿਆ ਵੀ ਮੈਂ ਹੁਣ ਕਿਹਦੇ ਬਾਰੇ ਗੱਲ ਕਰਾਂ ਵੀ ਤੁਸੀਂ ਕਿਆ ਕਮਾਲ ਕੀਤੀ ਆ। ਹੁਣ ਮੇਰਾ ਜੀ ਕਰਨ ਡਿਆ ਵੀ ਮੈਂ ਬੁੱਲੇ ਸ਼ਾਹ ਨੂੰ ਵੀ ਸੁਣਾ, ਮੇਰਾ ਜੀ ਕਰਦਾ ਵਾ ਵੀ ਸ਼ਾਹ ਹੁਸੈਨ ਨੂੰ ਵੀ ਸੁਣਾ ਹਾਂਜੀ ਤੇ ਕੰਮ ਬੜਾ ਲੰਮਾ ਹੋ ਜਾਣਾ ਵਾ। ਬਿਲਕੁਲ। ਇੱਧਰ ਤੁਸੀਂ ਨੁਸਰਤ ਸਾਹਿਬ ਲਾਇਆ ਔਰ ਰਵਿੰਦਰਨਾਥ ਟੈਗੋਰ ਵੀ, ਮਤਲਬ ਕਿਆ ਕਮਾਲ ਹੈ। ਮਿਰਜ਼ਾ ਗਾਲਿਬ ਸਾਹਿਬ ਨੇ, ਅੱਛਾ ਇਹ ਸੰਪੂਰਨ ਸਿੰਘ ਗੁਲਜ਼ਾਰ ਇਹ ਮਤਲਬ ਸਿੱਖ ਸੀ ਹੈ? ਹਾਂਜੀ ਪੂਰਨ ਅਸੀਂ ਮੈਨੂੰ ਅੱਜ ਹੀ ਪਤਾ ਲੱਗਾ ਵਾ, ਮੈਂ ਤੇ ਇਹ ਸਮਝਦਾ ਹਾਂ ਵੀ ਇਹ ਮੁਸਲਮਾਨ ਸਮਝਾ ਇਹਨਾਂ ਦਾ ਨਾਂ ਇਹਨਾਂ ਦਾ ਉਤਰਾ ਦਾ ਮਤਲਬ ਇਸ ਤਰ੍ਹਾਂ ਇਸਲਾਮ ਹਾਂ ਹਾਂਜੀ ਹਾਂਜੀ ਉਹ ਨਾਂ ਹਾਂ। ਤੁਸੀਂ ਕੋਈ ਇਹ ਗੱਲ ਕਰਨ ਲੱਗੇ ਸੀ ਇਥੋਂ ਪੀਲੂ ਜੋ ਸੁਣਾਇਆ ਹਾਂਜੀ ਤੁਸੀਂ ਮੈਂ ਖੜ ਕੇ ਸੁਣਾਇਆ ਉਹਦੀ ਬੋਲੀ ਉਹਦੀ ਭਾਸ਼ਾ ਉਹਦੇ ਸ਼ਬਦ ਹਾਂ ਮੈਂ ਨੋਟ ਮੇਰੇ ਕੀਤਾ ਕਮਾਲ ਦੇ। ਹਾਂ ਬੜੇ ਜ਼ਿਆਦਾ ਸ਼ਬਦ ਕਮਾਲ ਦੇ ਆ। ਇਹ ਦੌਰ ਆ ਸਕਦਾ ਫਿਰ? ਹਾਂਜੀ ਜੇ ਉਦੋਂ ਜ਼ਿਕਰ ਚੱਲਣ ਡਿਆ ਕਿ ਜਦੋਂ ਪਤ ਸਾਹਿਬ ਨੇ ਕਿਹਾ ਵੀ ਹੁਣ ਇਹ ਲੋਕ ਮੁੜੇ ਤੇ ਹੈਗੇ ਆ। ਕਣਕਾਂ ਜਿਹੜੀ ਮਤਲਬ ਉਹਨੇ ਇੱਕ ਬੜੀ ਗੱਲ ਸੀ ਵੀ ਹੁਣ ਉਹ ਕਣਕ ਦੇ ਉੱਤੇ ਜਿਹੜੀ ਭਾਸ਼ਾ ਲਿਖੀ ਆ ਨਾ ਸਾਨੂੰ ਉਹੋ ਹੀ ਬੋਲਣੀ ਪੈਣੀ। ਹੁਣ ਕਣਕ ਤੇ ਅੰਗਰੇਜ਼ੀ ਲਿਖੀ ਆ। ਹਾਂਜੀ ਸਮਝੇ ਨਾ ਗੱਲ ਹੂੰ ਜਿਸ ਤਰ੍ਹਾਂ ਆਪਾਂ ਨੂੰ ਜਿੱਥੇ ਰੋਟੀ ਮਿਲਣੀ ਆ, ਮੰਨ ਲਓ ਆਪਾਂ ਬਾਹਰ ਜਾਂਦੇ ਆ, ਆਪਾਂ ਨੂੰ ਕਿਉਂ ਬਾਹਰ ਜਾਣਾ ਪੈਂਦਾ? ਕਿਉਂਕਿ ਆਪਾਂ ਕੀ ਕਰਾਂਗੇ? ਇੱਕ ਉਹਨੇ ਕਣਕ ਨੂੰ ਬਿੰਬ ਵਰਤਿਆ ਉਹਨੇ ਰੋਟੀ ਦਾ, ਤੇ ਰੋਟੀ ਤੇ ਜਿਹੜੀ ਭਾਸ਼ਾ ਲਿਖੀ ਸਾਨੂੰ ਇਸ ਵੇਲੇ ਉਹੋ ਹੀ ਬੋਲਣੀ ਪੈਣੀ ਆ। ਕਣਕ ਜਿਹੜੀ ਆ ਨਾ ਸਾਡੇ ਮਤਲਬ ਇਸ ਧਰਤੀ ਤੇ 13,000 ਸਾਲ ਪਹਿਲਾਂ ਆਈ ਆ। ਹਾਂਜੀ ਹਾਂਜੀ ਇੰਡੀਆ 'ਚ 10,000 ਸਾਲ ਪਹਿਲਾਂ ਆਈ ਆ। ਹਾਂਜੀ ਕਣਕ ਦਾ ਮਤਲਬ ਵੈਸੇ ਸੋਨਾ ਵਾ। ਹਾਂਜੀ ਹਾਂਜੀ ਕਣਕ ਇਹਦਾ ਅਸਲੀ ਨਾਮ ਗੌਂ ਦੂਮ ਆ। ਹਾਂਜੀ ਗੌਂ ਜ਼ਬਾਨ ਦਾ ਸਵਾਦ। ਹੂੰ ਮਤਲਬ ਇਹ 13,000 ਸਾਲ ਪਹਿਲਾਂ ਆਈ ਆ, ਸਾਡੇ 10,000 ਸਾਲ ਪਹਿਲਾਂ ਆਈ ਆ। ਪਾਕਿਸਤਾਨ 'ਚ ਅਜੇ ਵੀ ਇਹਨੂੰ ਗੰਦਮ ਕਹਿੰਦੇ ਆ। ਹਾਂਜੀ ਹਾਂਜੀ ਹਾਂ ਇਸ ਤੋਂ ਪਹਿਲਾਂ ਜਿਹੜੇ ਲੋਕ ਸੀ ਨਾ ਉਹ ਮਤਲਬ 2 ਦਿਨਾਂ ਦਾ ਖਾਦਾ ਉਹਨਾਂ ਨੂੰ ਚੇਤਾ ਭੁੱਲ ਜਾਂਦਾ ਹੁੰਦਾ ਸੀ ਵੀ ਮੈਂ ਪਰਸੋਂ ਕੀ ਖਾਦਾ, ਕਿਉਂਕਿ ਉਹ ਇਥੋਂ ਮਤਲਬ ਵੱਖ-ਵੱਖ ਚੀਜ਼ਾਂ ਜੋ ਲੱਭਦਾ ਸੀ ਉਹਨਾਂ ਢਿੱਡ ਭਰਦੇ ਸੀ ਤੇ ਬਹੁਤ ਤਗੜੇ ਸੀ ਲੋਕ। ਹਾਂਜੀ ਹਾਂਜੀ ਮੇਰਾ ਕਹਿਣ ਤੋਂ ਭਾਵ ਆ ਭਾਸ਼ਾ ਕਿਵੇਂ ਬਾਜੀ ਜਾ ਸਕਦੀ ਹੈ। ਮੈਂ ਜਿਹੜੀ ਗੱਲ 'ਚ ਤੁਹਾਨੂੰ ਉਹ ਪਾਸੇ ਜਾਣ ਡਿਆ ਹਾਂ ਜੀ ਜੀ ਵੀ ਜੇ ਤੇ ਆਪਣੇ ਰੋਜ਼ਗਾਰ ਤੇ ਕਿਤੇ ਨਾ ਕਿਤੇ ਪੰਜਾਬੀ ਟਿਕ ਜੇ ਨਾ, ਰੋਜ਼ਗਾਰ ਜਿਹੜਾ ਸਾਡਾ ਤੇ ਫਿਰ ਭਾਸ਼ਾ ਬਚ ਸਕਦੀ ਆ। ਤੇ ਜੇ ਤੇ ਸਾਨੂੰ ਹੁਣ ਅੰਗਰੇਜ਼ੀ ਸਿੱਖਣੀ ਪੈਂਦੀ, ਸਾਨੂੰ ਬਾਹਰ ਜਾਣ ਲਈ ਆਈਲੈਟਸ ਕਰਨੀ ਪੈਂਦੀ ਹੈ। ਸਮਝੋ ਅਸੀਂ ਕਣਕ ਦਾ ਲੈਣ ਜਾਣੀ ਉੱਥੋਂ, ਰੋਟੀ ਲੈਣ ਜਾਣੀ, ਰੋਟੀ ਕਰਕੇ ਬਸ ਉੱਥੇ ਅੰਗਰੇਜ਼ੀ ਲਿਖੀ ਹੋਊ ਤੇ ਸਾਨੂੰ ਤਾਂ ਹੀ ਮਿਲਣੀ ਨਹੀਂ। ਆਪਾਂ ਹੌਲੀ ਹੌਲੀ ਕਬਜ਼ਾ ਕਰਨਾ ਹੈ। ਆਪਾਂ ਕੈਨੇਡਾ 'ਚ ਤੇ ਹੋ ਗਏ 10 ਲੱਖ। ਹਾਂਜੀ ਹਾਂਜੀ ਮੈਂ ਇੱਕ ਵਾਰੀ ਇੰਗਲੈਂਡ ਗਿਆ ਹਾਂ। ਹਾਂਜੀ ਤੇ ਜਦੋਂ ਮੈਂ ਉਤਰਿਆ ਨਾ ਤੇ ਬਾਹਰ ਲਿਖਿਆ ਸਾਊਥ ਹਾਲ ਰੇਲਵੇ ਸਟੇਸ਼ਨ। ਮੈਨੂੰ ਪੜ੍ਹ ਕੇ ਬੜਾ ਆਨੰਦ ਆਇਆ। ਪੰਜਾਬੀ 'ਚ ਲਿਖਿਆ ਪੰਜਾਬੀ ਤੇ ਕੈਨੇਡਾ ਵੀ ਥਾਂ ਥਾਂ ਇਸੇ ਤਰ੍ਹਾਂ ਲਿਖਿਆ ਵਾ। ਬਾਕੀ ਭਾਸ਼ਾ ਸਾਡੇ ਗੁਰੂਆਂ ਨੇ ਗੁਰਬਾਣੀ ਇਸੇ 'ਚ ਲਿਖੀ ਆ ਤੇ ਗਵਾਚਦੀ ਨਹੀਂ, ਪਰ ਸਾਨੂੰ ਹੰਬਲਾ ਤੇ ਮਾਰਨਾ ਚਾਹੀਦਾ ਕਿਸੇ ਹੱਦ ਤੱਕ। ਖਾਸ ਕਰਕੇ ਜਿਹੜੇ ਤੁਹਾਨੂੰ ਮਤਲਬ ਕੁਦਰਤ ਨੇ ਬਖਸ਼ਿਸ਼ ਕੀਤੀ ਆ ਕਲਮ ਦੀ, ਤੇ ਤੁਹਾਨੂੰ ਇਹਦੇ ਨਾਲ ਵੱਧ ਤੋਂ ਵੱਧ ਜਦੋਂ ਤੁਸੀਂ ਇਹ 'ਚ ਲਿਖੋਗੇ
ਤੇ ਲੋਕੀ ਫਿਰ ਉਹਨੂੰ ਸੁਣਨਗੇ ਤੇ ਫਿਰ ਆਪੇ ਉਹਨਾਂ ਦਾ ਮਤਲਬ ਮਨ ਵੀ ਬਦਲੂਗਾ। ਹਾਂਜੀ ਹਾਂਜੀ। ਤੇ ਇਸ ਕਰਕੇ ਜਿੰਨਾ ਵੀ ਵੱਧ ਤੋਂ ਵੱਧ ਹੋ ਸਕਦਾ ਵਾ ਇਹ ਤੇ ਲਿਖਿਆ ਜਾਵੇ ਤੇ ਇਹਨੂੰ ਗਾਇਆ ਜਾਵੇ। ਮੇਰਾ ਜ਼ਿਆਦਾ ਹਿਸਾਬ ਹੁੰਦਾ, ਮੈਂ ਕੋਈ ਵੀ ਕਵਿਤਾ ਗੀਤ ਲਿਖਦਾ ਵਾਂ ਅੰਗਰੇਜ਼ੀ ਸ਼ਬਦ ਨਹੀਂ ਵਿੱਚ ਵਰਤਦਾ। ਬਹੁਤ ਚੰਗੀ ਗੱਲ ਆ। ਤੇ ਬਾਈ ਚਾਂਸ ਕਿਤੇ ਅੰਗਰੇਜ਼ੀ ਸ਼ਬਦ ਵਰਤਣਾ ਵੀ ਪੈ ਜੇ ਤੇ ਉਹ ਵੀ ਲੋੜ ਕੋਈ ਵੀ ਗੁਨਾਹ ਨਹੀਂਗਾ। ਪਤਾ ਕੀ ਆ, ਜਦੋਂ ਅਸੀਂ ਬਾਹਰ ਵੀ ਕਿਤੇ ਜਾਣਾ ਨਾ, ਹੁਣ ਉਹਨਾਂ ਵਿਚਾਰਿਆਂ ਦੀ ਇਹ ਮਾਤ ਬੋਲੀ ਨਹੀਂ ਕੀ, ਸਾਡੀ ਤੇ ਆਇਆ ਪਰ ਉੱਥੇ ਸਾਨੂੰ ਬੋਲਣੀ ਪੈਣੀ ਆ। ਕੁਝ ਭਾਸ਼ਾ ਵਾ ਜਿਹੜੀਆਂ ਮਤਲਬ ਉਹ ਸਾਨੂੰ ਜ਼ਰੂਰੀ ਆ, ਪਰ ਸਾਨੂੰ ਮਾਂ ਬੋਲੀ ਨਾਲ ਟੁੱਟਣਾ ਨਹੀਂ ਚਾਹੀਦਾ, ਆਪਣੀ ਮਿੱਟੀ ਨਾਲ ਟੁੱਟਣਾ ਨਹੀਂ ਚਾਹੀਦਾ ਵੀ, ਪਰ ਸਾਨੂੰ ਆਉਣੀਆਂ ਜਿਹੜੀਆਂ ਨਾ ਉਹ ਮਾੜੀ ਗੱਲ ਨਹੀਂ ਗੀ। ਹਾਂਜੀ ਹਾਂਜੀ। ਆਪਾਂ ਇਹਨਾਂ ਨੂੰ ਛੱਡਣਾ ਜਿਹੜਾ ਨਾ ਉਹ ਮਾੜੀ ਗੱਲ। ਹਾਂਜੀ ਹਾਂਜੀ। ਬਸ ਇਹਨਾਂ ਵੀ ਕੁਝ ਇਹੋ ਜਿਹੀਆਂ ਚੀਜ਼ਾਂ ਬਣ ਜਾਣ, ਕੁਝ ਕੰਪਿਊਟਰ ਬਣ ਜਾਣ ਪੰਜਾਬੀ 'ਚ, ਤੇ ਮਤਲਬ ਕੁਝ ਰੋਜ਼ਗਾਰ ਇਹੋ ਜਿਹਾ ਹੋ ਜੇ ਵੀ ਕਿਸੇ ਨੂੰ ਇਹ ਡਰਨਾ ਵੀ ਮੈਂ ਆਈਲੈਟਸ ਨਹੀਂ ਕਰਦਾ ਜਾਂ ਮੈਂ ਅੰਗਰੇਜ਼ੀ ਸਕੂਲੇ ਨਾ ਵੀ ਪੜਾਂ ਤੇ ਮੇਰਾ ਰੋਜ਼ਗਾਰ ਦਾ ਨਾ ਮੈਨੂੰ ਡਰ ਹੋਵੇ। ਰੋਜ਼ਗਾਰ ਦਾ ਨਾ ਡਰ ਹੋਵੇ। ਤੇ ਹੁਣ ਸਭ ਤੋਂ ਜ਼ਰੂਰੀ ਰੋਜ਼ਗਾਰ ਆ। ਜਾਂ ਫਿਰ ਗੁਣ ਰੱਬ ਤੁਹਾਡੇ ਵਰਗਾ ਦੇ ਦੇ ਵੀ ਚੱਲ ਤੇਰੀ ਕਰਮ ਚ ਤਾਕਤ ਹੈਗੀ ਆ ਤੇ ਰੋਟੀ ਤੂੰ ਕਮਾਈ ਜਾਣੀ, ਇਹਦੇ ਨਾਲ ਤੂੰ ਫਿਕਰ ਹੀ ਨਾ ਕਰ। ਹੁਣ ਹਾਂ ਵੇਖੋ ਮਹਾਰਾਜ ਕਿੱਥੋਂ ਦਿਹਾੜੀਆਂ ਵੀ ਕਰਦੇ ਰਹੇ ਆਪਾਂ। ਹਾਂਜੀ ਹੈ 5-6 ਹਜ਼ਾਰ ਦੀ ਨੌਕਰੀ ਵੀ ਕੀਤੀ ਆ, ਤੇ ਗੁਰੂ ਰਾਮਦਾਸ ਨੇ ਜੇ ਕਿਰਪਾ ਕੀਤੀ ਸੀ ਤੇ ਉਹਨੇ ਹੁਣ ਲਿਆ ਕੇ ਚਲੋ ਸੁੱਖ ਮਤਲਬ ਦੇ ਹੀ ਦਿੱਤਾ ਸ਼ੁਰੂ ਆ। ਬਿਲਕੁਲ। ਜੇ ਪਿੱਛੇ ਵੇਖੀਏ ਤੇ ਆਖੀ ਤਾਂ ਫਿਰ ਵੀ ਕੁਦਰਤ ਨੇ ਬੜੇ ਵਧੀਆ ਥਾਂ ਤੇ ਲਿਆਂਦਾ, ਸਤਿਕਾਰ ਦੇਤਾ। ਨਹੀਂ ਤੇ ਮੰਡੀਆਂ 'ਚ ਕੰਮ ਕਰਨ ਵਾਲੇ, ਦਿਹਾੜੀਆਂ ਕਰਨ ਵਾਲੇ ਲੋਕ। ਹਾਂਜੀ ਹਾਂਜੀ। ਇਹ ਨਾ ਮੈਂ ਨਾ ਵੀ ਕੁਦਰਤ ਜੀ ਕਰਦੀ ਆ ਨਾ, ਹਾਂਜੀ ਹਾਂਜੀ, ਤੇ ਉਹ ਬੜਾ ਚੰਗਾ ਕਰਦੀ ਆ। ਉਹ ਗੁਣ ਦੇਖ ਕੇ ਨਾ ਤੋੜ ਦਿੰਦੀ ਆ ਧਰਤੀ ਤੇ। ਹਾਂਜੀ। ਫਿਰ ਉਹ ਨਾ ਉਹਨੂੰ ਮਤਲਬ ਕੀ ਕਹਿੰਦੇ ਰਗੜਦੀ ਆ। ਉਹਦਾ ਹੁਕਮ ਹੀ ਹੁੰਦਾ ਵਾ ਵੀ ਇਹ ਕਿਤੇ ਕੱਲ ਨੂੰ ਜਦੋਂ ਲਿਖਣ ਲੱਗ ਪਏ ਤੇ ਹੰਕਾਰ ਚ ਨਾ ਆ ਜੇ, ਪਿੱਛੇ ਨਾ ਜੁੜਿਆ ਰਵੇ, ਇਹਨੂੰ ਚੇਤਾ ਰਵੇ ਵੀ ਮੈਂ ਦਿਹਾੜੀਆਂ ਵੀ ਕੀਤੀਆਂ, ਮੈਂ ਮਜ਼ਦੂਰੀ ਵੀ ਕੀਤੀ ਆ। ਤੇ ਫਿਰ ਹੰਕਾਰ ਤੇ ਸਭ ਕੁਝ ਸਵਾਹ ਕਰ ਦਿੰਦਾ ਵਾ। ਤੇ ਇਸ ਕਰਕੇ ਜੋ ਰੱਬ ਕਰਦਾ ਨਾ ਮਤਲਬ ਬਹੁਤ ਸਹੀ ਕਰਦਾ ਵਾ। ਵੀ ਉਹ ਤੁਹਾਨੂੰ ਅਜੇ ਪਿਛੋਕੜ ਯਾਦ ਆ ਸਾਰਾ ਆਪਣਾ, ਵੀ ਮੈਂ ਉੱਥੇ ਨੌਕਰੀ ਵੀ ਕੀਤੀ, ਮੈਂ ਮੰਡੀਆਂ 'ਚ ਵੀ ਕੰਮ ਕੀਤਾ ਵਾ। ਤੇ ਇਹ ਫਿਰ ਆਪਣੇ ਵਿਰਸੇ ਨੂੰ ਟੁੱਟਣ ਨਹੀਂ ਦਿੰਦਾ। ਇਹ ਚੀਜ਼ਾਂ ਜਿਹੜੀਆਂ ਵਾ ਉਹ ਆਪਣੇ ਵਿਰਸੇ ਨਾਲ ਜੁੜਿਆ ਰਹਿੰਦਾ ਵਾ ਬੰਦਾ। ਕਿਉਂਕਿ ਇਹ ਜਿੰਨੇ ਤੁਸੀਂ ਆਲੇ ਦੁਆਲੇ ਤਸਵੀਰਾਂ ਲਾਈਆਂ, ਇਹਨਾਂ ਬੜੀ ਬੜੀ ਮਿਹਨਤ ਕੀਤੀ ਆ। ਬਸ ਜੇ ਇਹਨਾਂ ਨਾਲ ਵੇਖੀਏ ਨਾ ਤੇ ਮੈਂ ਆਪਣੇ ਆਪ ਨੂੰ ਇਹਨਾਂ ਦੇ ਰੱਖਾਂ ਨਾ, ਤੇ ਮੇਰੀ ਉਨੀ ਮਿਹਨਤ ਇੱਕ ਰੱਤੀ ਭਰਨੀ ਮੇਰੀ ਮਿਹਨਤ ਇਹਨਾਂ ਦੇ ਸਾਹਮਣੇ ਹੈ। ਕਿਉਂਕਿ ਸਿਰਾਂ ਤੇ ਵਾਜੇ ਚੁੱਕ ਚੁੱਕ ਨਦੀਆਂ ਪਾਰ ਕਰਨੀਆਂ ਸਿੱਖਣ ਜਾਣਾ। ਬੱਲੇ ਬੱਲੇ। ਇਹ ਕਿਹਦੀ ਗੱਲ ਕਰਦੇ ਤੁਸੀਂ? ਉਸਤਾਦ ਬਰਕਤ ਸਿੱਧੂ ਹਣੀ। ਅੱਛਾ। ਤੇ ਅੱਜ ਮੈਂ ਇੰਟਰਵਿਊਆਂ ਵੇਖਣਾ ਵਾ ਕਲਾਕਾਰਾਂ ਦੀ, ਉਹ ਮਿਹਨਤ ਪਤਾ ਕਿਹੜੀ ਚੀਜ਼ ਨੂੰ ਸਮਝਦੇ ਆ ਵੀ ਅਸੀਂ ਫਲਾਣੇ ਥਾਂ ਗਏ, ਸਾਨੂੰ ਟਾਈਮ ਨਹੀਂ ਦਿੱਤਾ। ਤੇ ਸਿੱਖਣ ਦਾ ਨਹੀਂ ਵੀ ਸਿੱਖਣ ਗਏ, ਸਿੱਖਣ ਜਾਂਦੇ, ਉਹਦਾ ਤਾਂ ਨਾਂ ਹੀ ਨਹੀਂ ਲੈਣਾ ਵੀ ਮੈਂ ਫਲਾਣੇ ਥਾਂ ਗਿਆ। ਕੈਸਟ ਮਤਲਬ ਕੰਪਨੀਆਂ ਤੋਂ ਜਾਂਦੇ ਰਹੇ, ਗੇੜੇ ਮਾਰਦੇ ਰਹੇ, ਇਹਨੂੰ ਮਿਹਨਤ ਕਹੀ ਜਾਂਦੇ। ਅੱਛਾ, ਬਰਕਤ ਸਿੱਧੂ ਸਾਹਿਬ ਦਰਿਆ ਲੰਘ ਕੇ ਜਾਂਦੇ ਰਹੇ? ਹਾਂਜੀ ਹਾਂਜੀ। ਸਾਰਾ ਜਾਨਣਾ ਪਾਓ ਇਹਦਾ ਨਹੀਂ ਮਤਲਬ ਕਿਤੇ ਸਿੱਖਣ ਜਿਹਨਾਂ ਜਾਂਦੇ ਕਰੋਈ ਜਾਂ ਕੋਈ ਆਉਂਦਾ ਕੁਝ ਮਤਲਬ ਹੋਊਗਾ। ਪਾਣੀ ਵੇਚਦੀ, ਕਹਿੰਦੇ ਵੀ ਸਿਰ ਤੇ ਵਾਜਾ ਚੁੱਕਿਆ ਹੁੰਦਾ ਤੇ ਪਾਣੀ ਵੇਚਦੀ ਉਸਤਾਦ ਤੋਂ ਸਿੱਖਣ ਜਾਈਦਾ। ਤੇ ਜਦੋਂ ਹੰਸਰਾਜ ਉਹ ਗੱਲ ਕਰਦੇ ਆ ਤੇ ਉਹ ਆਪਣੇ ਉਹ ਸਿਰ ਪਾਟਾ ਦਿਖਾਉਂਦੇ ਆ ਵੀ ਇਸ ਤਰ੍ਹਾਂ ਹੀ ਸਿੱਖਿਆ ਵਾ, ਵੀ ਉਸਤਾਦ ਸਿਰ ਚ ਮਾਰਦਾ ਹੀ ਥੋੜੀ ਬੱਲੇ ਬੱਲੇ, ਕਿਸੇ ਗਲਤੀ ਹੋ ਜਾਣੀ। ਪੂਰਨ ਚਾਕੋਟੀ। ਹਾਂਜੀ ਹਾਂਜੀ। ਬਿਲਕੁਲ। ਤੁਸੀਂ ਵੀ ਅੱਗੇ ਕੋਈ ਲਾਇਆ ਵਾ ਬੰਦਾ? ਹਾਂਜੀ। ਇਸ ਕੰਮ ਨੂੰ ਤੋੜਿਆ ਵਾ ਕੋਈ ਤੁਸੀਂ ਆਪਣੇ ਭਤੀਜੇ ਨੂੰ? ਸ਼ਾਇਦ। ਹਾਂਜੀ ਹਾਂਜੀ। ਕਰ ਰਿਹਾ ਰਿਆਜ਼ ਉਹ? ਹਾਂਜੀ ਹਾਂਜੀ, ਮਸਤ ਲਾ ਲਿਆ, ਉਹਨਾਂ ਕੋਲ ਜਾਂਦਾ ਵਾ। ਅੱਛਾ। ਹਾਂਜੀ ਹਾਂਜੀ। ਤੇ ਪੂਰਾ ਰਗੜਿਓ ਜਰਾ ਨੂੰ, ਉਹਨੂੰ ਪਤਾ ਲੱਗੇ ਵੀ ਇਹ ਵਿਦਿਆ ਜਿਹੜੀ ਹੈ ਕਿਸ ਤਰ੍ਹਾਂ ਮਿਲਦੀ ਆ, ਇਹ ਗੁਣ ਜਿਹੜਾ ਹੈ ਕਿਸ ਤਰ੍ਹਾਂ ਮਿਲਦਾ ਵਾ। ਹਾਂਜੀ। ਮਤਲਬ ਕਦੀ ਜ਼ਿੰਦਗੀ 'ਚ ਹੰਕਾਰ ਨਾ ਆਵੇ। ਇਹਨਾਂ ਦੀਆਂ ਗੱਲਾਂ ਸਾਰੇ ਜਿਹੜੇ ਮਹਾਨ ਸ਼ਖਸੀਅਤ, ਇਹਨਾਂ ਦੀਆਂ ਗੱਲਾਂ ਉਹਨਾਂ ਨੂੰ ਸੁਣਾਇਆ ਕਰੋ, ਦੱਸਿਆ ਕਰੋ ਉਹਨਾਂ ਨੂੰ। ਤੇ ਇੱਕ ਹੋਰ ਮੈਂ ਤੁਹਾਡੇ WhatsApp ਤੇ ਵੇਖੀ ਸੀ ਫੋਟੋ, ਬਲਰਾਜ ਸਾਹਨੀ ਸਾਹਿਬ ਦੀ ਲੱਗੀ ਸੀ। ਹਾਂਜੀ ਹਾਂਜੀ। ਉਹਦੇ ਬਾਰੇ ਕੁਝ ਜਾਣਨਾ ਪਾਓ ਕਿ ਉਹ ਮੇਰੇ ਵੀ ਬੜੇ ਉਹ ਪਸੰਦੀਦਾ ਹੀਰੋ ਆ, ਬਹੁਤ ਕਮਾਲ। ਉਹ ਮਤਲਬ ਉਹ ਅਸਲੀ ਐਕਟਿੰਗ ਜਿਹੜੀ ਆ ਨਾ ਉਹਨਾਂ ਨੇ, ਦਲੀਪ ਕੁਮਾਰ ਨੇ। ਬਾਕੀ ਦੇ ਫੁਕਰੀਆਂ ਵਿੱਚ ਬੜੀਆਂ ਅੱਜ ਕੱਲ ਚੱਲ ਪਈਆਂ ਵਾ, ਪਰ ਉਹਨਾਂ ਨੇ ਬੜੀ ਅਸਲੀਅਤ ਵਿਖਾਈ। ਉਹਦੇ ਬਾਰੇ ਕੁਝ ਦੱਸੋ ਕਿਸ ਤਰ੍ਹਾਂ ਉਹ ਫੋਟੋ ਤੁਸੀਂ ਲਾਈ ਆ? ਇਹ ਪਾਕਿਸਤਾਨੀ ਸਫਰਨਾਮਾ ਸਾਡੇ ਘਰ ਰੁਲਦਾ ਫਿਰਦਾ ਹੁੰਦਾ ਹੈ। ਅੱਛਾ। ਹਾਂਜੀ ਹਾਂਜੀ। ਤੇ ਸਾਨੂੰ ਨਹੀਂ ਪਤਾ ਵੀ ਇਹ ਬਲਰਾਜ ਸਾਹਨੀ ਆ ਜਾਂ ਕਿਸ ਤਰ੍ਹਾਂ ਵਾ, ਤੇ ਮਤਲਬ ਥੋੜਾ ਜਿਹਾ ਪਤਾ ਲੱਗੇ ਬਲਰਾਜ ਸਫਰਨਾਮੇ ਦੇ ਲਿਖਿਆ ਵਾ।
ਤੇ ਜਦੋਂ ਆ ਫਿਲਮ ਵੇਖੀ ਨਾ ਪਵਿੱਤਰ ਪਾਪੀ ਤੋਂ ਜਾਣਨਾ ਸ਼ੁਰੂ ਕੀਤਾ ਇਹਨੂੰ। ਅੱਛਾ। ਤੇ ਫਿਰ ਵੇਖਿਆ ਕਿੱਡਾ ਮਹਾਨ ਬੰਦਾ ਵਾ। ਤੇ ਜਦੋਂ ਇਹਨਾਂ ਫਿਲਮ ਬਣਾਈ 2 ਵਿਗਾ ਜ਼ਮੀਨ, 2 ਵਿਗਾ ਜ਼ਮੀਨ, ਉਹਦੇ ਤੇ ਦੱਸਿਆ ਵੀ ਇਹ ਜਾਂਦੇ ਹੁੰਦੇ ਸੀ 20 ਦਿਨ ਪਹਿਲਾਂ ਹੀ ਸ਼ੂਟਿੰਗ ਕਲਕੱਤੇ ਹੋਣੀ, ਉੱਥੇ ਜਿੱਥੇ ਰਕਸ਼ੇ ਚਲਾਉਣਾ ਉਹ ਫੜ ਕੇ ਦੌੜਦੇ ਹੁੰਦੇ। ਹਾਂਜੀ ਬਸ ਉਹਨਾਂ ਨੂੰ ਨਹੀਂ ਪਤਾ ਵੀ ਇਹ ਬਲਾ ਸਾਨੀ ਸਾਡੇ ਤੁਰਿਆ ਫਿਰਦਾ। ਤੇ ਇਹ ਫੜ ਕੇ ਜਿਹੜਾ ਉੱਥੇ ਭੱਜੇ ਫਿਰਨਾ ਮਤਲਬ। ਤੇ ਇਹੋ ਵੀ ਕਹਿ ਸਕਦੇ ਮਿਹਨਤ ਆ, ਨਿਰਾਈ ਨਹੀਂ ਵੀ ਨਕਲ ਕਰਨੀ, ਜੇ ਨਕਲ ਵੀ ਕਰਨੀ ਤੇ ਇਹੋ ਜੀ ਕਰਨੀ ਉਹਨਾਂ ਵਗਮ ਚਲਾ ਕੇ। ਬਿਲਕੁਲ ਬਿਲਕੁਲ ਬਿਲਕੁਲ। ਤੇ ਇਹ ਕਰਕੇ ਮਹਾਨ ਬਣ ਜਾਂਦੇ ਆ। ਅੱਛਾ ਹੁਣ ਬੁੱਲੇ ਸ਼ਾਹ ਜੀ ਦਾ ਕੁਝ ਸੁਣੀਏ। ਬੁੱਲੇ ਸ਼ਾਹ ਜੀ ਦਾ, ਬੁੱਲੇ ਸ਼ਾਹ ਹੁਣਾਂ ਤੋਂ ਮਤਲਬ ਜਿਹੜੀ ਬਾਬੇ ਨਾਨਕ ਦੀ ਪਿਰਤ ਆ ਨਾ ਜੀ, ਬੁੱਲੇ ਸ਼ਾਹ ਤੱਕ ਆ ਕੇ ਸਿਖਰ ਤੇ ਜਾਂਦੀ ਹੈ। ਅੱਛਾ ਜੀ। ਹਾਂਜੀ ਹਾਂਜੀ। ਜਿਸ ਤਰ੍ਹਾਂ ਬਾਬਾ ਨਾਨਕ ਗੱਲ ਕਰਦਾ ਵਾ, ਆਮ ਲੋਕਾਂ ਵੱਲੋਂ ਹੋ ਕੇ ਗੱਲ ਕਰਦਾ ਜੀ, ਤੇ ਬੁੱਲੇ ਸ਼ਾਹ ਵੀ ਉਹੀ ਆ। ਪਰ ਜੇ ਮੈਂ ਕਵਿਤਾ ਦੀ ਗੱਲ ਕਰਾਂ ਤੇ ਮੈਨੂੰ ਸ਼ਾਹ ਹੁਸੈਨ ਕਵੀ ਜ਼ਿਆਦਾ ਵੱਡਾ ਲੱਗਦਾ ਵਾ। ਠੀਕ ਹੈ। ਬਾਬੇ ਬੁੱਲੇ ਸ਼ਾਹ ਤੋਂ। ਅੱਛਾ। ਤੇ ਮੈਂ ਤੁਹਾਨੂੰ ਸ਼ਾਹ ਹੁਸੈਨ ਦੀ ਕੋਈ ਰਚਨਾ ਸੁਣਾਉਣਾ, ਮਤਲਬ ਜੋ ਆਪਾਂ ਸ਼ਾਹ ਨੂੰ ਗਾਵਾਂਗੇ ਨਾ, ਬੁੱਲੇ ਸ਼ਾਹ ਵੀ ਉਹੀ ਆ। ਜਿਹੜੀ ਸ਼ਾਹ ਦੀ ਰਚਨਾ ਨਾ, ਤੇ ਬੁੱਲੇ ਸ਼ਾਹ ਵੀ ਉਹੀ ਰਚਨਾ ਵਾ ਬੁੱਲੇ ਸ਼ਾਹ ਦੀਆਂ। ਠੀਕ ਹੈ। ਤੇ ਐ ਸੱਜਣ ਬਿਨ ਰਾਤਾਂ ਹੋਈਆਂ ਵੱਡੀਆਂ, ਸੱਜਣ ਬਿਨ ਰਾਤਾਂ ਹੋਈਆਂ ਵੱਡੀਆਂ, ਰਾਤਾਂ ਹੋਈਆਂ ਵੱਡੀਆਂ, ਰਾਤਾਂ ਹੋਈਆਂ ਵੱਡੀਆਂ, ਸੱਜਣ ਬਿਨ ਰਾਤਾਂ ਹੋਈਆਂ ਵੱਡੀਆਂ, ਸੱਜਣ ਬਿਨ ਰਾਤਾਂ ਹੋਈਆਂ ਵੱਡੀਆਂ। ਮਾਸ ਚੜੇ ਚੜ ਪਿੰਜਰ ਹੋਇਆ, ਮਾਸ ਚੜੇ ਚੜ ਪਿੰਜਰ ਹੋਇਆ, ਧੜਕਣ ਲੱਗੀਆਂ ਹੱਡੀਆਂ, ਧੜਕਣ ਲੱਗੀਆਂ ਹੱਡੀਆਂ, ਸੱਜਣ ਬਿਨ ਰਾਤਾਂ ਹੋਈਆਂ ਵੱਡੀਆਂ, ਸੱਜਣ ਬਿਨ ਰਾਤਾਂ ਹੋਈਆਂ ਵੱਡੀਆਂ। ਗਏ ਹੁਸੈਨ ਫਕੀਰ ਸਾਈਂ ਦਾ, ਗਏ ਹੁਸੈਨ ਫਕੀਰ ਸਾਈਂ ਦਾ, ਦਾਮਨ ਤੇਰੇ ਲੱਗੀਆਂ, ਦਾਮਨ ਤੇਰੇ ਲੱਗੀਆਂ, ਸੱਜਣ ਬਿਨ ਰਾਤਾਂ ਹੋਈਆਂ ਵੱਡੀਆਂ, ਸੱਜਣ ਬਿਨ ਰਾਤਾਂ ਹੋਈਆਂ ਵੱਡੀਆਂ। ਇਹ ਜਿੰਨੇ ਵੀ ਤੁਸੀਂ ਸੁਣਾਏ ਆ, ਮਤਲਬ ਜੇ ਮੈਂ ਵੇਖਾਂ ਤੇ ਮਤਲਬ ਇਹ ਜਿੱਥੋਂ ਨਿਕਲਦੇ ਆ ਨਾ, ਇਹ ਹਾਂਜੀ ਹਾਂਜੀ ਵੀ ਇਹ ਮਤਲਬ ਕਿਤੇ ਨਾ ਕਿਤੇ ਘੁੰਮ ਕੇ ਗੱਲ ਜਿਹੜੀ ਆ ਨਾ, ਉਹ ਰੱਬ ਤੇ ਖੁਦਾ ਤੇ ਭਗਵਾਨ ਤੇ ਹੀ ਆਉਂਦੀ ਆ। ਹਾਂਜੀ ਵੀ ਮਤਲਬ ਉਹਦੇ ਨਾਲ ਇਹ ਬਹੁਤ ਲੀਨ ਹੋਏ ਹੀ, ਤੇ ਮਤਲਬ ਜਿਸ ਤਰ੍ਹਾਂ ਇਹ ਉਤਰਦੀ ਆ, ਜਿਸ ਤਰ੍ਹਾਂ ਕਵਿਤਾ ਨਾ ਕਿ ਇਹ ਮਤਲਬ ਲਿਖੀ ਨਹੀਂ ਗਈ, ਇਹ ਉਤਰੀ ਆ ਜਿਸ ਬਿਲਕੁਲ। ਇਹ ਜਿਹੜੀ ਸ਼ਾਹ ਹੁਸੈਨ ਦੀ ਕਵਿਤਾ ਹੈ ਜਿਵੇਂ ਉਤਰੀ ਆ, ਬਾਬੇ ਫਰੀਦ ਦਾ ਪ੍ਰਭਾਵ ਪੈਂਦਾ ਕਿੰਨਾ। ਆ ਰੱਬੀ ਰੂਹਾਂ ਹੀ ਹਨਮਾਸ ਝੜੇ ਝੜ ਪਿੰਜਰ ਹੋਏ, ਕਣਕਣ ਕੜਕਣ ਲੱਗੀਆਂ ਹੱਡੀਆਂ। ਇਹ ਮਤਲਬ ਜਿੰਨਾ ਚਿਰ ਉਹ ਬੰਦਾ ਉਹਦੇ ਨਾਲ ਜੁੜਦਾ ਨਹੀਂ ਗਾ, ਇਹ ਚੀਜ਼ਾਂ ਮਤਲਬ ਦਿਮਾਗ ਤੋਂ ਨਹੀਂ ਇਹ ਲਿਖੀਆਂ ਜਾਂਦੀਆਂ। ਹਾਂਜੀ ਹਾਂਜੀ ਵੀ ਬਿਲਕੁਲ। ਇਹ ਆਪਣੇ ਦਿਮਾਗ ਨਾਲ ਸੋਚ ਲਓ, ਇਹ ਉਹਦੇ ਤੋਂ ਨਹੀਂ ਲਿਖੀਆਂ ਜਾਂਦੀਆਂ ਵੀ। ਬਾਕੀ ਥੋੜਾ ਜਿਹਾ ਮੈਂ ਵੇਖੂੰਗਾ ਵੀ ਆ ਤੁਸੀਂ ਇਹਨਾਂ ਦੇ ਬਾਰੇ ਵੀ ਦੱਸੋ। ਇਹ ਇੱਕ ਤਾਰਾ ਵੀ ਰੱਖਿਆ ਤੁਸੀਂ, ਤੁੰਬੀ ਵੀ ਆ। ਇਹ ਕੁਛ ਰਵਾਇਤੀ ਮੈਨੂੰ ਵਜਾਉਣਾ ਆਉਂਦਾ, ਉਹ ਤਾਂ ਮੈਨੂੰ ਉਹ ਸੁਰਾਂ ਵਾਸਤੇ ਜਿਹੜਾ ਗਵਾਈ ਦਾ ਵਾ ਤਾਰੇ ਨੂੰ, ਉਹ ਨਹੀਂ ਅਜੇ ਵਜਾਉਣਾ ਆਉਂਦਾ। ਚਲੋ ਜੋ ਵੀ ਆ ਰਵਾਇਤੀ ਦਰਜਾਂ ਜਿਸ ਤਰ੍ਹਾਂ ਦੀਆਂ।
ਜਿੱਦਾਂ ਬਾਬੇ ਇਹ ਪਹਿਲਾਂ ਰਵਾਇਤ ਕੁਝ ਜਿਹੜੇ ਕਤਾਰੇ ਹੁੰਦੇ ਸੀ ਇਹ ਜੀ। ਬਾਬੇ ਇਹ ਨਾ ਰਵਾਇਤੀ ਹੁੰਦੇ ਸੀ, ਰਵਾਇਤੀ ਤੇ ਇਹਦੀਆਂ ਧੁਨਾਂ ਬਣੀਆਂ ਹੁੰਦੀਆਂ ਉਹ ਤੇ ਮਤਲਬ ਜੇ ਸਰੰਗੀ ਹੀ ਜਾਂ ਹੋਰ ਸਰੰਗੀ ਵਰਗੇ ਸਾਜ਼ ਹੀ ਨਵਾਬ ਹੀ ਜਾਂ ਇਸ ਤਰ੍ਹਾਂ ਤਾਰਾਂ ਵਾਲੇ ਸਾਜ਼ ਉਹ ਗਾਉਂਦੇ ਸਾਜ਼ ਉਹਨਾਂ ਚ ਸੁਰਾਂ ਨਿਕਲਦੀਆਂ ਤੇ ਆ ਜਿਹੜੇ ਤੂੰਬੇ ਇਹਨਾਂ 'ਚ ਕੁਝ ਰਵਾਇਤੀ ਧੁਨਾਂ ਬਣੀਆਂ ਸੀ ਉਹ ਵੱਜਦੀਆਂ ਸੀ ਤੇ ਜਦੋਂ ਬਾਬਾ ਯਮਲਾ ਆਇਆ ਨਾ ਹਾਂਜੀ ਉਹਨੇ ਇਹ ਕਾਢ ਕੱਢੀ ਵੀ ਤੂੰਬੀ ਵੀ ਗਾ ਸਕਦੀ ਹੈ। ਠੀਕ ਹੈ, ਮਤਲਬ ਤੂੰ ਵੀ ਉੱਥੋਂ ਸ਼ੁਰੂ ਹੋਈ ਆ। ਹਾਂਜੀ ਹਾਂਜੀ, ਮਤਲਬ ਤੂੰਬੀ ਬੋਲਣ ਉੱਥੋਂ ਲੱਗੀ ਬਾਬੇ ਯਮਲੇ ਨੇ ਜਦੋਂ ਇਹਦੀ ਇਹ ਸੁਰਾਂ ਪਾਈਆਂ। ਠੀਕ ਪਹਿਲਾਂ ਸਿਰ ਰਵਾਇਤੀ ਤਰਜਾਂ ਜਿਸ ਤਰ੍ਹਾਂ ਮੈਂ ਉਂਗਲਾ ਮਾਰਦਾ ਕੁਝ ਦੋ ਚਾਰ ਜਿਹੜੀਆਂ ਦੋ ਕੁ ਸੁਰਾਂ ਵੱਜਦੀਆਂ ਬਸ ਉਹ ਉੱਤੇ ਹੀ ਗਾਉਂਦੇ। ਹੋਰ ਕਿਉਂਕਿ ਰਵਾਇਤੀ ਤਰਜਾਂ ਸ਼ੁਰੂ ਤੋਂ ਜਿਹੜੀਆਂ ਬਣ ਗਈਆਂ ਉਹਨਾਂ ਦੇ ਨਵੇਂ ਲਿਖ ਲੈਣੇ ਮਤਲਬ ਛੰਦ ਉਹ ਤਰਜਾਂ ਦੇ ਨਵੇਂ ਲਿਖ ਲੈਣੇ ਉਹ ਹੀ ਗਾ ਲੈਣੇ। ਦੋ ਤਾਰਾ ਛੰਦ ਹੁੰਦਾ ਸੀ ਰਸਾਲੂ ਪੂਰਨ ਸੱਦ ਇਸ ਤਰ੍ਹਾਂ ਕਰਕੇ ਇਹ ਚੀਜ਼ਾਂ ਗਾ ਲੈਣੀਆਂ। ਠੀਕ ਹੈ, ਤੇ ਉਹਦੇ ਬਾਰੇ ਵੀ ਦੱਸੋ ਆਪਣਾ ਜਿਹੜਾ ਪਰਲਾ ਪਿਆ ਵਾ। ਹਾਂਜੀ ਆ ਹਾਂ ਇਹ ਬਾਬਾ ਇਹ ਨਾ ਇਹ ਜਮਲੇ ਦਾ ਪੋਤਰਾ ਕੀ ਮੁੰਡਾ ਮਿਲਦਾ ਹਾਣੀ ਆ। ਅੱਛਾ, ਤੇ ਉਮਰ ਦਾ ਛੋਟਾ ਉਹ ਲੈ ਕੇ ਆਇਆ ਹੈ, ਉਹਦਾ ਨਾਮ ਹੀ ਚੇਤਾ ਭੁੱਲ ਗਿਆ। ਅੱਛਾ। ਕਾਕਾ ਨੂੰ ਕਹਿੰਦੇ ਤੇ ਉਹ ਲੈ ਕੇ ਆਇਆ ਯਾਰ ਮਤਲਬ ਵੀ ਜਮਲੇ ਦੇ ਡੇਰੇ ਚੋਂ ਕੱਦੂ ਲੱਗਾ ਵਾ ਉੱਥੇ ਹੀ ਲਾ ਕੇ ਤੇ ਉੱਥੇ ਅੱਛਾ। ਹਾਂਜੀ ਹਾਂਜੀ ਅੱਛਾ, ਮਤਲਬ ਇਹ ਉਦੋਂ ਦਾ ਉੱਥੇ ਡੇਰੇ 'ਚ ਜਿਹੜਾ ਕੱਦੂ ਲੱਗਾ ਨਹੀਂ ਉਹ ਹੁਣ ਹਾਂ ਅਜੇ ਵੀ ਉਹ ਮਤਲਬ ਪਰੰਪਰਾ ਉਹਨਾਂ ਦੀ ਨਾ ਜਿੱਦਾਂ ਬਣਾਉਂਦੇ ਉਹ ਤੂੰਬੇ। ਅੱਛਾ ਅੱਛਾ, ਇਹ ਕਿਹੜੀ ਜਗ੍ਹਾ ਵਾ? ਇਹ ਲੁਧਿਆਣੇ। ਅੱਛਾ ਹਾਂਜੀ ਹਾਂਜੀ, ਬਾਬੇ ਜੀ ਦੇ ਉਹਦੇ ਪੋਤਰਿਆਂ ਨੇ ਮਤਲਬ ਇਹ ਬਣਾਇਆ ਉਹ ਲੈ ਕੇ ਆਇਆ ਹੈ। ਮੈਂ ਇੱਕ ਗੱਲ ਮੇਰੇ ਦਿਮਾਗ 'ਚ ਆਈ ਆ, ਇਹ ਸਾਰੀਆਂ ਗੱਲਾਂ ਸੁਣ ਕੇ ਨਾ ਤੇ ਮੇਰਾ ਦਿਲ ਕਰਦਾ ਵਾ ਵੀ ਇਹ ਪੰਜਾਬੀ ਜਿਹੜੀ ਹੈ ਨਾ, ਇਹ ਪੰਜਾਬੀ ਸਾਰੇ ਇਸ ਤਰ੍ਹਾਂ ਬੋਲਣ ਤੇ ਇਸ ਤਰ੍ਹਾਂ ਦੇ ਤੁਹਾਡੇ ਵਰਗੇ ਕੋ ਗੁਰੂ ਰਾਮਦਾਸ ਸੇਵਾ ਲਵੇ। ਤੇ ਮੈਂ ਚਾਹੁੰਦਾ ਵਾਂ ਵੀ ਆਪਾਂ ਜਿਹੜੀ ਇਹ ਚਰਚਾ ਕਰਨ ਦੇ ਆਪਾਂ ਕੋਈ ਇੰਟਰਵਿਊ ਤੇ ਕਰਨ ਆਏ ਨਹੀਂ, ਵੈਸੇ ਆਪਾਂ ਦਰਸ਼ਨ ਦਿਦਾਰੇ ਕਰਨ ਆਏ ਹਾਂ। ਤੇ ਮੈਂ ਚਾਹੁੰਦਾ ਇਹ ਮੈਂ ਸਾਰਾ ਕੁਝ ਨਾ ਹੁਣ ਵੀ ਇਹ ਮੈਂ ਇੱਕ ਚੈਨਲ ਸ਼ੁਰੂ ਕੀਤਾ ਪੰਜਾਬ 1799 ਉਹਦਾ ਨਾਂ ਹੀ ਇਸੇ ਕਰਕੇ ਇਹ ਰੱਖਿਆ ਵਾ ਵੀ ਇਹ ਮਤਲਬ ਪੰਜਾਬੀ ਨਾਲ ਜੋੜਿਆ ਜਾਵੇ ਤੇ ਇਤਿਹਾਸ ਨਾਲ ਜੋੜਿਆ ਜਾਵੇ। ਹਾਂਜੀ ਹਾਂਜੀ ਬਿਲਕੁਲ। ਤੇ ਇਸੇ ਕਰਕੇ ਮੈਂ ਮਿਲਣ ਆਇਆ ਹਾਂ, ਤੁਹਾਨੂੰ ਬੇਨਤੀ ਕਰਨ ਆਇਆ ਹਾਂ। ਤੇ ਪੰਜਾਬ 1799 ਮੈਂ YouTube ਤੇ ਮੇਰਾ ਪੇਜ ਵੀ ਆ ਤੇ YouTube ਤੇ ਚੈਨਲ ਆ ਤੇ Facebook ਤੇ ਪੇਜ ਆ। ਕਿਹਨੂੰ ਸੁਣਾਓਗੇ? ਬੁੱਲੇ ਸ਼ਾਹ ਨੂੰ ਕੋਈ ਦੋ ਲੈਣਾ ਹੀ ਕੋਈ ਇੱਕ ਅੰਤਰਾ ਹੀ ਸੁਣਾ ਦਿਓ ਤੇ ਬੜੀ। ਬੁੱਲੇ ਸ਼ਾਹ ਨੂੰ ਮੈਂ ਯਾਦ ਨਹੀਂ ਜਾਂਦਾ। ਚਲੋ ਸੁਣਿਆ ਮੈਂ ਬਹੁਤ ਆ। ਹੋਰ ਕੋਈ ਤੁਸੀਂ ਇੱਧਰ ਧਿਆਨ ਮਾਰੋ ਮਾਂ ਵੀ ਜੇ ਆਪਾਂ ਗੱਲ ਕਰ ਸਕਦੇ ਉੱਠ ਕੇ ਗਵਾਂਢੋ ਯਾਰ ਉਹ ਚੀਜ਼ ਸੁਣਾ ਬੜੀ ਕਮਾਲ ਦੀ ਚੀਜ਼ ਆ। ਚਲੋ ਬੁੱਲੇ ਸ਼ਾਹ ਦੀ। ਹਾਂ। ਉੱਠ ਗਏ ਗਵਾਂਢੋ ਯਾਰ ਰੱਬਾ ਹੁਣ ਕੀ ਕਰੀਏ। ਉੱਠ ਗਏ ਗਵਾਂਢੋ ਯਾਰ ਰੱਬਾ ਹੁਣ ਕੀ ਕਰੀਏ। ਉੱਠ ਗਏ ਹੁਣ ਵਾਦੇ ਨਾਈ। ਉੱਠ ਗਏ ਹੁਣ ਵਾਦੇ ਨਾਈ। ਹੋਇਆ ਸਾਥ ਤੇਰਾ ਰੱਬਾ ਹੁਣ ਉਹ ਹੋਰ ਵੇਖੋ ਹਾਂ ਨਜ਼ਰ ਮਾਰੋ ਕੋਈ ਸੁਰਿੰਦਰ ਕੌਰ ਨੂੰ ਜਾਂ ਨਰਿੰਦਰ ਬੀਬਾ ਨੂੰ ਬੜਾ ਕਮਾਲ ਗਾਇਆ ਉਹਨਾਂ ਨੇ। ਇਹ ਆਪਾਂ ਜੋਗੀ ਕਵੀਸ਼ਰ ਦਾ ਗਾਉਂਦੇ ਆ। ਚਲੋ ਹਾਂਜੀ ਹਾਂਜੀ। ਉਹ ਲక్ష్మణ ਤੇ ਰਾਮ ਜਦੋਂ ਨਜ਼ਰੇ ਨਾ ਸੀਤਾ ਨੂੰ ਆਉਂਦੇ ਫੁੱਲ ਭੋਰੇ ਰਲ ਕੇ ਤੇ ਜਾਪਣ ਵੈਣ ਗਵਾਂ ਦੇ ਪਾਉਂਦੇ। ਕੋਈ ਡਰਦੀ ਨਹੀਂ ਦਿਸਦਾ ਜਿਹੜਾ ਸੱਚ ਸੁਣਿਆ ਪਜਾਵੇ। ਕਿਤੇ ਆਉਂਦਾ ਰਾਮ ਨਹੀਂ ਸੀਤਾ ਬਾਗ ਵਿੱਚ ਘਰ ਲਾਵੇ। ਕਿਤੇ ਆਉਂਦਾ ਰਾਮ ਨਹੀਂ ਸੀਤਾ ਬਾਗ ਵਿੱਚ ਘਰ ਲਾਵੇ। ਮੈਂ ਇਹ ਬੇਨਤੀ ਕਰਨੀ ਚਾਹੁੰਦਾ ਅੱਜ ਵੀ ਮੈਂ ਇਹਨਾਂ ਦੇ ਨਾ ਆ ਜਿਹੜੇ 2-3 ਐਪੀਸੋਡ ਜਿਹੜੀ ਚਰਚਾ ਕੀਤੀ ਆ, ਨਾ ਕਿ ਇਹ ਇੰਟਰਵਿਊ ਸੀ, ਇਹਦੇ 2-3 ਐਪੀਸੋਡ ਜਿਹੜੇ ਆ ਨਾ ਉਹ ਪੰਜਾਬ 1799 ਚੈਨਲ YouTube ਤੇ ਪਾਉਂਗਾ, Facebook ਤੇ ਵੀ ਪਾਉਂਗਾ
ਮੈਂ ਇਹ ਪੰਜਾਬੀਆਂ ਨੂੰ ਬੇਨਤੀ ਕਰਨੀ ਚਾਹੁੰਦਾ ਵਾਂ ਕਿ ਇਹ ਜਾਤ ਬਰਾਦਰੀ ਨੂੰ ਨਹੀਂ, ਨਾ ਕਿਸੇ ਹਿੰਦੂ ਨੂੰ, ਨਾ ਸਿੱਖ ਨੂੰ, ਨਾ ਮੁਸਲਮਾਨ ਨੂੰ, ਨਾ ਈਸਾਈ ਨੂੰ, ਜਿਹੜੇ ਪੰਜਾਬੀ ਨਾਲ ਪ੍ਰੇਮ ਕਰਦੇ ਆ, ਉਹ ਇਹਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ। ਚੈਨਲ ਦੀ TRP ਲਈ ਨਹੀਂ, ਸਿਰਫ ਪੰਜਾਬੀ ਨੂੰ ਹੁਲਾਰਾ ਦੇਣ ਲਈ। ਜਿਹੜੇ ਚਾਹੁੰਦੇ ਆ ਵੀ ਇੱਥੇ ਸਾਡਾ ਵਿਰਸਾ ਜਿਹੜਾ ਉਹ ਭੁੱਲੇ ਨਾ, ਇਹਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ, ਅੱਗੇ ਭੇਜਿਓ, ਤਾਂ ਕਿ ਲੋਕ ਪੰਜਾਬੀ ਨਾਲ ਜੁੜਨ, ਆਪਣੀ ਧਰਤੀ ਨਾਲ ਜੁੜਨ। ਇੱਥੇ ਜਿਹੜੀ ਇੱਥੋਂ ਉਪਜੀ ਆ, ਜਿੱਥੋਂ ਸਾਡਾ ਮਤਲਬ ਇਹ ਜਨਮ ਹੋਇਆ ਵਾ, ਤੇ ਇਹਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਅੱਗੇ ਤੋਂ ਅੱਗੇ, ਮਤਲਬ ਤੇ ਇਹ ਜਿਹੜਾ ਲੋਕਾਂ ਨੂੰ ਵੱਧ ਤੋਂ ਵੱਧ ਪਤਾ ਲੱਗ ਸਕੇ। ਹਾਂਜੀ ਲਿਖਾਰੀ ਸਾਹਿਬ, ਇਹ ਤੁਹਾਡਾ ਭਤੀਆ ਹਰਮੇਲ ਸਿੰਘ, ਹਾਂਜੀ ਹਾਂਜੀ, ਇਹਨਾਂ ਦੇ ਫਾਦਰ ਸਾਹਿਬ ਚੜ੍ਹਾਈ ਕਰ ਗਏ ਸੀ, ਹਾਂਜੀ, ਤੇ ਇਹਨੂੰ ਮਤਲਬ ਤੁਸੀਂ ਅਡਾਪਟ ਕੀਤਾ ਵਾ, ਹਾਂਜੀ, ਔਰ ਜੋੜਿਆ ਆਪਣੀ ਲਾਈਨ ਨਾਲ, ਹਾਂਜੀ, ਔਰ ਇਹਨਾਂ ਨੂੰ ਤੁਸੀਂ ਇਹ ਸੰਗੀਤ ਵੀ ਸਿਖਾ ਰਹੇ ਹੋ, ਔਰ ਮਤਲਬ ਲਿਖਣ ਬਾਰੇ ਵੀ ਕੋਈ ਰੁਚੀ ਇਹਨਾਂ ਦੀ ਹੈਗੀ ਆ? ਅਜੇ ਤੇ ਨਹੀਂ ਹੈਗੀ, ਵੈਸੇ ਕਈ ਵਾਰੀ ਮੈਂ ਕੁਝ ਜੋੜਾਂ, ਇਹ ਵੀ ਨਾਲ ਜੋੜ ਜੋੜ ਕੇ ਦੱਸ ਦਿੰਦਾ, ਇਸ ਤਰ੍ਹਾਂ ਲਾ ਲਾ, ਉਸ ਤਰ੍ਹਾਂ ਲਾ ਲਾ। ਅੱਛਾ, ਤੇ ਸ਼ਾਇਦ ਅੱਗੇ ਹੋ ਸਕੇ, ਕੁਦਰਤ ਬਖਸ਼ਿਸ਼ ਕਰਦੇ ਕਿਸੇ ਵੇਲੇ। ਹਾਂਜੀ ਹਾਂਜੀ, ਚਲੋ ਉਹਦੀ ਅੱਗੇ ਅਰਦਾਸ, ਉਹਦੇ ਕਰਕੇ ਕਿਹੜੀ ਚੀਜ਼ ਦਾ ਘਾਟਾ ਵਾ, ਜੇ ਮਤਲਬ ਮਨ ਹੋਵੇ ਤੇ ਸਭ ਕੁਝ ਹੀ ਹੋ ਜਾਂਦਾ ਵਾ। ਤੇ ਮਤਲਬ ਤੁਸੀਂ ਸੰਗੀਤ ਸਿਖਾ ਰਹੇ, ਤੇ ਕੌਣ ਨੇ ਇਹਨਾਂ ਦੇ ਉਸਤਾਦ ਜੀ ਹੁਣ? ਇਹ ਉਸਤਾਦ ਮਾਸਟਰ ਲਾਲ। ਅੱਛਾ, ਹਾਂਜੀ ਭਿੱਖੀ ਵਿੰਨ ਤੋਂ। ਹਾਂਜੀ ਹਾਂਜੀ, ਤੇ ਇਹ ਰਿਆਜ਼ ਕਰਦੇ ਪੂਰਾ? ਹਾਂਜੀ ਹਾਂਜੀ। ਠੀਕ ਆ, ਤੇ ਇਹਨਾਂ ਦਾ ਨਾਮ ਕੀ ਰੱਖਿਆ ਜੀ ਹੁਣ? ਇਹਦਾ ਨਾਮ ਮਹਿਰਮ ਯਾਰ। ਮਹਿਰਮ ਯਾਰ ਬਣ ਜੇ ਇੱਕ ਵਾਰੀ, ਫਿਰ ਬਣਾ ਦੋਗੇ ਨਾ? ਪਰਮਾਤਮਾ ਨੇ ਬਣਾਉਣਾ। ਮਹਿਰਮ ਯਾਰ ਬਣ ਜੇ ਸਾਰਿਆਂ ਦਾ, ਤੇ ਗੱਲ ਬਣ ਜੇ। ਇਹਨਾਂ ਕੋਈ ਸੁਣੀਏ ਫਿਰ ਆਪਾਂ ਕੁਛ। ਹਾਂਜੀ, ਮੈਂ ਅੱਗੇ ਸ਼ਬਦ ਕੱਢ ਕੇ ਰੱਖਿਆ, ਮੈਂ ਚਲਾ ਗਾਉਣਾ ਤੂੰ। ਠੀਕ ਆ, ਤੇ ਤੁਸੀਂ ਇਸ ਤਰ੍ਹਾਂ ਕਰੋ ਕਿ ਫਿਰ ਸਿਰ ਢੱਕੋ, ਗੁਰਬਾਣੀ ਆ ਤੇ ਸਿਰ ਢੱਕੋ, ਤੇ ਕਰੋ ਸ਼ੁਰੂ ਫਿਰ। ਹਾਂਜੀ ਹਾਂਜੀ, ਹਾਂ, ਵੈਸੇ ਵੀ ਨਾ ਸਿਰ ਵੱਧ ਤੋਂ ਵੱਧ ਢੱਕ ਕੇ ਰੱਖਿਆ ਕਰੋ, ਊਰਜਾ ਬਚੀ ਰਹਿੰਦੀ ਆ। ਹਾਂਜੀ ਹਾਂਜੀ, ਹਾਂ ਬਿਲਕੁਲ। ਤੇ ਮੈਂ ਗਾਂ ਹੱਥ ਪਾਉਣੀ ਆ ਵੀ ਮੈਂ ਨਾ ਮਤਲਬ ਪੱਗ ਬੰਨਿਆ ਕਰਾਂ, ਦਸਤਾਰ ਸਜਾਇਆ ਕਰੋ। ਹਾਂਜੀ, ਸਿੰਘਾਂ ਵਾਲੀ ਦਸਤਾਰ, ਇਹ ਬੜਾ ਇਹਦਾ ਕਮਾਲ ਆ, ਮਤਲਬ ਹਾਂਜੀ, ਇਹਦੇ ਮਹਿਣੇ ਆ। ਹਾਂਜੀ, ਸਿਰਫ ਇਹ ਵੇਖਣ ਨੂੰ ਨਹੀਂ ਗਈ, ਹਾਂਜੀ 7000 ਕਰੋੜ ਸੈੱਲ ਆ ਸਾਡੇ ਦਿਮਾਗ 'ਚ। ਹਾਂਜੀ ਹਾਂਜੀ, ਸਾਰੀ ਦੁਨੀਆ ਦੇ ਕੰਪਿਊਟਰ ਇਕੱਠੇ ਕਰ ਲਈਏ ਤਾਂ ਉਹ ਤੋਂ ਵੱਡੀ ਇਹ ਹਾਰਡ ਡਿਸਕ ਆ। ਹਾਂਜੀ ਹਾਂਜੀ, ਤੇ ਇਹ ਮਤਲਬ ਜਿੰਨਾ ਇਹਨੂੰ ਰੱਖੋਗੇ ਨਾ, ਇਹ ਸਾਡੇ ਗੁਰੂਆਂ ਪੀਰਾਂ ਨੇ ਦਸਤਾਰਾਂ ਦਿੱਤੀਆਂ, ਜਿੰਨੇ ਅੱਜ ਤੱਕ ਪੀਰ ਪੈਗੰਬਰ ਹੋਏ ਆ ਨਾ, ਹਾਂਜੀ ਉਹਨਾਂ ਨੇ ਸਾਰਿਆਂ ਨੇ ਦਸਤਾਰਾਂ ਸਜਾਈਆਂ। ਹਾਂਜੀ, ਇਹ ਤਾਂ ਮਹਿਣਾ ਇਹੋ ਹੀ ਆ ਵੀ ਜਿਹੜੀ ਊਰਜਾ ਕੁਦਰਤ ਵੱਲੋਂ ਬਖਸ਼ਿਸ਼ ਹੁੰਦੀ ਆ ਨਾ, ਤੇ ਉਹ ਇੱਥੇ ਹੀ ਰਵੇ, ਹਾਂਜੀ, ਉਹ ਮਤਲਬ ਵੇਸਟ ਨਾ ਹੋਵੇ, ਨਿਕਲੇ ਨਾ ਬਾਹਰ। ਹਾਂਜੀ, ਤੇ ਇਸੇ ਕਰਕੇ, ਔਰ ਦੂਸਰਾ ਇਹ ਸਤਿਕਾਰ ਹੁੰਦਾ, ਮਤਲਬ ਜਦੋਂ ਵੀ ਤੁਸੀਂ ਸਿਰ ਢੱਕ ਲੈਂਦੇ ਜੇ ਨਾ, ਤੇ ਸਮਝ ਲਓ ਵੀ ਤੁਹਾਨੂੰ ਉਹਦਾ ਕਿਤੇ ਨਾ ਕਿਤੇ ਡਰ ਆ ਤੇ ਸਤਿਕਾਰ ਆ। ਬਿਲਕੁਲ, ਬਸ ਇਸੇ ਕਰਕੇ ਪਹਿਲਾਂ ਮੈਂ ਅੱਗੇ ਵੀ ਆਪਾਂ ਗੱਲ ਕੀਤੀ ਨਾ, ਕਿ ਮੈਂ ਕਿਤੇ ਨਾ ਕਿਤੇ ਮਤਲਬ ਵੀ ਆਪਾਂ ਤੇ ਗੁਰੂ ਦੀ ਕਵਿਤਾ ਗਾਉਣੀ ਆ, ਪਰ ਫਿਰ ਮੈਂ ਇਸ ਚੀਜ਼ ਨੂੰ ਮੰਨਣ ਲੱਗ ਪਿਆ ਵੀ ਨਹੀਂ, ਜਿਹੜੀ ਪਰੰਪਰਾ ਸਤਿਕਾਰ ਆ ਇਹ ਰੱਖਣਾ, ਕਿਉਂਕਿ ਇਹਦੇ ਨਾਲ ਆਪਾਂ ਨੂੰ ਉਹਦਾ ਡਰ ਰਹਿਣਾ। ਹਾਂ, ਇਹ ਡਰ ਵੀ ਵੱਡਿਆਂ ਦਾ, ਆਪਣੇ ਰਹਿਬਰਾਂ ਦਾ ਜ਼ਰੂਰੀ ਹੈ, ਜ਼ਰੂਰੀ ਆ, ਔਰ ਉਹਨਾਂ ਦਾ ਸਤਿਕਾਰ ਉਹ ਸਤਿਕਾਰ ਹੀ ਹੁੰਦਾ। ਆਪਾਂ ਜਿਹੜਾ ਆਪਣੇ ਵੱਡੇ ਤੋਂ ਕਿਸੇ ਤੋਂ ਡਰਦੇ ਆ, ਉਹਦਾ ਮਤਲਬ ਸਤਿਕਾਰ ਹੁੰਦਾ। ਬਸ। ਹਾਂਜੀ ਹਾਂਜੀ, ਚਲੋ ਕਰੋ ਜੀ, ਤੁਸੀਂ ਦੱਸੋ ਇਹਨੂੰ ਕੀ ਇਹ ਪੇਸ਼ ਕਰੇ। ਅੱਲਾ ਅਲਖ ਗਮ ਕਾਦਰ, ਅੱਲਾ ਅਲਖਿਆ ਗਮ ਕਾਦਰ ਕਰਨ ਹਾਰ ਕਰੀਮ, ਅੱਲਾ ਅਲਖਿਆ ਗਮ ਕਾਦਰ ਕਰਨ ਹਾਰ ਕਰੀਮ, ਜਦ ਸਭ ਦੁਨੀਆ ਬਨ ਜਾਵਨੀ ਮੁਕਾਮ ਏਕ ਰਹੀਮ, ਅੱਲਾ ਅਲਖਿਆ ਗਮ ਕਾਦਰ ਕਰਨ ਹਾਰ ਕਰੀਮ, ਅੱਲਾ ਅਲਖਿਆ ਗਮ ਕਾਦਰ ਕਰਨ ਹਾਰ ਕਰੀਮ, ਮੁਕਾਮ ਕਿਸ ਨੂੰ ਆਖੀਐ, ਮੁਕਾਮ ਕਿਸ ਨੂੰ ਆਖੀਐ, ਤਿਸ ਸਿਸ ਨਾ ਹੋਏ ਲੇਖ, ਅੱਲਾ ਅਲਖਿਆ ਗਮ ਕਾਦਰ ਕਰਨ ਹਾਰ ਕਰੀਮ, ਅੱਲਾ ਅਲਖਿਆ ਗਮ ਕਾਦਰ ਕਰਨ ਹਾਰ ਕਰੀਮ, ਦਿਨ ਰਬ ਚਲੇ ਨਿਸ਼ਚਿਤ ਚਲੇ, ਤਾਰਿਕਾ ਲੱਖ ਬਲੋਏ, ਦਿਨ ਰਬ ਚਲੇ ਨਿਸ਼ਚਿਤ ਚਲੇ, ਤਾਰਿਕਾ ਲੱਖ ਬਲੋਏ, ਮੁਕਾਮ ਹੋਈ ਏਕ ਹੈ, ਮੁਕਾਮ ਹੋਈ ਏਕ ਹੈ, ਉਹ ਨਾ
गम काद करन हार करीम अल्लाह अल के गम कादर करन हार करीम। बाकी माफी दिओ तुसीं कोई भुल चुक होई होवे चलो ਬਿਲਕੁਲ ਆਪਾਂ ਨੂੰ ਇਹ ਉਹਦੀ ਪੂਰੇ ਦੀ ਬਾਣੀ ਗਾਉਣੀ ਆ ਅਸੀਂ। ਹਾਂਜੀ ਹਾਂਜੀ ਜਿਹਦਾ ਕੋਈ ਅੰਤ ਨਹੀਂ ਬੇਅੰਤ ਨਹੀਂ, ਤੇ ਇਸ ਕਰਕੇ ਮਾਫੀ ਉਹਦੇ ਕੋਲ ਬਾਰ-ਬਾਰ ਮੰਗਣੀ ਚਾਹੀਦੀ ਆ, ਹਾਂਜੀ, ਹਾਂਜੀ। ਕਿਉਂਕਿ ਅਸੀਂ ਭੁੱਲਣ ਵਾਲੇ ਜੀਵ ਆ। ਤੇ ਬਹੁਤ ਛੋਟੇ ਬਾਣੀ ਦੇ ਅੱਗੇ ਆਹ ਜਿਨ੍ਹਾਂ ਨੇ ਉਹਨਾਂ ਨੂੰ ਗਾਈ ਆ, ਜਿਨ੍ਹਾਂ ਨੇ ਬਾਣੀ ਗਾਈ ਆ ਨਾ, ਉਹਨਾਂ ਦੇ ਅੱਗੇ ਵੀ ਬਹੁਤ ਨਾ ਮਾਤਰ ਜਿਹਾ ਭੁਲੇਖਾ ਜਿਹਾ ਹੀ ਆ ਜੀ। ਹਾਂ ਚਲੋ ਆਪਾਂ ਕੋਸ਼ਿਸ਼ ਕਰਦੇ ਰਹੀਏ ਤੇ ਤੁਸੀਂ ਇਹਦੀ ਸੰਥਿਆ ਲਓ ਥੋੜੀ ਜੀ। ਹਾਂਜੀ ਹਾਂਜੀ ਕਿਸੇ ਨਾ ਜੇ ਨਾ ਕੋਈ ਮਿਲੂਗਾ ਤੇ ਮੈਨੂੰ ਦੱਸ ਦਿਓ, ਤੇ ਇਹਦੀ ਸੰਥਿਆ ਲਓ ਤੇ ਇਹਦੇ ਨਾਲ ਜੁੜੇ ਰਹੋ। ਹਾਂਜੀ ਤੇ ਹਾਂਜੀ ਫਿਰ ਇਹ ਲਿਖੂਗਾ ਵੀ ਤੇ ਫਿਰ ਇਹ ਗਾਊਗਾ ਵੀ ਬੜਾ। ਹਾਂਜੀ, ਹਾਂਜੀ। ਤੇ ਇਹ ਬਾਣੀ ਦੇ ਆਸਰੇ ਨਾਲ ਆਪਾਂ ਬਹੁਤ ਦੂਰ, ਬਾਣੀ ਦੇ ਆਸਰੇ ਨਾਲ ਹੀ ਸੱਚਖੰਡ ਚੱਲ ਜਾਂਦੇ ਆ। ਹਾਂਜੀ ਹਾਂਜੀ ਤੇ ਇੱਥੇ ਨਾ ਸਾਡੇ ਤੇ ਉਹ ਗੁਰੂ ਕਿਰਪਾ ਕਰੂਗਾ ਵੀ ਇੱਥੇ ਵੀ ਸਾਡੇ ਤੇ ਕਿਰਪਾ ਕਰੂਗਾ। ਹਾਂਜੀ। ਤੇ ਹੁਣ ਤੁਸੀਂ ਕੋਈ ਉਸ ਤਰ੍ਹਾਂ ਜੋ ਮਤਲਬ ਇਹਨੂੰ ਬਣਾਉਣਾ ਚਾਹੁੰਦੇ ਜੇ, ਚਲੋ ਗੁਰਬਾਣੀ ਨਾਲ ਤੇ ਜੁੜੇ ਰਹਿਣਾ ਤੇ ਚਾਹੀਦਾ ਵੀ ਆ ਹਰ ਇਨਸਾਨ ਨੂੰ। ਤੇ ਕੋਈ ਹੋਰ ਗਾਣਾ ਵੀ ਇਹਦੇ ਕੋਲ ਤੁਸੀਂ ਗਾਉਣਾ ਚਾਹੁੰਦੇ ਹੋ? ਬਿਰਖਾ ਬੂਟਿਆਂ ਚੋਂ ਠੰਡੀ ਵਾਹ ਚੱਲੇ ਆਜਾ ਖੇਡੀਏ ਵੇ ਦਰਿਆ ਵੱਲੇ ਆਜਾ ਖੇਡੀਏ ਵੇ ਦਰਿਆ ਵੱਲੇ। ਜਦੋਂ ਖੁਸ਼ ਹੋਵਾਂ ਮੈਂ ਹੱਦੋਂ ਵੱਧ ਚੰਨਾ ਤੇਰੀ ਪਤਨਾ ਤੇ ਤੋਵਾਂ ਪੱਗ ਚੰਨਾ ਮੇਰੀ ਜ਼ਿੰਦਗੀ ਨੂੰ ਇੱਕੋ ਲੱਭ ਚੰਨਾ ਲੱਗੀ ਨਿਭ ਜਾਵੇ ਹੋ ਜੇ ਹੱਦ ਚੰਨਾ ਅਸੀਂ ਦਾਰੇ ਦਰਗਾਹਾਂ ਦੇ ਜਾ ਮੱਲੇ ਆਜਾ ਖੇਡੀਏ ਵੇ ਦਰਿਆ ਵੱਲੇ ਆਜਾ ਖੇਡੀਏ ਵੇ ਦਰਿਆ ਵੱਲੇ। ਹੋ ਜਦੋਂ ਚੰਗੀਆਂ ਦੇ ਓਲੇ ਦਿਨ ਡੁੱਬੇ ਛੇੜੂ ਬੇਲਿਆਂ ਚੋਂ ਜੂਹਾਂ ਵਾਲੇ ਪੁੱਜੇ ਕੱਚੀ ਘੜੀ ਉਤੋਂ ਕੋਈ ਡਾਰ ਉੱਡੇ ਮਿੱਠੀ ਦਿਲ ਨੂੰ ਚਨ ਇਹ ਇਲਤ ਸੁਝੇ ਦੇਵਾਂ ਪੈਰੀ ਫਕੀਰਾਂ ਦੇ ਪਾ ਛੱਲੇ ਆਜਾ ਖੇਡੀਏ ਵੇ ਦਰਿਆ ਵੱਲੇ ਆਜਾ ਖੇਡੀਏ ਵੇ ਦਰਿਆ ਵੱਲੇ। ਬਹੁਤ ਵਧੀਆ ਬਹੁਤ ਵਧੀਆ। ਆ ਜਿਹੜੀਆਂ ਤੁਸੀਂ ਸ਼ਬਦ ਲਿਖੇ ਨਾ ਵਿੱਚ ਇਲਤ, ਤੇ ਨਿਆਣੇ ਪੁੱਛਣ ਵੀ ਇਹ ਕੀ ਆ, ਇਲਤ ਕੀ ਹੁੰਦੀ ਆ? ਹਾਂਜੀ ਇਹ ਤੁਹਾਡੇ ਅੰਦਰ ਮਤਲਬ ਤੁਸੀਂ ਉਮਰ ਤੇ ਤੁਹਾਡੀ ਅਜੇ 33 ਸਾਲ ਹੀ ਆ, ਪਰ ਇਹ ਇਲਤਾਂ ਤੇ ਜਿਹੜੀਆਂ ਇਹ 50 ਸਾਲ ਪਿੱਛੇ ਰਹਿ ਗਈਆਂ ਇਹਦੇ ਕਿਤਨਾ ਨਿਕਲਦੀਆਂ ਵਾ? ਹਾਂਜੀ ਬਸ ਇਸ ਤਰ੍ਹਾਂ ਹੀ ਪਹਿਲਾਂ ਮੇਰੇ ਅੰਦਰ ਵੀ ਇੱਕ 2000 ਸਨ ਦੇ ਮੈਨੂੰ ਚੇਤਾ ਆਉਂਦਾ ਕਿ ਮੇਰੇ ਅੰਦਰ ਕੁਝ ਨਵਾਂ ਕੋਈ ਸ਼ੌਂਕ ਮੇਰੇ ਇਹੋ ਜਿਹੇ ਵੀ ਮਾਡਰਨ ਬਣਨਾ, ਮਾਡਰਨ। ਅੱਛਾ। ਤੇ ਸਾਡੇ ਚਾਚੇ ਤਾਏ ਦੀਆਂ ਹੀ ਭੈਣਾਂ ਜਾਂ ਸਾਡੀ ਭੈਣ ਤੇ ਲੋਕਾਂ ਨੇ ਉਹਨਾਂ ਨੂੰ ਮਤਲਬ ਆਪਣੀਆਂ ਭੈਣਾਂ ਦੀਦੀ ਆਖਣਾ ਤੇ ਸਾਡਾ ਵੀ ਮਨ ਕਹਿਣਾ ਵੀ ਅਸੀਂ ਵੀ ਇਹਨਾਂ ਵਾਂਗੂ ਦੀਦੀ ਕਹੀਏ। ਤੇ ਜਦੋਂ ਮਤਲਬ ਅਸੀਂ ਕਹਿਣ ਨਾ ਮਨ ਤੇ ਕਰਨਾ ਪਰ ਆਉਣਾ ਹੀ ਨਾ। ਤੇ ਬਾਅਦ ਵਿੱਚ ਜਦੋਂ ਸਿਆਣਪ ਆਈ ਫਿਰ ਆਖਦੇ ਨਹੀਂ ਜਿਹੜੀ ਆਪਣੀ ਬੋਲੀ ਆ ਜੋ ਕਹਿਣ ਦੇ ਵਿੱਚ ਉਹ ਹੋਰ ਬੋਲੀਆਂ 'ਚ ਨਹੀਂ ਹੈਗਾ, ਨਹੀਂ ਹੈਗਾ, ਉਹ ਮਿਠਾਸ ਨਹੀਂ ਹੈਗੀ। ਹਾਂਜੀ ਹਾਂਜੀ। ਤੇ ਢਿੱਡ ਹੀ ਨਹੀਂ ਭਰਦਾ। ਹੁਣ ਪੰਜਾਬੀ ਜਦੋਂ ਗਾਲ ਕੱਢਦੇ ਆ ਨਾ ਤੇ ਪੂਰੀ ਕਰੋੜ ਕੇ ਪੰਜਾਬੀ ਬੋਲਦੇ ਆ। ਹਾਂਜੀ ਹੈ ਉਹ ਮਤਲਬ ਜਦੋਂ ਕਰੋੜ ਕੇ ਪੰਜਾਬੀ ਬੋਲਦੇ ਆ ਨਾ ਤੇ ਗਾਲ ਦਾ ਸਵਾਦ ਵੀ ਨਹੀਂ ਆਉਂਦਾ, ਲੈਣ ਵਾਲੇ ਨੂੰ ਵੀ ਸਵਾਦ ਆਉਂਦਾ ਤੇ ਕੱਢਣ ਵਾਲੇ ਨੂੰ ਵੀ ਆਉਂਦਾ ਵੀ। ਤੇ ਜਦੋਂ ਹੋਰ ਬੋਲੀਆਂ ਬੋਲਦੇ ਉਦੋਂ ਐਵੇਂ ਹੀ ਆਵਾਜ਼ਾਤ ਬੋਲੀ ਜਾਂਦੇ ਆ। ਇਹ ਕੋਈ ਐਡੇ ਲਫ਼ਜ਼ ਨਹੀਂ ਗੇ, ਲਫ਼ਜ਼ ਇਹੋ ਹੀ ਜਿਹੜੇ ਆ ਇਹ ਮਤਲਬ ਕੱਲਾ ਕੱਲਾ ਤੁਸੀਂ ਲਿਖਿਆ ਵਾ। ਤੇ ਹੁਣ ਆਪਾਂ ਇਹਨੂੰ ਗੱਲ ਨੂੰ ਖਤਮ ਕਰਦੇ ਆ। ਤੁਸੀਂ ਕੋਈ ਲਾਸਟ 'ਚ ਸੁਣਾਉਣਾ ਚਾਹੁੰਦੇ ਜੇ ਤੁਸੀਂ ਕੋਈ ਆਪਣਾ ਲਿਖਿਆ ਪੂਰੀ ਠੇਠ ਪੰਜਾਬੀ ਜੀ ਦੀ ਝੋਲੀ? ਮੈਂ ਤੁਹਾਨੂੰ ਨਵੀਂ ਚੀਜ਼ ਸੁਣਾਉਣਾ ਇੱਕ। ਉਹ ਪੁਰਖਾਂ ਦੀ ਮਿੱਟੀ ਉੱਤੇ ਰੁੱਖਾਂ ਨੂੰ ਜੀਣ ਦਿਓ, ਬਾਬੇ ਨੂੰ ਜਾਣ ਤੋਂ ਪਹਿਲਾਂ ਪਾਣੀ ਤੇ ਪੀਣ ਦਿਓ, ਪੁੱਤਾਂ ਦੇ ਪਾਟੇ ਬੋਝੇ ਮਾਵਾਂ ਨੂੰ ਸੀਣ ਦਿਓ, ਪੁੱਤਾਂ ਦੇ ਪਾਟੇ ਬੋਝੇ। ਉਹ ਕੁਝੇ ਦੀ ਠੀਕਰ ਲਾਗੇ ਸਾਲੂ ਦੀ ਟਾਕੀਏ, ਬਾਬੇ ਨੇ ਕਿੱਦਾਂ ਕਰਨੀ ਰੋਟੀ ਦੀ ਰਾਖੀਏ।
ਇਹ ਮੋਢੇ ਨਾਲ ਕੌਣ ਖਲੋਵੇ ਪੁੱਤਰ ਪ੍ਰਵਾਸੀਏ ਹਾਕਮ ਚੋਂ ਆਕੜ ਚੋਂਦੀ ਨਾਲੇ ਬਦਮਾਚੀਏ। ਇਦਾਂ ਵਾ ਵੀ ਮੈਂ ਨਾ ਲਿਖਾਰੀ ਸਾਹਿਬ ਪਰਸੋਂ ਚੌਥ ਨਾ ਮੈਨੂੰ ਫੋਨ ਆਇਆ ਹਾਂਜੀ ਏਅਰਟੈਲ ਕੰਪਨੀ ਵਾਲੀ ਦਾ। ਹਾਂਜੀ ਮੈਂ ਪਾਕਿਸਤਾਨ ਗਿਆ ਹਾਂ ਤੇ ਬਿੱਲ ਨਹੀਂ ਧਰਿਆ ਮੇਰਾ ਤੇ ਉਹ ਮੈਨੂੰ ਆਂਦੀ ਆਪਕਾ ਬਿੱਲ ਇਤਨਾ ਰਹਤਾ ਇਹ ਉਹ। ਮੈਂ ਗੱਲ ਸੁਣ ਪੈਣਾ ਹਾਂਜੀ ਜੇ ਤੇ ਮੇਰੇ ਨਾਲ ਕਰਨੀ ਉਹ ਪੰਜਾਬੀ ਚ ਗੱਲ ਤੇ ਬਿੱਲ ਜਾਊਗਾ ਮਿਲ ਕਿਉਂਕਿ ਅਸੀਂ ਰਹਿੰਦੇ ਪੰਜਾਬ ਚ ਤੇ ਜਾਂ ਤੇ ਮੈਨੂੰ ਦੇ ਆਪਣੇ ਬੌਸ ਦਾ ਨੰਬਰ ਤੇ ਜਾਂ ਮੇਰੀ ਮੇਲ ਮੂਲ ਜੋ ਕਰਦੇ ਉਹ ਕਰ ਲਾ ਹਾਂਜੀ ਤੇ ਨਹੀਂ ਤੇ ਬਿੱਲ ਨਹੀਂ ਉਤਾਰਨਾ ਤੇ ਲਾਗੂ ਹੋਰ ਡੱਕੂ 10 ਜਾਣਿਆਂ ਦੇ ਹਾਂਜੀ ਵੀ ਸਾਡੇ ਪੰਜਾਬ ਚ ਨਾ ਗੰਦ ਖਿਲਾਰੋ ਹਿੰਦੀ ਦਾ ਸਾਨੂੰ। ਹਾਂਜੀ ਬਿਲਕੁਲ ਹਾਂ ਵੀ ਸਾਡੇ ਨਾਲ ਕਰੋ ਪਿਓਰ ਪੰਜਾਬੀ ਚ ਗੱਲ। ਹਾਂਜੀ ਤੇ ਉਹ ਆਂਦੀ ਮੈਨੂੰ ਆਉਂਦੀ ਨਹੀਂ ਮੁਝੇ ਨਹੀਂ ਆਤੀ। ਮੈਂ ਫਿਰ ਹੋਰ ਬੀਬੀ ਲਿਆ ਕੋਈ ਜਿਹੜੀ ਪੰਜਾਬੀ ਬੋਲਦੀ ਆ ਤੇ ਫਿਰ ਬਿੱਲ ਤਰ ਜੂਗਾ। ਤੇ ਮੈਂ ਅੱਜ ਇਹ ਦੱਸਣਾ ਚਾਹੁੰਦਾ ਵੀ ਇਹ ਗੰਦ ਪਾਇਆ ਵਾ RSS ਨੇ ਜਿੰਨੇ ਸਕੂਲਾਂ 'ਚ ਸਕੂਲ ਸਿਖਾਉਂਦੇ ਆ। ਸਾਡਾ ਅਸੀਂ ਲੁਹਾਰਕਾ ਰੋਡ ਤੇ ਰਹਿੰਦੇ ਤੇ ਸਾਡੀ ਗਲੀ 'ਚ ਹੌਲੀਹਾਰਡ ਸਕੂਲ ਉੱਥੇ ਵੀ ਹਿੰਦੀ ਬੋਲੀ ਜਾਂਦੇ ਆ। ਸਾਡੇ ਉੱਥੇ ਨਿਆਣੇ ਪੜ੍ਹਦੇ ਰਿਸ਼ਤੇਦਾਰਾਂ ਦੇ ਤੇ ਮੈਂ ਉਹਨਾਂ ਨਾਲ ਫੀਸ ਲੈਣੀ ਜੇ ਨਾ ਤੇ ਚੁੱਪ ਕਰਕੇ ਬੰਦਿਆਂ ਨੂੰ ਸਾਡੇ ਨਾਲ ਬੰਦਿਆਂ ਨੂੰ ਗੱਲ ਕਰੋ ਪੰਜਾਬੀ 'ਚ। ਅਸੀਂ ਪੰਜਾਬ 'ਚ ਰਹਿੰਦੇ ਆ ਤੇ ਸਾਨੂੰ ਇਹ ਵਿਰਸੇ ਤੋਂ ਨਾ ਤੋੜੋ ਵੀ। ਤੇ ਇਸ ਕਰਕੇ ਨਾ ਮਤਲਬ ਪੰਜਾਬੀ ਨਾਲ ਦੁਕਾਨ ਤੇ ਕਿਤੇ ਉਹਨੂੰ ਹਰ ਇੱਕ ਨੂੰ ਟੋਕੋ ਵੀ ਅਸੀਂ ਪੰਜਾਬੀ ਆ। ਸਾਡੇ ਵੱਡੇ ਪੰਜਾਬੀ ਹੀ ਤੇ ਪੰਜਾਬੀਆਂ ਨੇ ਰਾਜ ਕੀਤਾ ਵਾ ਤੇ ਉਹ 5000 ਸਾਲ ਚ ਪੰਜਾਬੀਆਂ ਦਾ ਰਾਜ ਜਿਹੜਾ ਨਾ ਉਹ ਸਭ ਤੋਂ ਉੱਤੇ ਆਇਆ। ਹਾਂਜੀ ਹਾਂਜੀ ਕਦੀ ਕੋਈ ਉੱਥੇ ਮਤਲਬ ਫਾਂਸੀ ਨਹੀਂ ਲੱਗੀ ਹਾਂਜੀ ਕੋਈ ਮਤਲਬ ਦੁਨੀਆ ਜਾਣਦੀ BBC ਨੇ ਉਹਨੂੰ ਪਹਿਲੇ ਨੰਬਰ ਤੇ ਕੱਢਿਆ ਵੀ ਇਹੋ ਜਿਹਾ ਰਾਜ ਨਹੀਂ ਕਿਸੇ ਨੇ ਕੀਤਾ। 50 ਸਾਲ ਮਹਾਰਾਜਾ ਰਣਜੀਤ ਸਿੰਘ ਦਾ 40 ਉਹਦਾ 10 ਦੂਜਾ ਉਹਦੇ ਗਾਂ ਪੰਚ ਦਾ। ਹਾਂਜੀ ਤੇ ਮੈਂ ਚਾਹੁੰਦਾ ਵੀ ਤੁਸੀਂ ਕੋਈ ਇਹੋ ਜਿਹੀ ਚੀਜ਼ ਅੱਜ ਪੇਸ਼ ਕਰੋ ਵੀ ਲੋਕਾਂ ਨੂੰ ਪਤਾ ਲੱਗੇ ਵੀ ਪੰਜਾਬੀ ਹੈ ਕੀ ਹੈ। ਇਹੋ ਜਿਹੀ ਚੀਜ਼ ਸਾਨੂੰ ਸੁਣਾਓ ਪੰਜਾਬੀ ਦੇ ਵਿੱਚ ਵੀ ਪਿਓਰ ਲੋਕੀ ਨਾ ਮਤਲਬ ਐ ਪੰਜਾਬੀ ਕੱਢ ਬੋਲੇ ਹੁਣ ਵੀ ਪੰਜਾਬੀ ਚ ਕੀ ਆ ਇਸ ਤਰ੍ਹਾਂ ਦਾ ਕੋਈ ਪੇਸ਼ ਕਰੋ ਦੱਸੋ ਇਹਨਾਂ ਨੂੰ। ਇਹ ਨਾ ਪਹਿਲਾਂ ਤਾਂ ਤੁਹਾਨੂੰ ਕਵਿਤਾ ਉਦਾਸ ਸੁਣਾਉਣ ਲੱਗਾ ਫਿਰ ਮੈਂ ਤੁਹਾਨੂੰ ਕਹਿੰਦਾ ਸੱਦ ਸੁਣਾਉਣਾ ਵਾ। ਠੀਕ ਹੈ। ਤੇ ਪਹਿਲਾਂ ਉਹ ਚ ਪੰਜਾਬੀ ਸ਼ਬਦ ਆ ਜਿਹੜੇ ਆਮ ਵਰਤੋਂ ਚਾਰੀ ਵਾਲੇ ਸ਼ਬਦ। ਹਾਂਜੀ ਲੱਗਿਆ ਟੱਠਣਾ ਕਿਲੇ ਕੰਧਾਰ ਦੇ ਰਹਿ ਗਈ ਸੁਰੰਗ ਬਣੀ ਸੁਰੰਗੀ ਵਸੇ ਨਾਗਣੀ ਉਹਦੇ ਸਿਰ ਤੇ ਲਾਲ ਮਣੀ ਚੜਿਆ ਮੀ ਪਹਾੜ ਤੋਂ ਜੱਟ ਦਾ ਖੌਫ ਕਣੀ ਆਸ਼ਿਕ ਰੋਂਦੇ ਪਤਨੀ ਤੇ ਪੰਛੀ ਰੋਣ ਵਣੀ ਕਬਰਾਂ ਸੁਨਮ ਸੁਨੀਆਂ ਕਿੱਧਰ ਗਈ ਪਰੇਤ ਟਿੱਬੇ ਕਰ ਗਈ ਸਖਣੇ ਰਾਜਸਥਾਨੀ ਰੇਤ ਆਇਓ ਸੱਪ ਲੜਾ ਲੈ ਜਟੀਆਂ ਚੜੇ ਮਹੀਨੇ ਚੇਤ ਕਣਕਾਂ ਹੋਈਆਂ ਕੁਬੀਆਂ ਤੇ ਚਿਬ ਖੜਬੇ ਖੇਤ ਜਮਨਾ ਵਿੱਚੋਂ ਨਿਕਲਿਆ ਕਹਿਣ ਪੰਜਾਬੀ ਸਿੰਧ ਜੀ ਦੇ ਕੰਡੇ ਵਸਦੇ ਤਵਾਰੀਖੀਏ ਪਿੰਡ ਆਏ ਮੁਗਲ ਫਰੰਗੀ ਨਿਕਲ ਗਿਆ ਪਿੱਛੇ ਰਹਿ ਗਈ ਹਿੰਦ ਤੇ ਗਾਂ ਛੱਡ ਗਏ ਧਾੜਵੀ ਤੇ ਸੂਫੀ ਛੱਡ ਗਏ ਕਿੰਗ। ਠੀਕ ਹੈ। ਬਹੁਤ ਹੀ ਆਨੰਦ ਆਇਆ ਤੇ ਇਹਦੇ ਚੋਂ ਹੁਣ ਮੈਂ ਦੱਸਣ ਲੱਗਾ ਵਾਂ ਆਪਣੇ ਤੁਹਾਡੇ ਸਰੋਤਿਆਂ ਨੂੰ ਜਿਹੜੀ ਨਵੀਂ ਪੀੜ੍ਹੀ ਆ। ਹਾਂਜੀ ਹਾਂਜੀ ਕੁਝ ਪੀੜ੍ਹੀਆਂ ਤੇ ਸਾਡੀਆਂ 84 ਦੇ ਦੌਰ 'ਚ ਖਤਮ ਹੋ ਗਈਆਂ ਹਾਂਜੀ ਪਰ ਹੁਣ ਮੈਂ ਨਵੀਂ ਪੀੜ੍ਹੀ ਨੂੰ ਦੱਸਣ ਲੱਗਾ ਵੀ ਜਿਹੜੇ ਸ਼ਬਦ ਤੁਸੀਂ ਬੋਲੇ ਆ ਨਾ ਵਣੀ ਹਾਂਜੀ ਕਣੀ ਪੱਤਣ ਸਖਣੇ ਹਾਂਜੀ ਚੇਤੀ ਸੱਪ ਜਦੋਂ ਉਹ ਕੁੰਜ ਲਾਉਂਦਾ ਵਾ ਹਾਂਜੀ ਹਾਂਜੀ ਇਹ ਚੀਜ਼ਾਂ ਨੂੰ ਨੋਟ ਕਰਿਓ ਤੇ ਪੁੱਛਿਓ ਆਪਣੇ ਬਜ਼ੁਰਗਾਂ ਨੂੰ ਵੀ ਹਾਂਜੀ ਇਹ ਕੀ ਸ਼ਬਦ ਵਰਤੇ ਆ ਲਿਖਾਰੀ ਸਾਹਿਬ ਨੇ ਔਰ ਇਹ ਕਿੱਥੋਂ ਆਏ ਆ ਇਹਨਾਂ ਨਾਲ ਜੁੜੋ। ਤੇ ਕੋਈ ਹੋਰ ਵੀ ਕਹਿਣਾ ਚਾਹੁੰਦੇ ਜੇ ਤੁਸੀਂ ਇੱਥੇ? ਨਹੀਂ ਬਸ ਠੀਕ ਆ ਹਾਂਜੀ ਠੀਕ ਆ। ਕੋਈ ਹੋਰ ਤੁਸੀਂ ਇੱਕ ਉਹ ਆਖਿਆ ਸੀ ਉਹ ਅਮਰੂਦਾਂ ਵਾਲੇ ਤੋਤਿਆਂ ਵਾਲੇ ਉਹ ਕੋ ਹੈਗਾ ਤੇ ਉਹ ਵੀ ਪੇਸ਼ ਕਰ ਦਿਓ। ਉਹ ਵੀ ਹੈ ਪੰਜਾਬੀ ਸ਼ਬਦ ਪਰ ਉਹਦੇ ਜਿਹੜੇ ਸਾਹਿਤਕ ਸ਼ਬਦ ਹੈ ਜਿਹਨੂੰ ਆਪਾਂ ਕਹਿੰਦੇ ਕੋਈ ਗੱਲ ਨਹੀਂ ਫਿਰ ਕੀ ਆ ਹਾਂਜੀ ਆਪਾਂ ਨਿਆਣਿਆਂ ਨੂੰ ਪਤਾ ਹੀ ਕੱਖ ਨਹੀਂ ਜੇ
ਹਾਂਜੀ। ਨਵੇਂ ਨਿਆਣਿਆਂ ਨੂੰ ਤੇ ਆਉਂਦਾ ਹੀ ਕੱਖ ਨਹੀਂਗਾ, ਬ੍ਰੈਡ ਤੇ ਲਾ ਲਾ ਕੇ ਉਹ ਐਵੇਂ ਕਰੀਮ ਜੀ ਦੇ ਖਾਈ ਜਾਂਦੇ ਆ। ਇਹਨਾਂ ਨੂੰ ਦੱਸੋ ਵੀ ਕਿਸ ਤਰ੍ਹਾਂ ਹਾਂਜੀ। ਪੌਣਿਆਂ 'ਚ ਬੰਨ ਕੇ ਰੋਟੀਆਂ ਲਿਆਈਆਂ ਤੇ ਛੰਨਿਆਂ 'ਚ ਪਾ ਲੱਸੀ ਪੀਦੀ ਆ ਤੇ ਘਿਓ ਪਾ ਕੇ ਮੱਖਣ ਪਾ ਕੇ। ਉਹ ਹਾਂਜੀ। ਸੁਣਾਓ ਅਮਰੂਦਾਂ ਵਾਲੇ ਇਹਨਾਂ ਨੂੰ, ਕੱਚੇ ਅਮਰੂਦ ਜਿਹੜੇ ਖਾਓ ਤੇ ਨਾਲ ਇੱਕ ਦੂਜੇ ਨੂੰ ਮਾਰੋ, ਉਹ ਸੁਣਾਓ ਇਹਨਾਂ ਨੂੰ। ਉਹ ਜਦੋਂ ਹਾੜੀ ਅਮਰੂਦ ਕੱਚੇ ਤੋਤਿਆਂ ਨੇ ਟੁੱਕੇ ਵੇ, ਮੈਂ ਮੋਰਾਂ ਦਿਆਂ ਖੰਭਾਂ ਨਾਲ ਲਿਖੇ ਤੈਨੂੰ ਰੁਕੇ। ਉਹ ਜਦੋਂ ਗਾਲਣਾ ਖਲਾਰੇ ਵੇੜੇ ਛੱਲੀਆਂ ਦੇ ਤੁੱਕੇ, ਤੇਰੀ ਵਾਪਸੀ ਦੇ ਚਾਏ ਵਰਾਨ ਹੋ ਗਏ ਉੱਕੇ। ਉਹ ਸੁੱਖੇ ਚਾਦਰਾਂ ਤੇ ਸੇਰੇ ਨਾਲੇ ਧੋਤੀਆਂ ਮਜ਼ਾਰਾਂ, ਸਾਨੂੰ ਕਰੜੇ ਕਰੋ ਪੀ ਵਾਲੇ ਪੀਰ ਦੀਆਂ ਮਾਰਾਂ। ਜਦੋਂ ਆਲਣੇ ਖਲਾਰਿਆ ਫੇ ਰੋਂਦੀਆਂ ਗਟਾਰਾਂ ਵੇ, ਮੈਂ ਸਾਲੂ ਫਲਕਾਰੀਆਂ ਨੂੰ ਪਾੜ ਪਾੜ ਸਾੜਾਂ। ਉਹ ਲੱਭਾਂ ਰੂੜੀਆਂ ਤੋਂ ਲੀਰਾਂ ਟੋਟੇ ਖੱਦਰ ਦੇ ਪਾਟੇ, ਇੱਕ ਬਗਲੀ ਬਣਾ ਕੇ ਪੱਕੀ ਬੰਨ ਲਵਾਂ ਟਾਕੇ। ਉਹ ਮੰਗਾ ਦਰਦਾਰੀ ਤੋਂ ਮੈਂ ਪਕਾਉਣ ਜੋਗੇ ਆਟੇ, ਨੀ ਮੈਂ ਮੀਡੀਆਂ ਦੀ ਰੁੱਤ ਚ ਹੰਡਾਵਾਂ ਚਿੱਟੇ ਝਾਟੇ। ਉਹ ਸਾਡੇ ਸਭਾ ਵਿੱਚ ਨੈਣ ਨੇ ਕਸੂਰਵਾਰ ਥਾਪੇ, ਹੁਣ ਹੱਥ ਜੋੜ ਜੋੜ ਕੇ ਵੀ ਲਈਦੇ ਸਿਆਪੇ। ਉਹ ਚਿੱਤ ਕਰੇ ਦੂਰ ਟਿੱਬਿਆਂ ਤੇ ਗੱਡ ਲਵਾਂ ਛਾਪੇ, ਡਰਾਂ ਅੰਨਿਆਂ ਦੇ ਵਾਂਗੂ ਨਾ ਹੀ ਮੁੱਕ ਜਾਣ ਮਾਪੇ। ਆ ਜਿਹੜੀ ਬਗਲੀ ਦੱਸੀ ਨਾ ਇਹਨਾਂ ਨੇ, ਇਹਨੂੰ ਪੁੱਛਿਓ ਆਪਣੇ ਬਜ਼ੁਰਗਾਂ ਨੂੰ। ਹੁਣ ਇਹ ਨਹੀਂ ਜੇ ਮੈਂ ਦੱਸਣੀ ਵੀ ਬਗਲੀ ਕਿਹਨੂੰ ਆਂਦੇ ਆ, ਔਰ ਤੁਕੇ ਇਹ ਵੀ ਪੁੱਛਿਓ ਬਜ਼ੁਰਗਾਂ ਨੂੰ। ਤੇ ਇਹਨੂੰ ਗਾਂ ਤੋਂ ਗਾਂ ਇੰਨਾ ਫਾਰਵਰਡ ਕਰਿਓ ਤੇ ਇਹਦੇ ਥੱਲੇ ਕਮੈਂਟ ਦਿਓ ਵੀ ਸੁਣਨਾ ਚਾਹੁੰਦੇ ਜੇ ਇਹੋ ਜਿਹੇ ਗਾਣੇ। ਇਹਨੂੰ ਗਾਂ ਤੋਂ ਗਾਂ ਸ਼ੇਅਰ ਕਰਿਓ ਪੰਜਾਬ 1799 YouTube ਚੈਨਲ ਤੇ Facebook ਪੇਜ ਤੇ, ਇਸੇ ਨਾਂ ਨਾਲ ਪੰਜਾਬ 1799। ਜੇ ਪੰਜਾਬੀ ਨੂੰ ਪ੍ਰੇਮ ਕਰਦੇ ਜੇ ਤੇ ਥੱਲੇ ਵੱਧ ਤੋਂ ਵੱਧ ਕਮੈਂਟ ਲਿਖਿਓ ਇਹਦੇ ਤੇ। ਲਿਖਾਰੀ ਸਾਹਿਬ ਨੂੰ ਆਪਾਂ ਫੇਰ ਬੇਨਤੀ ਕਰਾਂਗੇ ਵੀ ਇਹੋ ਜਿਹੇ ਲਿਖੋ ਤੇ ਨਾਲੇ ਪੁੱਛਿਓ ਬਗਲੀ ਬਾਰੇ ਤੇ ਸਾਰੇ ਤੁੱਕਿਆਂ ਬਾਰੇ, ਅਮਰੂਦਾਂ ਦੇ ਜਿਹੜੇ ਸਾਰਾ ਕੁਝ ਇਹ ਪੁੱਛਿਓ ਆਪਣੇ ਬਜ਼ੁਰਗਾਂ ਨੂੰ ਵੀ ਇਹ ਕਿਹਨੂੰ ਆਂਦੇ।